ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦੇ ਸਤਸੰਗ ਦੀ ਸ਼ੁਰੂਆਤ ਅਸੀਂ ਸੰਤ ਦਾਦੂ ਦਿਆਲ ਦੇ ਇੱਕ ਬੜੇ ਪਿਆਰੇ ਸ਼ਬਦ ਤੋਂ ਕਰਾਂਗੇ, ਕਿਉਂਕਿ ਸੰਤ ਦਾਦੂ ਦਿਆਲ ਆਪਣੇ ਇਸ ਸ਼ਬਦ ਦੇ ਅੰਦਰ ਇੱਕ ਰਾਜ ਦੀ ਗੱਲ ਦੱਸਦੇ ਹੈ। ਉਹ ਕਿਹੜੀ ਰਾਜ ਦੀ ਗੱਲ ਦੱਸਦੇ ਹੈ, ਬਸ ਇਹੀ ਸਮਝਣਾ ਹੈ ਸੀ, ਕਿਉਂਕਿ ਇਸ ਰਾਜ ਦੇ ਵਿੱਚ ਹੀ ਸਾਡੇ ਜੀਵਨ ਦੀਆਂ ਖੁਸ਼ੀਆਂ, ਸਾਡੇ ਜੀਵਨ ਦੀ ਕਾਮਯਾਬੀ ਜਾਂ ਸਾਡੇ ਜੀਵਨ ਦਾ ਆਨੰਦ ਛੁਪਿਆ ਹੋਇਆ ਹੈ। ਸਮਝ ਲਓ ਕਿ ਇਸ ਰਾਜ ਦੇ ਅੰਦਰ ਹੀ ਉਹ ਪਰਮਾਤਮਾ ਨੂੰ ਅਸੀਂ ਕਿੱਦਾਂ ਪਾ ਸਕਦੇ ਹਾਂ, ਪਰਮਾਤਮਾ ਤੱਕ ਕਿੱਦਾਂ ਪਹੁੰਚ ਸਕਦੇ ਹਾਂ, ਇਹ ਖੁਲਾਸਾ ਕੀਤਾ ਉਹਨਾਂ ਨੇ। ਕਿਉਂਕਿ ਜਿੱਦਾਂ ਹੀ ਕਈ ਵਾਰ ਦੱਸੀਦਾ ਨਾ ਕਿ ਬੁੱਲੇ ਸ਼ਾਹ ਕਹਿੰਦੇ ਸੀ, ਮੈਂ ਕਿਹਨੂੰ ਦੱਸਾਂ ਇਹ ਰਾਜ ਦੀਆਂ ਗੱਲਾਂ। ਉਹਨੂੰ ਰਾਜ ਦੀਆਂ ਗੱਲਾਂ ਜਦ ਵੀ ਫਕੀਰ, ਗੁਰੂ, ਰਹਿਬਰ, ਸੰਤ, ਮਹਾਂਪੁਰਸ਼ ਸਮਝਾਉਂਦੇ ਹੈ ਤਾਂ ਆਪਣੀ ਬਾਣੀ ਦੇ ਜ਼ਰੀਏ, ਆਪਣੇ ਸ਼ਬਦਾਂ ਦੇ ਜ਼ਰੀਏ, ਆਪਣੇ ਸ਼ਲੋਕਾਂ ਦੇ ਜ਼ਰੀਏ ਹੀ ਦੱਸਣ ਦੀ ਕੋਸ਼ਿਸ਼ ਕਰਦੇ, ਸਮਝਾਉਣ ਦੀ ਕੋਸ਼ਿਸ਼ ਕਰਦੇ। ਔਰ ਇੱਥੇ ਵੀ ਸੰਤ ਦਾਦੂ ਦਿਆਲ ਨੇ ਆਪਣੇ ਸ਼ਬਦ ਦੇ ਅੰਦਰ ਇਹ ਸਮਝਾਇਆ ਹੈ ਕਿ ਜਦੋਂ ਇੱਕ ਦਿਨ ਇੱਕ ਪ੍ਰੇਮੀ ਸੰਤ ਦਾਦੂ ਦਿਆਲ ਜੀ ਕੋਲ ਗਿਆ ਤਾਂ ਉਸ ਵੇਲੇ ਉਹਨੇ ਸੰਤ ਦਾਦੂ ਦਿਆਲ ਨੂੰ ਬੇਨਤੀ ਕੀਤੀ ਕਿ ਮਹਾਰਾਜ, ਅਗਰ ਪਰਮਾਤਮਾ ਨੂੰ ਪਾਣਾ ਹੋਵੇ, ਅਗਰ ਪ੍ਰਭੂ ਨੂੰ ਪਾਣਾ ਹੋਵੇ ਤਾਂ ਜੀਵਨ 'ਚ ਸਭ ਤੋਂ ਜ਼ਰੂਰੀ ਕਿਹੜੀ ਚੀਜ਼ ਹੈ? ਜ਼ਰਾ ਸਮਝਣਾ ਤੁਸੀਂ। ਹੁਣ ਇੱਥੇ ਇਹ ਬੜਾ ਇੱਕ ਗਹਿਰਾ ਪੁਆਇੰਟ ਹੈ। ਪੁਆਇੰਟ ਦਾ ਮਤਲਬ ਇੱਕ ਗਹਿਰੀ ਗੱਲ ਹੈ ਕਿ ਅਗਰ ਪਰਮਾਤਮਾ ਨੂੰ ਪਾਣਾ ਹੈ ਤਾਂ ਸਭ ਤੋਂ ਜ਼ਰੂਰੀ ਚੀਜ਼ ਕਿਹੜੀ ਹੈ? ਤਾਂ ਉਸ ਵੇਲੇ ਸੰਤ ਦਾਦੂ ਦਿਆਲ ਉਸ ਨੂੰ ਦੱਸਦੇ ਹੈ ਕਿ ਪਰਮਾਤਮਾ ਤੱਕ ਪਹੁੰਚਣ ਵਾਸਤੇ ਜ਼ਰੂਰੀ ਕੀ ਹੈ। ਜ਼ਰਾ ਹੁਣ ਸਮਝਣਾ, ਕਿਉਂਕਿ ਤੁਸੀਂ ਵੀ ਇੰਨੇ ਸਤਸੰਗ ਸੁਣਦੇ ਹੋ। ਜ਼ਰਾ ਸੋਚੋ, ਸਮਝੋ। ਅਗਰ ਤੁਹਾਨੂੰ ਕੋਈ ਸਵਾਲ ਪੁੱਛੇ ਕਿ ਬਈ ਪਰਮਾਤਮਾ ਨੂੰ ਪਾਉਣ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਕਿਹੜੀ ਹੈ, ਤਾਂ ਫਿਰ ਤੁਹਾਡੇ ਅੰਦਰ ਕੀ ਜਵਾਬ ਆਏਗਾ? ਤੁਹਾਡੇ ਅੰਦਰ ਕੀ ਜਵਾਬ ਆਏਗਾ ਕਿ ਅਗਰ ਪਰਮਾਤਮਾ ਨੂੰ ਪਾਣਾ ਹੈ, ਪ੍ਰਭੂ ਨੂੰ ਪਾਣਾ ਹੈ, ਉਸ ਆਨੰਦ ਤੱਕ ਪਹੁੰਚਣਾ ਹੈ, ਤਾਂ ਫਿਰ ਜੀਵਨ 'ਚ ਕਿਹੜੀ ਚੀਜ਼ ਦਾ ਹੋਣਾ ਜ਼ਰੂਰੀ ਹੈ? ਜ਼ਰਾ ਵਿਚਾਰ ਕਰੋ, ਕਿਉਂਕਿ ਸਤਸੰਗ ਦਾ ਮਤਲਬ ਇਹ ਹੁੰਦਾ ਜਿੱਥੇ ਸਾਨੂੰ ਵਿਚਾਰ ਕਰਾਇਆ ਜਾਵੇ। ਹੁਣ ਜ਼ਰਾ ਗੌਰ ਕਰਨਾ, ਇਸ ਪੁਆਇੰਟ ਨੂੰ ਸਮਝੋ ਕਿ ਤੁਸੀਂ ਪਹਿਲਾਂ ਸੁਣ ਰਹੇ ਸੀ, ਪਰ ਜਿੱਦਾਂ ਹੀ ਅਸੀਂ ਤੁਹਾਨੂੰ ਕਿਹਾ ਤੁਸੀਂ ਦੱਸੋ, ਜਵਾਬ ਦਿਓ, ਤੁਹਾਡਾ ਮਾਈਂਡ ਸੋਚਣ ਲੱਗ ਗਿਆ ਕਿ ਕੀ ਹੋ ਸਕਦਾ ਹੈ। ਯਾਨੀ ਆਪਾਂ ਆਪਣੇ ਮਨ ਨੂੰ ਕੰਮ ਦਿੱਤਾ, ਔਰ ਇਹਨੂੰ ਕਹਿੰਦੇ ਹੈ ਅੱਛਾ ਕੰਮ, ਕਿਉਂਕਿ ਅੱਛੇ ਵਿਚਾਰ ਕਰਨ ਨਾਲ ਸਾਡੇ ਮਨ ਦੀ ਸ਼ਕਤੀ ਵੱਧਦੀ ਹੈ, ਔਰ ਬੁਰੇ ਵਿਚਾਰ ਕਰਨ ਨਾਲ ਸਾਡੇ ਮਨ ਦੀ ਸ਼ਕਤੀ ਘਟਦੀ ਹੈ। ਹੁਣ ਬੁਰੇ ਵਿਚਾਰ, ਕਿਉਂਕਿ ਇਨਸਾਨ ਬੈਠਾ ਬੈਠਾ ਬੁਰੀਆਂ ਸੋਚਾਂ ਵੀ ਸੋਚ ਸਕਦਾ ਹੈ, ਬੁਰੇ ਖਿਆਲ ਵੀ ਉਹਦੇ ਮਨ 'ਚ ਆ ਸਕਦੇ ਹੈ। ਨੈਗੇਟਿਵਿਟੀ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਉਹਨਾਂ ਸੋਚਾਂ ਨੂੰ ਸੋਚਣਾ ਜੋ ਸਾਡੇ ਜੀਵਨ 'ਚ ਟੈਨਸ਼ਨਾਂ ਨੂੰ, ਚਿੰਤਾਵਾਂ ਨੂੰ, ਡਰ ਨੂੰ ਵਧਾ ਦੇਣ। ਔਰ ਜਦੋਂ ਇਹ ਚੀਜ਼ਾਂ ਵੱਧਦੀਆਂ ਤਾਂ ਸਾਡੀ એનર્ਜੀ ਜਿਹੜੀ ਹੈ ਨਾ, ਮਾਈਂਡ ਪਾਵਰ ਹੈ, ਮਨ ਦੀ ਸ਼ਕਤੀ ਹੈ, ਉਹ ਘਟਦੀ ਚਲੀ ਜਾਂਦੀ ਹੈ। ਔਰ ਜਦੋਂ ਮਨ ਹੀ ਕਮਜ਼ੋਰ ਹੋਏਗਾ ਤਾਂ ਫਿਰ ਦੁਨੀਆ ਦੇ ਕਿਸੇ ਵੀ ਹਾਲਾਤ ਦਾ ਸਾਹਮਣਾ ਕਦੀ ਉਹ ਕਰ ਹੀ ਨਹੀਂ ਪਾਏਗਾ, ਕਿਉਂਕਿ ਇੱਕ ਕਮਜ਼ੋਰ ਇਨਸਾਨ ਨੇ ਕਿਸੇ ਦਾ ਮੁਕਾਬਲਾ ਕੀ ਕਰਨਾ? ਕਿਸੇ ਦਾ ਮੁਕਾਬਲਾ ਉਹੀ ਕਰ ਸਕਦਾ ਜਿਹੜਾ ਸਟਰੋਂਗ ਹੋਵੇ, ਮਜ਼ਬੂਤ ਹੋਵੇ, ਸ਼ਕਤੀਸ਼ਾਲੀ ਹੋਵੇ। ਜਦੋਂ ਇਨਸਾਨ ਅੰਦਰੋਂ ਸ਼ਕਤੀਸ਼ਾਲੀ ਹੈ ਤਾਂ ਫਿਰ ਬਾਹਰਲੇ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਨੂੰ ਉਹ ਤਿਆਰ ਰਹਿੰਦਾ ਹੈ ਕਿ ਮੈਨੂੰ ਪਰਵਾਹ ਕੋਈ ਨਹੀਂ, ਕਿਉਂਕਿ ਮੈਨੂੰ ਆਪਣੇ ਅੰਦਰ ਬੈਠੇ ਆਪਣੇ ਮਾਲਿਕ ਤੇ, ਆਪਣੇ ਅੰਦਰ ਬੈਠੀ ਮਾਲਿਕ ਦੀ ਰਹਿਮਤ ਤੇ ਪੂਰਾ, ਉਹਦੀ ਸ਼ਕਤੀ ਤੇ ਪੂਰਾ ਯਕੀਨ ਹੈ। ਇੱਕ ਵਾਰ ਨਾ ਬਹੁਤ ਜ਼ੋਰਾਂ ਦੀ ਹਵਾ ਚੱਲ ਰਹੀ ਸੀ, ਜਿੱਦਾਂ ਸਮਝ ਲਓ ਕਿ ਹਨੇਰ ਛਾਇਆ ਹੋਇਆ ਸੀ, ਕਾਲੇ ਬਾਦਲ, ਹਾਲੇ ਬਾਰਿਸ਼ ਨਹੀਂ ਸ਼ੁਰੂ ਹੋਈ ਪਰ ਹਨੇਰੀ ਚੱਲ ਰਹੀ ਸੀ। ਔਰ ਬਾਬਾ ਫਰੀਦ ਆਪਣੇ ਸੇਵਕਾਂ ਨਾਲ ਤੁਰੇ ਜਾ ਰਹੇ ਰਸਤੇ ਤੇ, ਤਾਂ ਸੇਵਕ ਕਹਿ ਰਹੇ, ਮਹਾਰਾਜ ਤੂਫਾਨ ਬੜੇ ਜ਼ੋਰਾਂ ਦਾ ਆ ਰਿਹਾ ਹੈ, ਚਾਰੋਂ ਤਰਫ ਕਾਲਾ ਬਾਦਲ ਛਾ ਚੁੱਕਾ ਹੈ, ਬਰਸਾਤ ਕਿਸੇ ਵੇਲੇ ਵੀ ਆ ਸਕਦੀ ਹੈ। ਜਦੋਂ ਸੇਵਕ ਇੰਨੀ ਗੱਲ ਕਹਿ ਰਹੇ ਤਾਂ ਚਲਦੇ ਚਲਦੇ ਬਾਬਾ ਫਰੀਦ ਰੁਕੇ ਔਰ ਇੱਕ ਪੇੜ ਦੀ ਤਰਫ ਦੇਖਣ ਲੱਗ ਗਏ। ਹੁਣ ਜਦੋਂ ਪੇੜ ਦੀ ਤਰਫ ਬਾਬਾ ਫਰੀਦ ਰੁਕੇ, ਉਹ ਦੇਖਿਆ ਕਿ ਇੰਨੀ ਤੇਜ਼ ਹਵਾ ਚੱਲ ਰਹੀ ਹੈ, ਇੰਨੀ ਤੇਜ਼ ਹਨੇਰੀ ਚੱਲ ਰਹੀ ਹੈ, ਪੂਰੇ ਪੇੜ ਜਿੱਦਾਂ ਹੁੰਦੇ ਨੇ ਇੱਕ ਸਾਈਡ ਨੂੰ ਝੁਕੇ ਹੋਏ ਹੈ, ਕਿਉਂਕਿ ਜਿੱਧਰ ਹਨੇਰੀ ਚੱਲ ਰਹੀ ਦੂਜੇ ਪਾਸੇ ਨੂੰ ਪੂਰੇ ਪੇੜ ਝੁਕੇ ਹੋਏ ਹੈ, ਔਰ ਚਾਰੋਂ ਪਾਸੇ ਕਾਲੇ ਬਾਦਲ। ਤਾਂ ਉਸ ਵੇਲੇ ਚਲਦੇ ਚਲਦੇ ਬਾਬਾ ਫਰੀਦ ਰੁਕੇ ਔਰ ਪੇੜ ਦੀ ਤਰਫ ਦੇਖ ਰਹੇ ਹੈ। ਤਾਂ ਸੇਵਕ ਕੀ ਕਹਿ ਰਹੇ ਹੈ, ਨਾਲ ਉਹਨਾਂ ਦੇ ਪਿਆਰੇ ਕੀ ਕਹਿ ਰਹੇ ਕਿ ਮਹਾਰਾਜ ਦੇਖੋ ਕਿੰਨੇ ਜ਼ੋਰਾਂ ਦੀ ਹਨੇਰੀ ਚੱਲ ਰਹੀ ਹੈ, ਲੱਗਦਾ ਬਹੁਤ ਜ਼ੋਰ ਨਾਲ ਤੂਫਾਨ ਆਣਾ, ਬਹੁਤ ਜ਼ੋਰ ਨਾਲ ਬਰਸਾਤ ਹੋਣੀ ਹੈ। ਪਰ ਬਾਬਾ ਫਰੀਦ ਦਾ ਧਿਆਨ ਉਹਦੀ ਗੱਲ ਵੱਲ ਨਹੀਂ ਹੈ, ਉਹਨਾਂ ਦਾ ਧਿਆਨ ਕਿੱਧਰ ਹੈ? ਬ੍ਰਿਕਸ਼ ਦੀ ਤਰਫ। ਔਰ ਬ੍ਰਿਕਸ਼ ਉੱਪਰ ਕੀ ਦੇਖ ਰਹੇ ਬਾਬਾ ਫਰੀਦ?
जरा समझना, पेड़ ऊपर की देख रहे हैं बाबा फरीद? पेड़ ऊपर देख रहे हैं कि एक पंछी बैठा है, इन्नी तेज हवा है, ਉਹਦੇ पंख भी जिदा पंछी भी घर पर अपनी डाली के उपर बड़ी मजबूती नाल बैठा होया, ਉਹਨੂੰ तूफान का कोई कह दो डर नहीं है, तूफान की कोई चिंता नहीं है कि इन्ना तेज तूफान है मैनू उड़ा के लै जाएगा इदा या उदा, कोई डर कोई चिंता नहीं, बैठा है वो। बाबा फरीद ਉਹਨੂੰ देख रहे हैं। हुण जिसने सवाल किया सी उन्हें भी जो देखा कि मैं कह रहा कि तूफान बड़ा तेज है, बहुत जोरों की बारिश आनी, पर बाबा फरीद का ध्यान, मेरे मुर्शद का ध्यान तो वृक्ष की तरफ है, तो उन्हें पूछ लिया कि ऐ मेरे मुर्शद की देख रहे हो? तो बाबा फरीद कहते हैं, हम जरा गौर करना, देख की रहे बाबा फरीद? बाबा फरीद की देख रहे हैं? कहते मैं देख रहा हाँ। जो पूछे ना की देख रहे हो, वो कहते मैं देख रहा हाँ उस पंछी नूं कि इन्ना तेज तूफान है, फिर भी वो डाल ते बैठा है बेफिक्र हो के, फिर भी डाल ते बैठा है बेफिक्र हो के। इसलिए मैं उन्होंने देख रहा हाँ कि ये पंछी दे अंदर मैनू दो चीज़ां नजर आ रही हैं। वो किहड़ियां चीज़ां? एक, इस पंछी नूं तूफान का कोई डर नहीं है। क्यों डर नहीं है? क्योंकि इसके अंदर दो चीज़ां मैं देख रही हैं। एक, इसनू अपने पंखों ते, और दूसरा इसनू अपने परमात्मा ते विश्वास है। जरा गौर करना, ये बड़ी गल समझने वाली गल है। पंखों ते विश्वास है कि मैं बैठा हाँ डाली ते, जे डाली टुट भी जाती है परवाह कोई नहीं, क्योंकि मेरे रब ने मैनू पंख दिते हुए है। ये पंखों का इस्तेमाल करूंगा तो इत्थों उड़ के किते चंगी जगह बैठ जाऊं। और दूसरा, जिसने मैनू पैदा किया है वो मेरा ईश्वर, मेरा रब मेरे नाल है, वो मेरी हिफाजत भी जरूर करेगा। हुण ये छोटी छोटियां घटना होंदियां जिहड़ियां सानू ज्ञान दिंदियां। फिर बाबा फरीद ने जदों ये गल कही, कहते अज ये पंछी नू देख के इंसान नू सीखना चाहिए है कि इतना बड़ा तूफान है, पर फिर भी देखो पंछी घबरा नहीं रहा, शांति ना बैठा है। कभी हवा चले ना किसी पेड़ के पंछी, तुसी भी देख लियो, वो कोई बेचैन होकर इधर उधर नहीं घूमेगा कि कभी ऐ नू जाएगा कभी ओ नू जाएगा, शांत होकर बैठा रहेगा, क्योंकि उन्होंने काते विश्वास है अपने पंखों ते और अपने रब ते कि जिसने मैनू पंख दिते है। ये हवा आंदी भी है, टहनी टुटती भी है, परवाह कोई नहीं, पंख सलामत है तो किते नवी जगह जावांगे, किते नवे पेड़ ते बैठ जावांगे, और मैनू बचाने वाला मेरा रब मेरे। बाबा फरीद ने कहा ये पंछी तो शिक्षा लो, सीखो। अज इंसान के जीवन च माड़ी ये दुखों की नेरी आती, बंदा डर जाता है, घबरा जाता, हाय मेरा की बनेगा, मैं कित्थे जाऊंगा, मैनू की होएगा, यानी वो सोचन लग जाता कि नहीं? हम जरा गौर करना, सोचन लग जाता बंदा, और कई बार होना कुछ भी नहीं होंदा, पर उसकी सोच, उसकी टेंशन ही उन्होंने बीमार कर देती है, उन्होंने परेशान कर देती, रातों की नींद चली जाती है, दिन का चैन चला जाता है, भुख चली जाती है, यानी रोटी खानी, रात की नींद छुट जाती है टेंशन दे विच। और फिर हुंदा की है, वो बीमारी या प्रॉब्लम जिहदे बारे सोचता है वो तो पता नहीं आनी है या नहीं आनी, पर सोच सोच के वो तकलीफ, वो दुख हुणे ही आ गया, हुणे बीमारियां ला लिया अपने आप, क्योंकि बॉडी अंदर जदों खुराक नहीं जानी, भोजन नहीं करना, या टाइम ना सोना नहीं है, रेस्ट नहीं देनी, तो फिर इन्हूं बीमारी तो कह दिओ लगनी है। बीमारियां ने तो घेरा पाना ही है। जे तां गड्डी 'च तेल नहीं पाना या गड्डी नूं 24 घंटे चालू ही रखना, रेस्ट ही नहीं देनी, तो फिर इंजन ने तो खराब होना ही है। इसी तरह साडे अंदर भी एक आत्म विश्वास होना जरूरी है कि अगर ये चीज चली भी गई तो मैं टेंशन नहीं लेनी, क्योंकि मैनू अपने आप पे विश्वास है, अपने मालिक पे विश्वास है। अज ये चीज गई भी है तो मेरा मालिक इस तो चंगी रहेगा, इस तो वधिया बेटर मिलेगा मैनू। क्योंकि इत्थे एक गल याद रखनी कि फर्ज करो अगर तुहाडा धन कोई चोरी करके लै गया, या तुहाडा धन किते घट गया, हुण ओहदे बारे सोच के चिंता ना करिए, बल्कि विश्वास रखिए कि जिन्ना गया है मैनू अपने मालिक ते यकीन है, मैं मेहनत करनी है तो 10 गुना ज्यादा मेरा मालिक देगा। अगर ओहदे वल ध्यान रखिए तो खुशी आती है, तो जे गए हुए वल ध्यान रख के ओहदे बारे सोची जाइए तो दुख ही बधणगे, टेंशन ही बधणगी, गए हुए ने तो आना नहीं। पर जिंदगी च जिहड़ी अपनी शांति है, सुकून है, वह भी असीं जिदा। इत्थे एक फकीरां दा बड़ा प्यारा वाकिया याद आ गया सानूं। एक फकीर तुरे जा रहे, एक आदमी आया, उन्होंने फकीरां नूं बुरा बोलिया, फकीर हसन लग पे,
ਉਹਨੇ ਫਿਰ ਗਾਲਾਂ ਕੱਢੀਆਂ, ਬੁਰਾ ਬੋਲਿਆ। ਫਕੀਰ ਹੋਰ ਉੱਚੀ ਹੱਸੇ। ਉਹ ਬੁਰਾ ਬੋਲ ਰਿਹਾ, ਫਕੀਰ ਹੱਸ ਰਹੇ ਹੈ। ਔਰ ਜਦੋਂ ਉਹ ਬੋਲ ਬੋਲ ਕੇ ਚਲਾ ਗਿਆ, ਫਕੀਰਾਂ ਨੇ ਆਪਣੇ ਮੁੰਡੇ 'ਚ ਥਾਪੀ ਮਾਰੀ, ਕਹਿੰਦੇ ਸ਼ਾਬਾਸ਼, ਸ਼ਾਬਾਸ਼, ਬਹੁਤ ਸਮਝਦਾਰ ਹੈ ਤੂੰ, ਸ਼ਾਬਾਸ਼। ਉਹ ਇੱਕ ਬੰਦਾ ਦੇਖ ਰਿਹਾ ਸੀ, ਕਹਿੰਦਾ ਇਹ ਕੀ ਗੱਲ ਹੋ ਰਹੀ ਹੈ ਬਈ, ਇਹ ਕੀ ਕਹਾਣੀ ਹੈ। ਉਹ ਬੰਦਾ ਗਾਲੀ ਕੱਢ ਰਿਹਾ ਸੀ, ਫਕੀਰ ਹੱਸੀ ਜਾ ਰਹੇ ਸੀ। ਔਰ ਜਦੋਂ ਗਾਲਾਂ ਗੁਲਾ ਕੱਢ ਕੇ ਚਲਾ ਗਿਆ, ਫਕੀਰਾਂ ਨੇ ਆਪਣੇ ਮੁੰਡੇ 'ਤੇ ਥਾਪੀ ਮਾਰੀ ਕਿ ਸ਼ਾਬਾਸ਼, ਸ਼ਾਬਾਸ਼, ਬਹੁਤ ਹੁਸ਼ਿਆਰ ਹੈ ਤੂੰ, ਬਹੁਤ ਸਮਝਦਾਰ ਹੈ ਤੂੰ, ਸ਼ਾਬਾਸ਼। ਉਹਨੇ ਪੁੱਛਿਆ ਮਹਾਰਾਜ ਇਹ ਕੀ ਹੋ ਰਿਹਾ ਸੀ? ਉਹ ਤੁਹਾਨੂੰ ਬੁਰਾ ਬੋਲ ਰਿਹਾ ਸੀ, ਤੁਸੀਂ ਹੱਸ ਰਹੇ ਸੀ। ਉਹ ਤੁਹਾਨੂੰ ਬੁਰਾ ਬੋਲ ਰਿਹਾ ਸੀ, ਤੁਸੀਂ ਮੁਸਕਰਾ ਰਹੇ ਸੀ। ਔਰ ਜਦੋਂ ਉਹ ਆਪਣੇ ਦਿਲ ਦੀ ਭੜਾਸ ਕੱਢ ਕੇ ਚਲਾ ਗਿਆ, ਫਿਰ ਤੁਸੀਂ ਆਪਣੇ ਮੁੰਡੇ ਤੇ ਗਿਆ, ਸ਼ਾਬਾਸ਼, ਬਹੁਤ ਸਮਝਦਾਰ ਹੈ ਤੂੰ, ਬਹੁਤ ਅਕਲਮੰਦ ਹੈ, ਸ਼ਾਬਾਸ਼। ਮਹਾਰਾਜ ਇਹ ਕੀ ਸੀ? ਮੈਂ ਸਮਝਿਆ ਨਹੀਂ ਕੁਛ। ਫਕੀਰ ਕਹਿੰਦੇ ਇੱਧਰ ਆ, ਲਾਗੇ ਆ ਜਰਾ, ਤੈਨੂੰ ਸਮਝਾਈਏ। ਹੁਣ ਤੁਸੀਂ ਵੀ ਇਹ ਗੱਲ ਦਾ ਜਵਾਬ ਦੇਣਾ ਜੋ ਫਕੀਰਾਂ ਨੇ ਉਹਨੂੰ ਪੁੱਛਿਆ। ਉਹ ਕਹਿੰਦੇ ਇੱਕ ਗੱਲ ਦੱਸ ਸਾਨੂੰ ਕਿ ਅਗਰ ਤੇਰੇ ਕੋਲ ਹੀਰੇ ਮੋਤੀ ਹੈ ਔਰ ਕੋਈ ਠੱਗ ਆਂਦਾ ਹੈ, ਕੋਈ ਚੋਰ ਆਂਦਾ ਹੈ ਉਹਨਾਂ ਹੀਰੇ ਮੋਤੀਆਂ ਨੂੰ ਚੁਰਾਉਣ ਵਾਸਤੇ, ਤੈਨੂੰ ਠੱਗਣ ਵਾਸਤੇ, ਔਰ ਉਹ ਆ ਕੇ ਆਪਣੀ ਪੂਰੀ ਕੋਸ਼ਿਸ਼ ਕਰਦਾ ਹੈ ਕਿ ਕਿਸੇ ਤਰ੍ਹਾਂ ਤੇਰੇ ਹੀਰੇ ਮੋਤੀਆਂ ਨੂੰ ਚੁਰਾ ਲਵਾਂ, ਤੇਰੇ ਕੋਲੋਂ ਖੋਹ ਲਵਾਂ ਔਰ ਤੈਨੂੰ ਕੰਗਾਲ ਕਰਕੇ ਚਲਾ ਜਾਵਾਂ। ਪਰ ਅਗਰ ਉਹ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੇਰੇ ਕੋਲੋਂ ਹੀਰੇ ਮੋਤੀ ਚੁਰਾ ਨਾ ਸਕੇ, ਤੇਰਾ ਧਨ ਚੁਰਾ ਨਾ ਸਕੇ, ਤਾਂ ਫਿਰ ਤੂੰ ਆਪਣੇ ਆਪ ਨੂੰ ਕੀ ਕਹੂੰਗਾ, ਬੇਵਕੂਫ ਜਾਂ ਸਮਝਦਾਰ? ਜਵਾਬ ਦਿਓ। ਆਵਾਜ਼ ਨਹੀਂ ਆਈ। ਕੀ ਕਹੋਗੇ? ਸਮਝਦਾਰ ਕਹੋਗੇ। ਕਿਉਂ ਸਮਝਦਾਰ ਕਹੋਗੇ? ਕਿ ਮੇਰੇ ਕੋਲ ਧਨ ਸੀ, ਉਹ ਅਗਲਾ ਚਲਾਕ ਠੱਗ ਆਇਆ, ਉਹਨਾਂ ਬੜੀ ਕੋਸ਼ਿਸ਼ ਕੀਤੀ, ਬੜੇ ਯਤਨ ਲਾਏ ਕਿ ਕਿਸੇ ਤਰ੍ਹਾਂ ਮੇਰਾ ਧਨ ਚੁਰਾ ਲਵੇ, ਮੇਰੇ ਕੋਲ ਹੀਰੇ ਮੋਤੀ ਚੁਰਾ ਲਵੇ, ਪਰ ਲੱਖ ਉਹਦੀਆਂ ਕੋਸ਼ਿਸ਼ਾਂ ਬੇਕਾਰ ਗਈਆਂ, ਮੇਰਾ ਧਨ ਮੇਰੇ ਕੋਲ ਹੀ ਰਿਹਾ, ਤਾਂ ਉਹ ਖਾਲੀ ਆਇਆ ਸੀ ਤਾਂ ਖਾਲੀ। ਤਾਂ ਫਿਰ ਕਹਿਣਾ ਹੈ ਕਿ ਨਹੀਂ ਕਿ ਖੁਸ਼ੀ ਦੀ ਵੀ ਗੱਲ ਹੈ ਔਰ ਆਪਣੇ ਆਪ ਨੂੰ ਸ਼ਾਬਾਸ਼ ਦੇਣ ਦੀ ਵੀ ਗੱਲ ਹੈ, ਸ਼ਾਬਾਸ਼ ਬਈ ਤੂੰ ਬਹੁਤ ਸਮਝਦਾਰ ਹੈ। ਹੁਣ ਮੂਰਖ ਕੌਣ ਹੁੰਦਾ ਹੈ? ਮੂਰਖ ਉਹ ਹੁੰਦਾ ਹੈ ਕਿ ਕਿਸੇ ਕੋਲ ਧਨ ਹੈ, ਕੋਈ ਆਵੇ ਆ ਦੋ ਚਾਰ ਉਹਦੇ ਨਾਲ ਹੇਰਾ ਫੇਰੀਆਂ ਕਰੇ ਤਾਂ ਸਾਰਾ ਧਨ ਲੁੱਟ ਕੇ ਲੈ ਜਾਵੇ, ਤਾਂ ਅਸੀਂ ਕੀ ਕਵਾਂਗੇ ਉਹਨੂੰ? ਇਹ ਬੰਦਾ ਕਿੰਨਾ ਬੇਵਕੂਫ ਸੀ, ਉਹਦੇ ਮਗਰ ਲੱਗ ਗਿਆ। ਉਹ ਚੋਰ ਆਇਆ, ਚੋਰੀ ਕਰਕੇ ਲੈ ਗਿਆ, ਤੂੰ ਕਿਤੇ ਸੁੱਤਾ ਪਿਆ ਸੀ, ਤੂੰ ਹੋਸ਼ ਵਿੱਚ ਹੈ ਨਹੀਂ ਸੀ। ਏਦਾਂ ਹੀ ਕਵਾਂਗੇ ਕਿ ਨਹੀਂ? ਅਸੀਂ ਕਵਾਂਗੇ ਮੂਰਖ। ਉਹ ਚੋਰ ਆਇਆ, ਇਹਦੀ ਜੇਬ ਕੱਟ ਕੇ ਲੈ ਗਿਆ, ਭਾਈ ਤੇਰਾ ਧਿਆਨ ਕਿੱਥੇ ਸੀ? ਤੂੰ ਮੂਰਖ ਸੀ ਕਿ ਤੈਨੂੰ ਪਤਾ ਹੀ ਨਹੀਂ ਲੱਗਾ ਕਿ ਕਿਹੜੇ ਵੇਲੇ ਚੋਰ ਆਇਆ ਤਾਂ ਤੇਰੀ ਜੇਬ ਕੱਟ ਕੇ ਤੇਰਾ ਧਨ ਚੁਰਾ ਕੇ ਲੈ ਗਿਆ? ਉਹ ਪਾਗਲ, ਤੇਰਾ ਧਿਆਨ ਕਿੱਥੇ ਸੀ? ਤੂੰ ਤਾਂ ਮੂਰਖ ਹੈ। ਤਾਂ ਜਿਹੜਾ ਕਵੇ ਉਹ ਲੈ ਵੀ ਚੋਰ ਤਾਂ ਆਇਆ ਸੀ, ਮੇਰੀ ਜੇਬ ਕੱਟਣ ਦੀ ਕੋਸ਼ਿਸ਼ ਕੀਤੀ, ਮੇਰਾ ਧਨ ਚੁਰਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਚੋਰੀ ਨਹੀਂ ਹੋਣ ਦਿੱਤਾ, ਮੈਂ ਆਪਣਾ ਧਨ ਬਚਾ ਲਿਆ। ਤਾਂ ਇਹ ਖੁਸ਼ੀ ਦੀ ਗੱਲ ਵੀ ਹੈ ਕਿ ਮੇਰਾ ਧਨ ਬਚ ਗਿਆ, ਔਰ ਇਹ ਖੁਸ਼ੀ ਦੀ ਗੱਲ ਵੀ ਹੈ ਕਿ ਮੈਂ ਕਿੰਨਾ ਅਕਲਮੰਦ ਹਾਂ, ਉਹਨਾਂ ਤਾਂ ਕੋਸ਼ਿਸ਼ ਕੀਤੀ ਸੀ ਪਰ ਮੇਰਾ ਕੁਝ ਵੀ ਲੈ ਕੇ ਨਹੀਂ ਗਿਆ। ਕਹਿੰਦੇ ਫਿਰ ਦੱਸ ਇਹਨੂੰ ਕੀ ਕਹੂੰਗਾ ਤੂੰ? ਕਹਿੰਦਾ ਮਹਾਰਾਜ ਇਹ ਤਾਂ ਖੁਸ਼ੀ ਦੀ ਗੱਲ ਹੀ ਹੋਏਗੀ, ਹੱਸਣ ਦੀ ਗੱਲ ਹੀ ਹੋਏਗੀ। ਕੋਈ ਆਵੇ ਔਰ ਧਨ ਚੋਰੀ ਕਰਕੇ ਨਾ ਲਿਜਾਵੇ, ਤਾਂ ਜਿਹਦਾ ਧਨ ਹੈ ਉਹਦੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਉਹ ਆਇਆ ਠੱਗ, ਆਇਆ ਚੋਰ, ਪਰ ਕੁਝ ਲੈ ਕੇ ਗਿਆ ਹੀ ਨਹੀਂ, ਖਾਲੀ ਆਇਆ ਖਾਲੀ ਚਲਾ ਗਿਆ। ਤਾਂ ਧਨ ਦੇ ਮਾਲਿਕ ਵਾਸਤੇ ਖੁਸ਼ੀ ਦੀ ਗੱਲ ਹੈ, ਸਮਝਦਾਰੀ ਦੀ ਗੱਲ ਹੈ। ਕਹਿੰਦੇ ਫਿਰ ਉਹੀ ਤਾਂ ਅਸੀਂ ਕੀਤਾ, ਤਾਂ ਹੀ ਤਾਂ ਆਪਣੇ ਪਿੱਠ ਨੂੰ ਠੋਕਿਆ ਕਿ ਸ਼ਾਬਾਸ਼ ਤੂੰ ਬਹੁਤ ਅਕਲਮੰਦ ਹੈ। ਜਦੋਂ ਉਹ ਗਾਲੀ ਮੈਨੂੰ ਦੇ ਰਿਹਾ ਸੀ, ਉਹ ਚੋਰ ਸੀ, ਉਹ ਠੱਗ ਸੀ, ਉਹ ਗਾਲੀ ਦੇ ਕੇ, ਉਹ ਬੁਰੇ ਸ਼ਬਦ ਬੋਲ ਕੇ ਮੇਰੀਆਂ ਖੁਸ਼ੀਆਂ ਦਾ ਧਨ, ਮੇਰੀ ਸ਼ਾਂਤੀ ਦਾ ਧਨ ਚੋਰੀ ਕਰਨਾ ਚਾਹੁੰਦਾ ਸੀ। ਪਰ ਮੈਂ ਇੰਨਾ ਮਜ਼ਬੂਤ ਸਮਝਦਾਰ, ਮੈਂ ਕਿਹਾ ਤੂੰ ਕੱਢੀ ਆ ਗਾਲਾਂ, ਓਏ ਚੋਰਾ ਮੇਰੀ ਖੁਸ਼ੀ ਚੁਰਾਣ ਆਇਆ, ਉਹ ਠਗਾ ਮੇਰੀ ਖੁਸ਼ੀ ਚੁਰਾਣ ਆਇਆ, ਲਾਲਾ ਯੋਰ ਮੈਂ ਇੰਨਾ ਸਮਝਦਾਰ ਆ ਕਿ ਆਪਣੀ ਖੁਸ਼ੀ ਦੇ ਹੀਰੇ ਤੇਰੇ ਹੱਥ ਨਹੀਂ ਦੇਣੇ। ਤੂੰ ਮੈਨੂੰ ਠੱਗ ਨਹੀਂ ਸਕਦਾ, ਤੂੰ ਮੈਨੂੰ ਮੇਰਾ ਧਨ ਨਹੀਂ ਚੁਰਾ ਸਕਦਾ। ਤੂੰ ਉਹ ਯੋਰ ਲਾ ਰਿਹਾ ਸੀ ਮੇਰੀ ਖੁਸ਼ੀ ਨੂੰ ਕੱਢਣ ਲਈ ਕਿ ਇਹਦੀ ਖੁਸ਼ੀ ਖਤਮ ਹੋਵੇ, ਇਹਦੀ ਸ਼ਾਂਤੀ ਖਤਮ ਹੋਵੇ, ਇਹਦੇ ਅੰਦਰ ਗੁੱਸਾ ਆਵੇ, ਇਹਦੇ ਅੰਦਰ ਦੁੱਖ ਪੈਦਾ ਹੋਵੇ। ਪਰ ਮੈਂ ਸਮਝਦਾਰ ਸੀ ਕਿ ਮੈਂ ਆਪਣੀ ਖੁਸ਼ੀ ਨੂੰ ਬਚਾ ਲਿਆ, ਆਪਣੀ ਸ਼ਾਂਤੀ ਨੂੰ ਬਚਾ ਲਿਆ, ਆਪਣੇ ਅੰਦਰਲੇ ਆਨੰਦ ਨੂੰ ਬਚਾ ਲਿਆ। ਉਹ ਲਾਂਦਾ ਰਿਹਾ ਯੋਰ, ਲਾਂਦਾ ਰਿਹਾ ਯੋਰ, ਇੱਕ ਕੋਸ਼ਿਸ਼, ਦੋ ਕੋਸ਼ਿਸ਼, 10 ਕੋਸ਼ਿਸ਼ਾਂ ਕੀਤੀਆਂ, ਪਰ ਮੇਰੀ ਖੁਸ਼ੀ ਨੂੰ ਚੁਰਾ ਨਹੀਂ ਪਾਇਆ, ਮੇਰੇ ਆਨੰਦ ਨੂੰ ਚੁਰਾ ਨਹੀਂ ਪਾਇਆ, ਮੇਰੀ ਸ਼ਾਂਤੀ ਨੂੰ ਚੁਰਾ ਨਹੀਂ ਪਾਇਆ। ਇਸ ਲਈ ਜਦੋਂ ਕੋਸ਼ਿਸ਼ ਕਰਕੇ ਚਲਾ ਗਿਆ, ਮੈਂ ਆਪਣੇ ਆਪ ਨੂੰ ਸ਼ਾਬਾਸ਼ ਦਿੱਤੀ, ਸ਼ਾਬਾਸ਼ ਤੂੰ ਬਹੁਤ ਸਮਝਦਾਰ ਹੈ। ਜੇ ਕਿਤੇ ਅੱਜ ਉਹ ਤੇਰੀ ਖੁਸ਼ੀ ਚੁਰਾ ਕੇ ਲੈ ਜਾਂਦਾ, ਅੱਜ ਕਿਤੇ ਤੇਰੀ ਸ਼ਾਂਤੀ ਚੁਰਾ ਕੇ ਲੈ ਜਾਂਦਾ, ਤਾਂ ਤੂੰ ਸਭ ਤੋਂ ਮੂਰਖ ਹੋਣਾ ਸੀ। ਕਿ ਉਹ ਆਇਆ, ਉਹਨਾਂ ਕੋਸ਼ਿਸ਼ ਕੀਤੀ, ਤੇਰਾ ਸਭ ਕੁਝ ਲੈ ਗਿਆ, ਤਾਂ ਫਿਰ ਇਹਦਾ ਮਤਲਬ ਤੂੰ ਬੇਵਕੂਫ। ਹੁਣ ਇਸ ਘਟਨਾ ਤੋਂ ਤੁਸੀਂ ਕੀ ਆਪਣੇ ਆਪ ਨੂੰ ਕਹਿੰਦੇ ਹੋ? ਕਿ ਤੁਸੀਂ ਸਮਝਦਾਰੀ ਵਾਲਾ ਜੀਵਨ ਜੀ ਰਹੇ ਹੋ ਜਾਂ ਬੇਵਕੂਫੀ ਵਾਲਾ ਜੀਵਨ ਜੀ ਰਹੇ ਹੋ? ਕਿ ਤੁਸੀਂ ਹੱਸ ਰਹੇ ਹੋ, ਕੋਈ ਆਵੇ ਆ ਕੇ ਤੁਹਾਨੂੰ ਮਾੜਾ ਜਿਹਾ ਬੁਰਾ ਬੋਲ ਦੇਵੇ, ਤੁਹਾਡੀ ਹੱਸੀ ਖਤਮ, ਗੁੱਸਾ ਆ ਗਿਆ, ਇਹਦਾ ਮਤਲਬ ਉਹ ਆਇਆ,
ਉਹਨਾਂ ਮਾੜੀ ਜਿਹੀ ਕੋਸ਼ਿਸ਼ ਕੀਤੀ ਤਾਂ ਤੁਹਾਡੀਆਂ ਖੁਸ਼ੀਆਂ ਧਨ ਲੈ ਕੇ ਚਲਾ ਗਿਆ, ਤਾਂ ਫਿਰ ਤੁਸੀਂ ਆਪਣੇ ਆਪ ਨੂੰ ਕਹਿੰਦੇ ਮੇਰੇ ਵਰਗਾ ਅਕਲਮੰਦ ਸਮਝਦਾਰ ਕੋਈ ਹੈ ਨਹੀਂ। ਅਸੀਂ ਕਹਾਂਗੇ ਨਹੀਂ, ਕਿਸੇ ਦੇ ਬੋਲਣ ਨਾਲ ਅਗਰ ਤੁਹਾਡੀ ਸ਼ਾਂਤੀ ਚਲੀ ਜਾਂਦੀ ਹੈ, ਕਿਸੇ ਦੇ ਬੋਲਣ ਨਾਲ ਅਗਰ ਤੁਹਾਡੀ ਖੁਸ਼ੀ ਚਲੀ ਜਾਂਦੀ ਹੈ, ਤਾਂ ਅਸੀਂ ਇਹ ਮੂਰਖਤਾ ਕਰ ਰਹੇ ਹਾਂ। ਕਿਉਂਕਿ ਅਗਲੇ ਨੇ, ਦੁਨੀਆ ਨੇ ਤਾਂ ਕੋਸ਼ਿਸ਼ ਕਰਨੀ ਹੈ, ਦੂਜੇ ਨੇ ਤਾਂ ਕੋਸ਼ਿਸ਼ ਕਰਨੀ ਹੈ ਕਿ ਕਿਸੇ ਤਰ੍ਹਾਂ ਹੱਸਦੇ ਨੂੰ ਰਵਾਵਾਂ, ਕਿਸੇ ਤਰ੍ਹਾਂ ਹੱਸਦੇ ਨੂੰ ਰਵਾਵਾਂ, ਕਿਸੇ ਤਰ੍ਹਾਂ ਸੁਖੀ ਨੂੰ ਦੁਖੀ ਕਰਾਂ। ਪਰ ਇਹ ਸਾਡੇ ਤੇ ਹੈ ਨਾ, ਕੋਈ ਕੋਸ਼ਿਸ਼ ਕਰੇ ਸਾਡੇ ਕੋਲ ਖੁਸ਼ੀਆਂ ਦਾ ਧਨ ਚੁਰਾਉਣ ਦੀ, ਸਾਡੇ ਤੋਂ ਆਨੰਦ ਦਾ ਧਨ ਚੁਰਾਉਣ ਦੀ, ਤਾਂ ਭਾਈ ਤੂੰ ਕਰ ਕੋਸ਼ਿਸ਼, ਕੱਢ ਗਾਲੀ, ਪਰ ਇਹ ਧਨ ਤੇ ਸਾਡਾ ਕੰਟਰੋਲ ਹੈ, ਮੈਨੂੰ ਬਾਹਰ ਜਾਣ ਹੀ ਨਹੀਂ ਦੇਣਾ। ਤੂੰ ਆਪਣਾ ਕੰਮ ਕਰ, ਮੈਂ ਆਪਣਾ ਕੰਮ ਕਰਨਾ ਹੈ। ਇਸ ਲਈ ਇਹ ਪੁਆਇੰਟ ਤੁਸੀਂ ਵੀ ਨੋਟ ਕਰਨਾ ਹੈ ਕਿ ਆਪਣੇ ਜੀਵਨ 'ਚ ਜਦ ਵੀ ਕੋਈ ਤੁਹਾਡੇ ਜੀਵਨ ਦੇ ਵਿੱਚ ਕੋਈ ਬੁਰੀ ਹਰਕਤ ਕਰਦਾ ਹੈ, ਕੋਈ ਬੁਰਾ ਬੋਲਦਾ, ਤਾਂ ਸਮਝ ਲਓ ਇਹ ਉਹ ਠੱਗ ਹੈ, ਉਹ ਚੋਰ ਹੈ, ਜਿਹੜਾ ਮੇਰੀ ਖੁਸ਼ੀ ਨੂੰ ਚੁਰਾਉਣ ਆਇਆ ਹੈ, ਜਿਹੜਾ ਮੇਰੇ ਆਨੰਦ ਨੂੰ ਚੁਰਾਉਣ ਆਇਆ ਹੈ, ਜਿਹੜਾ ਮੇਰੇ ਸ਼ਾਂਤੀ ਨੂੰ ਚੁਰਾਉਣ ਆਇਆ ਹੈ। ਕਿ ਉਹਨਾਂ ਹਰਕਤ ਉੱਦਾਂ ਦੀ ਕਰਨੀ ਹੈ ਕਿ ਇਹ ਹੱਸਦਾ ਵੀ ਗੁੱਸੇ ਨਾਲ ਭਰ ਜਾਵੇ, ਇਹ ਹੱਸਦਾ ਵੀ ਰੋਣ ਲੱਗ ਜਾਵੇ। ਪਰ ਨਹੀਂ, ਮੈਂ ਇੰਨਾ ਮੂਰਖ ਨਹੀਂ ਹੈ ਕਿ ਇਹਦੀ ਗੱਲ ਸੁਣ ਕੇ ਆਪਣੀ ਖੁਸ਼ੀ ਨੂੰ ਖਤਮ ਕਰਕੇ ਰੋਣਾ ਸ਼ੁਰੂ ਕਰ ਦੇਵਾਂ, ਜਾਂ ਇਹਦੀ ਗੱਲ ਸੁਣ ਕੇ ਆਪਣੀ ਸ਼ਾਂਤੀ ਨੂੰ ਛੱਡ ਕੇ ਗੁੱਸੇ ਨਾਲ ਆਗ ਬਬੂਲਾ ਹੋ ਜਾਵਾਂ। ਕਿਉਂਕਿ ਜਦੋਂ ਆਗ ਬਬੂਲਾ ਹੋਵਾਂਗੇ, ਗੁੱਸਾ ਕਰਾਂਗੇ, ਤਾਂ ਨੁਕਸਾਨ ਉਹ 'ਚ ਕਿਹਦਾ ਹੈ? ਆਪਣਾ ਹੀ ਹੈ ਨਾ। ਇਸ ਲਈ ਅਸੀਂ ਤਾਂ ਇੱਕ ਪੁਆਇੰਟ ਤੁਹਾਨੂੰ ਕਹਾਂਗੇ, ਨੋਟ ਕਰ ਲੈਣਾ कि मुश्किलें खड़ी करने वाले लोगों पर कभी गुस्सा मत करो। मुश्किलें खड़ी करने वाले लोगों पर कभी गुस्सा मत करो, क्योंकि मुश्किलों का सामना करके ही आपकी बुद्धि और आपकी आंतरिक शक्ति का विकास होता है। ये पॉइंट लिखो, जरा गौर करना कि अगर कोई तुहाडे जीवन च मुश्किल हालात खड़े कर दिंदा ना, उत्ते गुस्सा ना करो। ਉਹਨੂੰ ਇਹ ਨਾ ਕਹੋ ਇਹ ਕੀ ਕਰ ਰਿਹਾ ਹੈ, ਬਲਕਿ ਕਹੋ ਕੋਈ ਗੱਲ ਨਹੀਂ, ਕਿਉਂਕਿ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਬੰਦੇ ਦੀ ਅਕਲ ਵੀ ਵੱਧਦੀ ਹੈ ਔਰ ਬੰਦਾ ਆਂਤਰਿਕ ਤੌਰ ਤੇ ਵੀ ਮਜ਼ਬੂਤ ਹੁੰਦਾ ਹੈ। ਹੁਣ ਜ਼ਰਾ ਸੋਚ ਕੇ ਦੇਖਣਾ ਤੁਸੀਂ ਕਿ ਅਗਰ ਤੁਸੀਂ ਇਹ ਕਿੱਦਾਂ ਦੇ ਰਸਤੇ ਜਾ ਰਹੇ ਹੋ ਜਿਹੜਾ ਪਲੇਨ ਹੀ ਹੈ, ਪਲੇਨ ਦਾ ਮਤਲਬ ਉੱਥੇ ਕੋਈ ਰੁਕਾਵਟ ਨਹੀਂ ਹੈ, ਬੜਾ ਸਾਫ਼ ਸੁਥਰਾ ਰਸਤਾ ਹੈ, ਤਾਂ ਤੁਸੀਂ ਆਰਾਮ ਨਾਲ ਚਲੇ ਜਾਂਦੇ। ਪਰ ਇੱਕ ਦੂਜਾ ਰਸਤਾ ਹੈ ਜਿਹ 'ਚ ਉਤਾਰ ਵੀ ਹੈ, ਚੜ੍ਹਾਅ ਵੀ ਹੈ, ਟੇਢੇ ਮੇਢੇ ਮੋੜ ਵੀ ਹੈ। ਹੁਣ ਜਦੋਂ ਤੁਸੀਂ ਉਸ ਰਸਤੇ 'ਤੇ ਚੱਲ ਕੇ ਅੱਗੇ ਵੱਧਦੇ ਹੋ ਨਾ, ਤਾਂ ਤੁਹਾਡੀ ਸਮਝ ਵੀ ਵੱਧਦੀ ਹੈ, ਤੁਹਾਡੀ ਸਰੀਰਕ ਸ਼ਕਤੀ ਵੀ ਕਹਿ ਦਿਓ ਵੱਧਦੀ ਹੈ। ਜਿਹਦਾ ਇੱਕ ਕਹਾਣੀ ਗਿਆਨ ਦੇਣ ਵਾਸਤੇ ਬਣਾਈ ਗਈ ਹੈ ਕਿ ਇੱਕ ਰਾਜਾ ਸੀ, ਉਹਨਾਂ ਨੇ ਆਪਣੇ ਰਾਜਿਆਂ 'ਚ ਇੱਕ ਨਿਯਮ ਬਣਾਇਆ ਸੀ। ਨਿਯਮ ਕੀ ਸੀ ਕਿ ਜਦੋਂ ਬੱਚਾ ਪੈਦਾ ਹੋ ਜਾਵੇ, ਜਦੋਂ ਬੱਚਾ ਪੈਦਾ ਹੋ ਜਾਵੇ, ਰੁੜਨਾ ਸ਼ੁਰੂ ਕਰ ਦੇਵੇ, ਤਾਂ ਉਹਦੇ ਨਾਲ ਇੱਕ ਛੋਟਾ ਜਿਹਾ ਵਜਨ ਬੰਨ੍ਹ ਦਿਓ, ਜਿੱਦਾਂ ਕਹਿ ਲਓ 50 ਗ੍ਰਾਮ। ਫਿਰ ਜਦੋਂ ਤੁਰਨਾ ਸ਼ੁਰੂ ਕਰ ਦੇਵੇ, ਉਹਦੇ ਨਾਲ ਵਜਨ ਬੰਨ੍ਹ ਦਿਓ 100 ਗ੍ਰਾਮ। ਜਿੱਦਾਂ ਜਿੱਦਾਂ ਬੜਾ ਹੋਵੇ, ਉਹਦੀ ਬਾਡੀ ਨਾਲ ਵਜਨ ਵੀ ਬੰਨ੍ਹਦੇ ਚਲੇ ਜਾਓ। ਹੁਣ ਕਹਿੰਦੇ ਜਿੱਦਾਂ ਜਿੱਦਾਂ ਬੱਚਾ ਬੜਾ ਹੋ ਰਿਹਾ, ਹੁਣ ਜਿਹੜੇ ਬੜੇ ਹੈ, ਕਿਉਂਕਿ ਬਚਪਨ ਤੋਂ ਨਾਲ ਉਹਨਾਂ ਦੇ ਇੱਕ weight ਬੰਨਿਆ ਗਿਆ, weight ਯਾਨੀ ਵਜਨ। ਹੁਣ ਜਿਹੜੇ ਬੜੇ ਹੈ, ਦੇਖਿਆ ਕਿ 12-13 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ 50-50 ਕਿਲੋ ਦਾ ਵਜਨ ਉਹ ਚੱਕ ਕੇ ਤੁਰ ਰਹੇ ਹੈ। ਜਿਹੜੇ 30 ਸਾਲ ਦੇ ਹੈ, ਉਹ ਕੁਆਂਟਲ ਵਜਨ ਚੱਕ ਕੇ ਤੁਰ ਰਹੇ ਹੈ। ਔਰ ਇੱਥੇ ਤੱਕ ਕਹਾਣੀ ਹੈ ਕਿ ਜਿਹੜੇ ਬਜ਼ੁਰਗ ਹੈ 1.5 ਕੁਆਂਟਲ ਵਜਨ ਚੱਕ ਕੇ ਤੁਰ ਰਹੇ ਹੈ, ਕਿਉਂਕਿ ਅਭਿਆਸ ਹੋ ਗਿਆ। ਤਾਂ ਕਿਸੇ ਨੇ ਪੁੱਛਿਆ, ਮਹਾਰਾਜ ਇਹ ਕਿਉਂ? ਉਹ ਕਹਿੰਦਾ ਇਹ ਇਸ ਲਈ ਕਿ ਮੇਰੇ ਰਾਜਿਆਂ ਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇਨਸਾਨ ਮਜ਼ਬੂਤ ਹੈ, ਸਟਰੋਂਗ ਹੈ। ਕੋਈ ਦੂਸਰੀ ਸੈਨਾ ਕਦੀ ਸੋਚ ਵੀ ਨਹੀਂ ਸਕਦੀ ਐਸੇ ਰਾਜੇ ਤੇ ਹਮਲਾ ਕਰਨ ਵਾਸਤੇ ਜਿੱਥੇ ਦਾ 100 ਸਾਲ ਦਾ ਬਜ਼ੁਰਗ ਵੀ 1.5 ਕੁਆਂਟਲ ਵਜਨ ਚੱਕ ਕੇ ਘੁੰਮਦਾ ਹੋਵੇ। ਜਰਾ ਸੋਚੋ, ਸਮਝ ਆਈ ਕਿ ਨਹੀਂ ਕਹਾਣੀ? ਅਗਰ ਬਚਪਨ ਤੋਂ ਥੋੜਾ ਥੋੜਾ ਵਜਨ ਵਧਾਉਂਦੇ ਜਾ ਰਹੇ ਹਰ ਸਾਲ, ਤਾਂ ਕਹਿੰਦੇ ਸੋਚੋ ਜੇ ਹੁਣ ਇੱਕ ਬਜ਼ੁਰਗ ਹੈ, ਲਾਠੀ ਫੜ ਕੇ ਤੁਰਿਆ ਹੈ, ਕਮਰ ਝੁਕੀ ਹੋਈ ਹੈ, ਤਾਂ ਕੋਈ ਗੱਲ ਹੋ ਜਾਵੇ ਜਾਂ ਕੋਈ ਤੁਹਾਡੇ ਨਾਲ ਕਹਾ ਸੁਣੀ ਹੋ ਜਾਵੇ, ਤੁਸੀਂ ਕਹਿਣਾ ਬਜ਼ੁਰਗਾ ਦੌੜ ਜਾ ਇੱਥੋਂ, ਕਿਤੇ ਐਵੇਂ ਨਾ ਕੁੱਟ ਖਾ ਲਈ, ਕਿਉਂਕਿ ਤੇਰੀ ਹਾਲਤ ਦੇਖ। ਹੋ ਜਾਂਦਾ ਕਿ ਨਹੀਂ? ਪਰ ਜੇ ਅੱਗੇ ਤੁਸੀਂ ਦੇਖੋ ਅਗਲਾ ਬਜ਼ੁਰਗ 1.5 ਕੁਆਂਟਲ ਵਜਨ ਚੱਕ ਕੇ ਖੜਾ ਹੈ, ਫਿਰ ਤੁਸੀਂ ਕਹਿਣਾ ਭਾਈ ਮੈਂ ਹੀ ਦੌੜਾਂ ਇੱਥੋਂ, ਕਿਤੇ ਇਹ ਨਾ ਹੋਵੇ ਵਜਨ ਲਾ ਕੇ ਮੈਨੂੰ ਚੱਕ ਕੇ ਥੱਲੇ ਮਾਰੇ, ਕਿਉਂਕਿ ਇਹਦਾ ਮਜ਼ਬੂਤ ਹੀ ਬੜਾ ਹੈ। ਤਾਕਤ, ਮਜ਼ਬੂਤੀ ਇਨਸਾਨ ਨੂੰ ਇਦਾਂ ਦਾ ਬਣਾ ਦਿੰਦੀ ਹੈ ਕਿ ਕੋਈ ਮੁਸ਼ਕਿਲ ਉਹਦੀ ਤਰਫ ਆਉਣ ਤੋਂ ਪਹਿਲਾਂ ਸੋਚਦੀ ਹੈ ਭਾਈ ਇਹਦੇ ਨਾਲ ਟੱਕਰ ਲਵਾਂ ਜਾਂ ਨਾ ਲਵਾਂ। ਸੋ ਇਹ ਕਹਾਣੀ ਤੋਂ ਕੀ ਪਤਾ ਲੱਗਦਾ, ਅਗਰ ਬਚਪਨ ਤੋਂ ਹੀ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ, ਮੁਸ਼ਕਿਲਾਂ ਦਾ ਹੱਲ ਕਰਨਾ ਪਵੇ, ਤਾਂ ਸਾਡੀ ਆਂਤਰਿਕ ਸ਼ਕਤੀ ਔਰ ਸਾਡੀ ਬੁੱਧੀ ਦਾ ਬੜਾ ਵਿਕਾਸ ਹੁੰਦਾ ਹੈ। ਇੱਕ ਗੱਲ ਦਾ ਜਵਾਬ ਦੇਣਾ, ਇੱਕ ਬੱਚੇ ਨੂੰ ਸਿੰਪਲ ਜਿਹਾ ਸਵਾਲ ਪੁੱਛੋ ਕਿ 2 ਔਰ 2 ਕਿੰਨੇ ਹੁੰਦੇ ਆ, ਉਸ ਲਈ ਉਹਦੀ ਬੁੱਧੀ ਦਾ ਵਿਕਾਸ ਹੋਏਗਾ। ਜਾਂ ਉਹਨੂੰ ਔਖਾ ਸਵਾਲ ਪੁੱਛੋ ਤਾਂ ਫਿਰ ਉਹਦੀ ਬੁੱਧੀ ਦਾ ਵਿਕਾਸ ਹੋਏਗਾ। ਵਿਕਾਸ ਦਾ ਮਤਲਬ ਹੁੰਦਾ बढ़ना, बढ़ोतरी होनी। जवाब दियो।
क्योंकि जिन्ना कठिन किसी चीज का असीं ना हल करांगे उन्ना साडा माइंड ज़्यादा विचार करेगा, ज़्यादा सोचेगा, और जिन्ना ज़्यादा विचार करेगा उन्नी उहदी माइंड पावर भी ਵਧਣੀ है। जिद्दां असीं इहनूं शरीर दे नाल भी एक मिसाल दे के समझाते हुंदे आ कि तुसीं 5 किलो वजनी चक्को तो मसल की पावर उन्नी होनी है, तुसीं हौली हौली बढ़ाते चले जाओ, 5 तो 7 आ जाओ, 7 तो 12 आ जाओ, 12 तो 15 आ जाओ, 15 तो 20 आ जाओ, तुसीं हफ्ते तो बाद महीने बाद भी बढ़ाते चले जाओगे तो एक दिन वो तुहाडे मसल की पावर इन्नी वध जानी कि तुसीं 50 किलो 70 किलो 80 किलो क्वांटल भी बड़े आराम नाल चक सकते हो। बोलो समझदे हो कि नहीं? इसलिए ये चीज़ समझनी जरा, क्योंकि इंसान जिद्दां जिद्दां मेहनत करता है ना, जिद्दां जिद्दां अपनी मेहनत बढ़ाता है या जिद्दां जिद्दां मुश्किलों का सामना करता है उस तरह इंसान नूं की हुंदा है, उहदी अंदरली स्ट्रैंथ वधदी है। बोलो समझदे हो कि उहदी अंदरली स्ट्रैंथ की हुंदा है, वधदी है। और ये कदों होएगा? जदों असीं मेहनत करन नूं तैयार हाँ, जदों असीं मुश्किल का सामना करन नूं तैयार हाँ। इसलिए जिहड़ा तुहाडे रास्ते 'च मुश्किल खड़ी करे ना, कोई शुक्रिया भाई, तू वो काम कर रहा कि मेरी बुद्धि और मेरी शक्ति का विकास होना है, ये मेरी शक्ति भी बढ़नी है, मेरी बुद्धि भी बढ़नी है। इसलिए तू इदां दे हालात पैदा कर रहे हैं कि मैनू सोचण का भी और शरीरिक तौर पर अपने आप को स्ट्रोंग बनाने का भी मौका दे रहे हैं। तो उन्होंने गुस्सा की करना है? अगर एक टीचर मास्टर बच्चे को कोई सवाल पूछता है औखा, तो बच्चे को थैंक यू कहना चाहिए है या बच्चे को उन्होंने गालां कढणियां चाहिए कि मास्टर औखे सवाल बड़े पूछता है किदां दे सवाल पूछी जाते, मास्टर ही चंगा है नहीं। जिहड़ा समझदार बच्चा होएगा वो कहेगा थैंक यू मास्टर जी, तुसीं इन्ने डिफिकल्ट प्रश्न पूछ रहे हो, क्वेश्चन पूछ रहे हो, क्योंकि जिन्ने औखे प्रश्न पूछते हो उन्ना सानूं सोचण का भी मौका मिलता है, तो जो जवाब नहीं पता लगता साडा ज्ञान बढ़ता है। समझदे हो? इसलिए जीवन दे विच अगर मुश्किल आवे, डरो ना, चिंता ना करो। जीवन च आने वाली हर मुश्किल तुहानूं मजबूत बनाने आती है, शरीरिक तौर पर भी और मानसिक तौर पर भी। जिंदगी च आने वाली हर मुसीबत तुहानूं स्ट्रोंग बनाती है, तुहाडे शरीरिक बल नूं भी, अंतरिक बल नूं भी बढ़ाती है, तो तुहाडे मानसिक बल नूं भी बढ़ाती है। समझदे हो कि नहीं? हुण बचपन च बच्चों दे इंजैक्शन लाया जाता, क्यों लाया जाता है? कभी गौर की तुसीं? कि जिद्दां हुण बच्चा पैदा होंदा ना, कहंदे 3 महीने इंजैक्शन लगना, 3 महीने च या 6 महीने या जिद्दां भी जो भी डॉक्टर शेड्यूल दसदे आ, उहदे मुताबिक असीं बच्चों दे इंजैक्शन लांदे आ। अच्छा, इंजैक्शन काहदे लांदे आ? कभी विचार कीता तुसीं? जरा गौर करना। या पिछे जे करोना चलिया तो हुण कोविड के इंजैक्शन लग रहे हैं, वो की लग रहा है? पता है किसी को? जरा समझना, वो की लग रहा है? बच्चों को इंजैक्शन क्यों लाए जाते हैं? बच्चों को जो बच्चा पैदा होंदा ना, तो समझ लो उसकी बॉडी एक नवे वातावरण चाहती है, और इस वातावरण च कई वायरस है, कई बीमारियां है, जिहदा सामना बॉडी नूं करना पैना है। हुण वो इंजैक्शन च की हुंदा है कि इंजैक्शन विच ना वो बीमारी दे, वो वायरस दे जो कि साडे वातावरण विच है, उहदे ना थोड़े थोड़े अंश हुंदे है। समझदे हो कि नहीं? अंश का मतलब समझदे हो ना? जिहदा फर्ज करो कोई बीमारी है, वो थोड़ी मात्रा च इंजैक्शन के जरिए साडी बॉडी च बीमारी पाई जाती है, ताकि साडी बॉडी नूं पता लग जाए कि अगे इदां दी बीमारी का सामना तैनूं करना पै सकदा, तू पहले ही रेडी हो जाए। क्योंकि कुदरत ने साडा जिस्म इदां दा बनाया, बॉडी इदां दी बनाई है कि इहने अपने आप नूं हालात के मुताबिक एडजस्ट करना, तैयार करना है, बस इहनूं पता लगना चाहिए है। वो कहते यकदम जो पता लगता है तो बंदा बीमार हो जाता है, पर जे पहले ही साडी बॉडी तैयार होवे तो फिर उसका प्रभाव साडी बॉडी ते नहीं पैंदा। इसलिए फर्ज करो जी, आप कहते हैं कि पोलियो ड्रॉप्स पिलाए जाते हैं, तो वो कोई वो तत्व होंगे है बड़े बड़े थोड़े जे, जिहदे नाल कल नूं साडे ते हमला होवे तो साडी बॉडी नूं पोलियो हो सकता है। पर जो पहले ही वो थोड़ी मात्रा चीज़ साडे अंदर जाती है तो साडी बॉडी उन्होंने खत्म करना सीख लैंदी है कि अगर ये वायरस आता है, ये कीटाणु मेरे अंदर आते तो खत्म कितना करना है, फिर उसका प्रभाव साडे ते नहीं हुंदा। तां ही तो हुण तुसीं देखो, हुण पहला किन्नी पोलियो की मात्रा सी, तो हुण पोलियो की मात्रा किन्नी घट गई, क्योंकि हुण साडी बॉडी नूं पता लग गया, एडजस्ट कर लिया उसने। फिर हुण आ करोना वायरस के इंजैक्शन जो लाए जाते उस की है, उस भी थोड़ी मात्रा च वायरस साडी बॉडी इंजैक्ट किया जाता है, वो वायरस ही है उहदे च, पर इन्नी क मात्रा च एडजस्ट किया जाता है, साडी बॉडी च इंजैक्ट भरिया जाता ताकि साडी बॉडी वो वायरस नूं समझ के वो वायरस नूं खत्म करने वाले तत्त अपने ब्लड च पैदा कर लवे, ताकि वो बीमारी आवे भी तो साडी बॉडी रेडी होवे, उसदा असर ना साडे ते होवे।
ਸਮਝ ਰਹੇ ਹੋ ਕਿ ਨਹੀਂ? ਕਿਉਂਕਿ ਜ਼ਿਆਦਾ ਮਾਤਰਾ 'ਚ ਕੋਈ ਚੀਜ਼ ਆਉਂਦੀ ਹੈ ਤਾਂ ਸਾਡੀ ਬੋਡੀ ਪਚਾ ਨਹੀਂ ਪਾਉਂਦੀ, ਉਹਨੂੰ ਫਿਰ ਟਾਈਮ ਲੱਗਦਾ ਐਡਜਸਟ ਕਰਨ ਨੂੰ। ਪਰ ਜਦੋਂ ਥੋੜੀ ਮਾਤਰਾ 'ਚ ਆਉਂਦੀ ਤਾਂ ਉਹਨੂੰ ਐਡਜਸਟ ਕਰਨਾ ਸਿੱਖ ਲੈਂਦੀ ਹੈ। ਜਦੋਂ ਸਿੱਖ ਲੈਂਦੀ ਹੈ ਤਾਂ ਫਿਰ ਬੜੇ ਵਾਸਤੇ ਉਹ ਤਿਆਰ ਹੋ ਜਾਂਦੀ। ਜਿੱਦਾਂ ਨਾ ਇੱਕ ਸੈਨਿਕ ਨੂੰ ਤਿਆਰ ਕੀਤਾ ਜਾਂਦਾ, ਪਹਿਲਾਂ ਇੱਕ ਛੋਟੀ ਜਿਹੀ ਗਰਾਊਂਡ 'ਚ ਪ੍ਰੈਕਟਿਸ ਕਰਾਈ ਜਾਂਦੀ ਹੈ ਉਹਨੂੰ ਨਕਲੀ ਤਲਵਾਰਾਂ ਦੇ ਕੇ। ਫਿਰ ਜਦੋਂ ਪ੍ਰੈਕਟਿਸ ਕਰਦਾ ਕਰਦਾ ਰੈਡੀ ਹੋ ਜਾਂਦਾ ਤਾਂ ਹੁਣ ਉਹਨੂੰ ਬੜੀ ਗਰਾਊਂਡ 'ਚ ਭੇਜਿਆ ਜਾਂਦਾ ਜਿੱਥੇ ਅਸਲੀ ਯੁੱਧ ਹੁੰਦਾ ਹੈ। ਹੁਣ ਜਿਹਨੇ ਛੋਟੀ ਗਰਾਊਂਡ 'ਚ ਪ੍ਰੈਕਟਿਸ ਕੀਤੀ ਹੋਵੇ ਉਹ ਫਿਰ ਜਦੋਂ ਬੜੀ ਗਰਾਊਂਡ 'ਚ ਜਾ ਕੇ ਲੜਦਾ ਹੈ ਤਾਂ ਉਹਨੂੰ ਸਾਰਾ ਕੁਝ ਪਤਾ ਹੈ ਕਿ ਕਿੱਦਾਂ ਮੁਕਾਬਲਾ ਕਰਨਾ ਤੇ ਕਿੱਦਾਂ ਦੁਸ਼ਮਣ ਨੂੰ ਖਤਮ ਕਰਨਾ ਤੇ ਕਿੱਦਾਂ ਜਿੱਤਣਾ ਹੈ। ਤਾਂ ਜੇ ਇਹਨੂੰ ਪ੍ਰੈਕਟਿਸ ਹੀ ਨਾ ਪਹਿਲਾਂ ਛੋਟੀ ਗਰਾਊਂਡ 'ਚ ਕਰਾਈ ਜਾਵੇ, ਉਹ ਫਿਰ ਬੜੀ ਗਰਾਊਂਡ 'ਚ ਜਾ ਕੇ ਕਦੀ ਯੁੱਧ ਦੇ ਮੈਦਾਨ 'ਚ ਜਾ ਕੇ ਕਦੀ ਲੜ ਹੀ ਨਹੀਂ ਸਕਦਾ। ਸਮਝ ਆ ਰਹੀ ਕਿ ਨਹੀਂ? ਇਸ ਕਰਕੇ ਦਵਾਈ ਨਹੀਂ ਦਿੱਤੀ ਜਾਂਦੀ ਸਾਨੂੰ, ਇਹ ਸਾਨੂੰ ਥੋੜੀ ਮਾਤਰਾ 'ਚ ਵਾਇਰਸ ਦਿੱਤੇ ਜਾਂਦੇ, ਕਿਉਂਕਿ ਦਵਾਈ ਤਾਂ ਸਾਡੇ ਅੰਦਰ ਹੀ ਹੈ। ਕਿੱਥੇ ਹੈ? ਇਮਿਊਨਿਟੀ ਸਿਸਟਮ, ਸਾਨੂੰ ਠੀਕ ਕਰਨ ਵਾਲੀ ਸ਼ਕਤੀ ਤਾਂ ਸਾਡੇ ਅੰਦਰ ਹੀ ਹੈ। ਬਸ ਉਹਨੂੰ ਜਾਣੂ ਕਰਾਉਣਾ ਪੈਂਦਾ ਉਹ ਠੀਕ ਕਰਨ ਵਾਲੀ ਸ਼ਕਤੀ ਨੂੰ ਕਿ ਆਹ ਚੀਜ਼ ਅਗਰ ਤੇਰੇ ਅੰਦਰ ਆਵੇ ਤੈਨੂੰ ਠੀਕ ਕਿੱਦਾਂ ਕਰਨਾ ਹੈ। ਬੋਡੀ ਤਾਂ ਹੀ ਤਾਂ ਤੁਸੀਂ ਦੇਖੋਗੇ ਕਿ ਜਿਹਨਾਂ ਦੇ ਇੰਜੈਕਸ਼ਨ ਲੱਗਦਾ ਉਹਨੂੰ 1-2 ਦਿਨ ਵਾਸਤੇ ਕਈ ਵਾਰ ਬੁਖਾਰ ਹੋ ਜਾਂਦਾ ਹੈ। ਕਿ ਇੰਜੈਕਸ਼ਨ ਲੱਗਾ ਤਾਂ ਬੰਦਾ ਕਹਿੰਦਾ ਬਾਂਹ ਦਰਦ ਕਰਨ ਲੱਗ ਪਈ, 1-2 ਦਿਨ ਟੈਂਪਰੇਚਰ ਹੋਇਆ। ਕਿਉਂ? ਕਿਉਂਕਿ ਵਾਇਰਸ ਅੰਦਰ ਗਿਆ। ਹੁਣ ਬੋਡੀ ਸਿੱਖ ਰਹੀ ਹੈ ਕਿ ਵਾਇਰਸ ਨੂੰ ਖਤਮ ਕਿੱਦਾਂ ਕਰਨਾ ਹੈ, ਪਰ ਉਹ ਇੰਨੀ ਥੋੜੀ ਮਾਤਰਾ 'ਚ ਹੈ ਕਿ ਬੰਦੇ ਦਾ ਵਿਗਾੜ ਕੁਝ ਨਹੀਂ ਸਕਦਾ। ਬਸ 1-2 ਦਿਨ ਬੁਖਾਰ ਹੋਣਾ, ਬੋਡੀ ਨੇ ਸੈੱਟ ਹੋ ਜਾਣਾ ਹੈ, ਫਿਰ ਦੁਬਾਰਾ ਉਹਦਾ ਅਸਰ ਸਾਡੇ ਤੇ ਨਹੀਂ ਹੋਣਾ। ਹੁਣ ਇਹਦਾ ਮਤਲਬ ਕਿ ਵਾਇਰਸ ਖਤਮ ਨਹੀਂ ਹੋਇਆ, ਵਾਇਰਸ ਉੱਥੇ ਹੀ ਹੈ। ਹੁਣ ਸਾਡੀ ਬੋਡੀ ਇੰਨੀ ਮਜ਼ਬੂਤ ਹੋ ਗਈ ਹੈ ਕਿ ਉਹਦਾ ਅਸਰ ਹੁਣ ਸਾਡੇ ਤੇ ਨਹੀਂ ਹੋ ਸਕਦਾ। ਹੁਣ ਬੰਦਾ ਕਹਿੰਦਾ ਨਾ ਕਰੋਨਾ ਵਾਇਰਸ ਖਤਮ ਹੋ ਗਿਆ, ਫਲਾਨਾ ਵਾਇਰਸ। ਹੁਣ ਵਾਇਰਸ ਹਵਾ 'ਚ ਵੀ ਹੋਵੇ, ਜੇ ਸਾਡੀ ਬੋਡੀ ਰੈਡੀ ਹੋ ਗਈ ਉਹਦਾ ਮੁਕਾਬਲਾ ਕਰਨ ਨੂੰ, ਤਾਂ ਸਾਡੇ ਤੇ ਉਹਦਾ ਪ੍ਰਭਾਵ ਪੈਣਾ ਹੀ ਨਹੀਂ। ਸਮਝ ਆ ਰਹੀ ਕਿ ਨਹੀਂ? ਇਸੇ ਲਈ ਤੁਹਾਨੂੰ ਦੱਸ ਰਿਹਾ ਕਿ ਮੁਸ਼ਕਿਲਾਂ ਜਦੋਂ ਤੁਹਾਡੇ ਜੀਵਨ 'ਚ ਆਉਂਦੀਆਂ ਨਾ ਤਾਂ ਤੁਹਾਨੂੰ ਕਮਜ਼ੋਰ ਬਣਾਉਣ ਵਾਸਤੇ ਨਹੀਂ, ਤੁਹਾਡੀ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਆਉਂਦੀਆਂ ਹੈ। ਇਹ ਮੁਸ਼ਕਿਲ ਆਈ ਸੀ, ਸਾਡੀਆਂ ਬੋਡੀਆਂ ਕਮਜ਼ੋਰ ਸੀ, ਇਸ ਲਈ ਪ੍ਰਭਾਵ ਪਿਆ। ਪਰ ਹੁਣ ਅਸੀਂ ਇੰਨੇ ਸਟਰੋਂਗ ਹੋ ਗਏ ਕਿ ਹੁਣ ਇਹਦਾ ਪ੍ਰਭਾਵ ਔਰ ਇਹ ਜਿਹੜੀ ਇਮਿਊਨਿਟੀ ਸਿਸਟਮ ਹੈ ਵੱਧਦਾ ਕਦੋਂ ਹੈ? ਇਹਦੇ ਬਾਰੇ ਮੈਡੀਕਲ ਸਾਇੰਸ ਰਿਸਰਚ ਕਰਦੀ ਹੈ ਕਿ ਇਨਸਾਨ ਦੇ ਅੰਦਰ ਇੱਕ ਕੈਮੀਕਲ ਹੁੰਦਾ ਹੈ ਜਿਹਨੂੰ ਖੁਸ਼ੀ ਦਾ ਕੈਮੀਕਲ ਕਿਹਾ ਜਾਂਦਾ, ਡੋਪਾਮਾਈਨ। ਕਿਹੜਾ ਕੈਮੀਕਲ? ਡੋਪਾਮਾਈਨ। ਇਹ ਡੋਪਾਮਾਈਨ ਜਿਹੜਾ ਕੈਮੀਕਲ ਹੈ ਨਾ, ਇਹ ਸਾਡੇ ਇਮਿਊਨਿਟੀ ਸਿਸਟਮ ਨੂੰ ਬੂਸਟ ਕਰਦਾ ਹੈ। ਬੂਸਟ ਦਾ ਮਤਲਬ ਉਹਨੂੰ એનર્ਜੀ ਦਿੰਦਾ ਹੈ। ਔਰ ਜਰਾ ਸਮਝਣਾ ਕਿ ਡੋਪਾਮਾਈਨ ਕੈਮੀਕਲ ਜੋ ਸਾਡੇ ਬ੍ਰੇਨ 'ਚੋਂ ਰਿਲੀਜ਼ ਹੁੰਦਾ ਹੈ, ਸਾਡੀ ਬੋਡੀ ਦੇ ਸੈੱਲਾਂ 'ਚੋਂ ਰਿਲੀਜ਼ ਹੁੰਦਾ ਹੈ, ਇਹ ਕਿਹੜੀ ਚੀਜ਼ ਹੈ ਜੀ ਇਹਨੂੰ ਰਿਲੀਜ਼ ਕਰਦੀ ਹੈ? ਜਿੰਨੀ ਤੁਸੀਂ ਚਿੰਤਾ ਜ਼ਿਆਦਾ ਕਰਦੇ ਹੋ, ਜਿੰਨਾ ਤੁਸੀਂ ਡਰਦੇ ਜ਼ਿਆਦਾ ਹੋ, ਇਹ ਡੋਪਾਮਾਈਨ ਕੈਮੀਕਲ ਤੁਹਾਡੀ ਬੋਡੀ 'ਚੋਂ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਔਰ ਜਦੋਂ ਇਹ ਕੈਮੀਕਲ ਸੁੱਕਦਾ ਹੈ, ਤੁਹਾਡਾ ਇਮਿਊਨਿਟੀ ਸਿਸਟਮ ਕਮਜ਼ੋਰ ਹੁੰਦਾ ਹੈ, ਤਾਂ ਤੁਹਾਡੇ ਤੇ ਬਿਮਾਰੀਆਂ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਵੱਧਦਾ ਕਿੱਦਾਂ ਹੈ? ਅਗਰ ਇਹ ਕੈਮੀਕਲ ਦੀ ਮਾਤਰਾ ਵੱਧਦੀ ਰਹੇ ਸਾਡੀ ਬੋਡੀ 'ਚ, ਤਾਂ ਬੰਦੇ ਦੀ ਬੋਡੀ ਇੰਨੀ ਸਟਰੋਂਗ ਹੋ ਜਾਂਦੀ ਹੈ ਕਿ ਕਿਸੇ ਵੀ ਬਿਮਾਰੀ ਦਾ, ਕਿਸੇ ਵੀ ਕੀਟਾਣੂ ਦਾ, ਕਿਸੇ ਵੀ ਵਾਇਰਸ ਦਾ ਅਸਰ ਉਸ ਤੇ ਕਹਿ ਦਿਓ ਹੋ ਹੀ ਨਹੀਂ ਸਕਦਾ। ਔਰ ਇਹ ਵਾਧਾ ਪਤਾ ਕਿੱਦਾਂ ਹੈ? ਕਹਿੰਦੇ ਦੋ ਚੀਜ਼ਾਂ ਜਿਹੜੀਆਂ ਇਨਸਾਨ ਦੇ ਡੋਪਾਮਾਈਨ ਨੂੰ ਵਧਾਉਂਦੀਆਂ ਹੈ। ਪਹਿਲੀ ਚੀਜ਼ ਦੱਸੀ ਹੈ, ਖੁਸ਼ ਹੋਣਾ, ਹੱਸਣਾ, ਮੁਸਕਰਾਣਾ। ਤੂੰ ਜਿੰਨਾ ਖੁਸ਼ ਹੋ ਸਕਦਾ ਹੈ ਖੁਸ਼ ਹੋ, ਹੱਸ ਜਿੰਨਾ ਹੱਸ ਸਕਦਾ ਹੈ, ਕਿਉਂਕਿ ਹੱਸਣ ਨਾਲ, ਖੁਸ਼ ਹੋਣ ਦੇ ਨਾਲ ਸਾਡਾ ਡੋਪਾਮਾਈਨ ਵੱਧਦਾ ਹੈ। ਤਾਂ ਹੀ ਤਾਂ ਤੁਸੀਂ ਕੋਈ ਕਾਮੇਡੀ ਫਿਲਮ ਦੇਖੋ, ਜਦੋਂ ਤੁਸੀਂ ਹੱਸਦੇ ਹੋ ਤੁਸੀਂ ਕਹਿੰਦੇ ਬੜਾ ਮਜ਼ਾ ਆਇਆ, ਬੜਾ ਵਧੀਆ ਲੱਗਾ। ਕਿਉਂ? ਕਿਉਂਕਿ ਹੱਸਣ ਨਾਲ ਤੁਹਾਡਾ ਡੋਪਾਮਾਈਨ ਜਿਹੜਾ ਕੈਮੀਕਲ ਹੈ ਵੱਧਦਾ ਹੈ। ਔਰ ਜਦੋਂ ਉਹ ਜ਼ਿਆਦਾ ਵੱਧਦਾ ਤਾਂ ਤੁਹਾਨੂੰ ਅੱਛਾ ਫੀਲ ਹੁੰਦਾ ਹੈ। ਤੁਹਾਨੂੰ ਕੀ ਫੀਲ ਹੁੰਦਾ ਹੈ? ਅੱਛਾ ਫੀਲ ਹੁੰਦਾ ਹੈ। ਔਰ ਦੂਸਰਾ ਕੈਮੀਕਲ ਵੱਧਦਾ ਹੈ, ਕਹਿੰਦੇ ਅੱਛੇ ਵਿਚਾਰਾਂ ਨਾਲ, ਵਿਸ਼ਵਾਸ ਨਾਲ। ਜਿੱਦਾਂ ਬੰਦਾ ਕਹਿੰਦਾ ਨਾ ਮੈਨੂੰ ਰੱਬ ਤੇ ਵਿਸ਼ਵਾਸ ਹੈ, ਔਰ ਅੱਛੇ ਵਿਚਾਰ ਰੱਖਦਾ। ਅੱਛੇ ਵਿਚਾਰ ਜਾਨੀ ਮੇਰਾ ਅੱਛਾ ਹੋਏਗਾ, ਮੇਰਾ ਕਦੀ ਬੁਰਾ ਹੋ ਹੀ ਨਹੀਂ ਸਕਦਾ, ਆਉਣ ਵਾਲਾ ਸਮਾਂ ਮੇਰੇ ਵਾਸਤੇ ਬਹੁਤ ਖੁਸ਼ੀਆਂ ਭਰਿਆ ਹੈ। ਔਰ ਜਦੋਂ ਇਨਸਾਨ ਮੈਡੀਟੇਸ਼ਨ ਕਰਦਾ ਨਾ, ਧਿਆਨ ਤੇ ਬਹਿ ਕੇ ਇਦਾਂ ਅੱਛੇ ਵਿਚਾਰ ਸੋਚਦਾ ਹੈ, ਤਾਂ ਕਹਿੰਦੇ 2-3 ਚੀਜ਼ਾਂ ਨਾਲ ਸਾਡਾ ਡੋਪਾਮਾਈਨ ਕੈਮੀਕਲ ਇੰਨਾ ਵੱਧਦਾ ਹੈ ਕਿ ਸਾਡੇ ਤੇ ਬਿਮਾਰੀਆਂ ਦਾ ਅਸਰ ਹੋਣਾ ਬੰਦ ਹੋ ਜਾਂਦਾ। ਔਰ ਸਾਡੇ ਜੀਵਨ 'ਚ ਨਾਰਮਲੀ એનર્ਜੀ ਬਣੀ ਰਹਿੰਦੀ ਹੈ, ਸਾਡੇ ਜੀਵਨ 'ਚ ਇੱਕ ਤੰਦਰੁਸਤੀ ਬਣੀ ਰਹਿੰਦੀ ਹੈ। ਤਾਂ ਹੀ ਤਾਂ ਤੁਹਾਨੂੰ ਹਮੇਸ਼ਾ ਕਹੀਦਾ ਕਿ ਕਹਿ ਦਿਓ ਮੇਰਾ ਮਾਲਿਕ ਮੇਰੇ ਸਾਰੇ ਦੁੱਖ ਦੂਰ। ਜਦੋਂ ਤੁਸੀਂ ਵਿਸ਼ਵਾਸ ਨਾਲ ਕਹਿੰਦੇ ਹੋ ਨਾ, ਕਹਿਣ ਤੋਂ ਬਾਅਦ ਫੀਲ ਕਰੋ, ਤੁਹਾਨੂੰ ਅੱਛਾ ਲੱਗਦਾ ਹੈ, ਕਿਉਂਕਿ ਇੰਨਾ ਕਹਿਣ ਦੇ ਨਾਲ ਹੀ ਤੁਹਾਡਾ ਮਾਈਂਡ ਡੋਪਾਮਾਈਨ ਨੂੰ ਰਿਲੀਜ਼ ਕਰਦਾ ਹੈ। ਜਿੱਦਾਂ ਇਹਨੂੰ ਸਮਝੇ ਕਿ ਟੂਟੀ ਲੱਗੀ ਹੋਈ ਹੈ, ਜਦੋਂ ਹੀ ਤੁਸੀਂ ਟੂਟੀ ਨੂੰ ਘੁਮਾਉਂਦੇ ਹੋ ਨਾ ਪਾਣੀ ਨਿਕਲਦਾ ਹੈ, ਪਰ ਜਿੱਦਾਂ ਹੀ ਟੂਟੀ ਨੂੰ ਬੰਦ ਕਰ ਦਿੰਦੇ ਹੋ ਪਾਣੀ ਰੁਕ ਜਾਂਦਾ ਹੈ। ਇੱਦਾਂ ਜਦੋਂ ਤੁਸੀਂ ਹੱਸਦੇ ਹੋ, ਉਹ ਟੂਟੀ ਲੱਗੀ ਹੋਈ ਹੈ ਅੰਦਰ ਡੋਪਾਮਾਈਨ ਦੀ, ਉਹ ਰਿਲੀਜ਼ ਹੁੰਦੀ ਹੈ।
ਜਦੋਂ ਤੁਸੀਂ ਵਿਸ਼ਵਾਸ ਦੀ ਗੱਲ ਕਰਦੇ ਹੋ, ਖੁਸ਼ੀ ਦੀ ਗੱਲ ਕਰਦੇ ਹੋ, ਜਾਂ ਧਿਆਨ ਤੇ ਬਹਿੰਦੇ ਹੋ, ਮੈਡੀਟੇਸ਼ਨ ਕਰਦੇ ਹੋ, ਉਹ ਟੂਟੀ ਖੋਲਦੀ ਤਾਂ ਡੋਪਾਮਾਈਨ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਜਿੱਦੇ ਤੁਸੀਂ ਚਿੰਤਾ ਕਰਦੇ ਹੋ, ਕਿਸੇ ਚੀਜ਼ ਤੋਂ ਡਰਦੇ ਹੋ, ਕਿਸੇ ਚੀਜ਼ ਦੀ ਫਿਕਰ ਕਰਦੇ ਹੋ, ਤਾਂ ਤੁਸੀਂ ਉਹ ਟੂਟੀ ਨੂੰ, ਉਹ ਨਲ ਨੂੰ ਬੰਦ ਕਰ ਦਿੰਦੇ ਹੋ, ਤਾਂ ਉਹਦਾ ਨੁਕਸਾਨ ਫਿਰ ਸਾਡੀ ਬਾਡੀ ਨੂੰ ਹੁੰਦਾ ਹੈ। ਅੱਜ ਥੋੜਾ ਜਿਹਾ ਗਹਿਰਾਈ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ, ਉਮੀਦ ਹੈ ਕਿ ਤੁਸੀਂ ਸਮਝ ਰਹੇ ਹੋ। ਇਸ ਲਈ ਅਗਰ ਤੁਸੀਂ ਚਾਹੁੰਦੇ ਹੋ ਕਿ ਮੇਰੇ ਜੀਵਨ 'ਚ ਖੁਸ਼ੀਆਂ ਆਉਣ, ਅਗਰ ਤੁਸੀਂ ਚਾਹੁੰਦੇ ਹੋ ਮੇਰੇ ਜੀਵਨ 'ਚ ਤੰਦਰੁਸਤੀ ਆਵੇ, ਅਗਰ ਤੁਸੀਂ ਚਾਹੁੰਦੇ ਹੋ ਮੇਰੇ ਜੀਵਨ 'ਚ ਆਨੰਦ ਆਵੇ, ਮੈਂ ਤੰਦਰੁਸਤ ਰਵਾਂ, ਤਾਂ ਫਿਰ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ, ਧਿਆਨ ਕਰੋ, ਯਾਨੀ ਮੈਡੀਟੇਸ਼ਨ ਕਰੋ, ਸਿਮਰਨ ਕਰੋ, ਔਰ ਜਿੰਨਾ ਹੋ ਸਕੇ ਖੁਸ਼ ਰਹੋ। ਜਿੰਨਾ ਹੋ ਸਕੇ ਕੀ ਰਹਿਣਾ ਹੈ, ਹੱਸ ਕੇ ਦਿਖਾਓ। ਹੁਣ ਦੇਖੋ ਇੰਨਾ ਕਿ ਡੋਪਾਮਾਈਨ ਰਿਲੀਜ਼ ਕਰਨਾ, ਤੁਸੀਂ ਜ਼ਰਾ ਕਿੰਨਾ ਕੁ ਕਰਨਾ ਚਾਹੁੰਦੇ ਹੋ ਰਿਲੀਜ਼। ਕਹਿੰਦੇ ਨੇ ਜੇ ਲੈਣਾ ਹੀ ਹੈ ਤਾਂ ਮੈਂ ਤਾਂ ਖੁੱਲ੍ਹ ਕੇ ਹੱਸਿਆ ਕਰੀਏ, ਖੁੱਲ੍ਹ ਕੇ ਮੁਸਕਰਾਇਆ ਕਰੀਏ। ਔਰ ਇਹ ਸੱਚੀ ਗੱਲ ਹੈ, ਅਜਮਾ ਕੇ ਦੇਖ ਲਓ ਤੁਸੀਂ। ਅੱਜ ਆਪਣਾ ਸ਼ੂਗਰ ਲੈਵਲ ਘਰ ਜਾ ਕੇ ਚੈੱਕ ਕਰ ਲਿਓ, ਆਪਣਾ ਬੀਪੀ ਲੈਵਲ ਚੈੱਕ ਕਰ ਲਿਓ, ਫਿਰ 15-20 ਦਿਨ ਨਾ ਦਿਲ ਖੋਲ ਕੇ ਹੱਸੋ ਔਰ ਮੈਡੀਟੇਸ਼ਨ ਕਰੋ, ਧਿਆਨ ਕਰੋ, ਔਰ ਇਹ ਵਿਸ਼ਵਾਸ ਕਰੋ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਮੇਰੇ ਜੀਵਨ 'ਚ ਬਹੁਤ ਖੁਸ਼ੀਆਂ ਹੈ, ਮੈਂ ਬਹੁਤ ਖੁਸ਼ ਹਾਂ। ਇੰਨੀ ਗੱਲ ਹੀ ਕਹਿਣੀ ਸ਼ੁਰੂ ਕਰ ਦਿਓ, ਮੈਂ ਪੂਰਨ ਸਵਸਥ ਹਾਂ, ਮੈਂ ਪੂਰੀ ਤਰ੍ਹਾਂ ਸਵਸਥ ਹਾਂ, ਮੈਂ ਬਹੁਤ ਖੁਸ਼ ਹਾਂ। ਅਸੀਂ ਕਹਾਂਗੇ 20 ਦਿਨ ਲਗਾਤਾਰ ਕਰਨ ਤੋਂ ਬਾਅਦ ਦੁਬਾਰਾ ਆਪਣੇ ਟੈਸਟ ਕਰਾਇਓ, ਨਾ ਫਰਕ ਪਵੇ ਤਾਂ ਆ ਕੇ ਸਾਨੂੰ ਕਹਿ ਦਿਓ, ਕਿਉਂਕਿ ਇਹ ਅਜਮਾਈਆਂ ਹੋਈਆਂ ਚੀਜ਼ਾਂ ਹੈ, ਇਹ ਅਜਮਾਈਆਂ ਹੋਈਆਂ ਚੀਜ਼ਾਂ ਹੈ। ਅਸੀਂ ਤਾਂ ਆਪ, ਸਾਨੂੰ ਟੈਂਪਰੇਚਰ ਕਦੀ ਬਹੁਤ ਘੱਟ ਹੁੰਦਾ ਹੈ, ਔਰ ਜਦੋਂ ਹੁੰਦਾ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਪਰ ਨਾ ਹੁਣ ਤਾਂ ਕਾਫੀ ਸਾਲ ਹੋ ਗਏ, ਇੱਕ ਵਾਰ ਟੈਂਪਰੇਚਰ ਹੋਇਆ ਸਾਨੂੰ, ਜਿੱਦੇ ਬੁਖਾਰ ਚੈੱਕ ਕੀਤਾ 103, ਨਾਲ ਹੀ ਅਸੀਂ ਬੜੇ ਖੁਸ਼ ਹੋਏ, ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਬੁਖਾਰ ਹੋ ਗਿਆ। ਸਾਨੂੰ ਹੁੰਦਾ ਹੀ ਨਹੀਂ ਸੀ, ਅੱਜ ਹੋ ਗਿਆ। ਅਸੀਂ ਖੁੱਲ੍ਹ ਕੇ ਹੱਸੇ ਖੁਸ਼ੀ ਦੇ ਨਾਲ। ਜਦੋਂ ਖੁੱਲ੍ਹ ਕੇ ਹੱਸੇ ਖੁਸ਼ੀ ਦੇ ਨਾਲ, ਤਾਂ ਫਿਰ ਜਾਸਮੀਨ ਆਈ, ਕਹਿੰਦੀ ਪਾਪਾ ਬੜੇ ਖੁਸ਼ ਆ, ਕੀ ਗੱਲ ਹੋਈ? ਕਿ ਸਾਨੂੰ 103 ਬੁਖਾਰ ਹੈ। ਕਹਿੰਦੀ ਦਿਖਾਓ, ਝੂਠ ਹੈ, ਤਾਂ ਹੋ ਹੀ ਨਹੀਂ ਸਕਦਾ, ਤੁਹਾਨੂੰ ਬੁਖਾਰ ਹੈ ਹੀ ਨਹੀਂ। ਬਈ ਕਿ ਹੁਣੇ ਚੈੱਕ ਕੀਤਾ ਅਸੀਂ। ਕਹਿੰਦੀ ਦਿਖਾਓ, ਕੀਤਾ ਤਾਂ 99 ਹੋ ਗਿਆ। ਕੋਈ ਗੱਲ ਹੈ, ਹੱਸਣ ਨਾਲ ਤਾਂ ਬੁਖਾਰ ਹੀ ਚਲਾ ਗਿਆ ਸਾਡਾ। ਅਸੀਂ ਤਾਂ ਖੁਸ਼ ਹੁੰਦੇ ਸੀ ਕਿ ਬੁਖਾਰ ਹੈ, ਉਹ ਪਰ 15 ਮਿੰਟ ਕੀ ਹੱਸੇਗੇ, ਬੁਖਾਰ ਹੀ 99 ਪਹੁੰਚ ਗਿਆ। ਅਸੀਂ ਕਿ ਹੁਣ ਇਹ ਤਾਂ ਝੂਠੇ ਜਿਹੇ ਹੋ ਗਏ ਸਾਬਿਤ। ਅਸੀਂ ਵੀ ਚੀਜ਼ ਸੀਗੀ, ਪਰ ਆ 15-20 ਮਿੰਟ ਹੱਸਣ ਨਾਲ ਹੀ ਚਲੀ ਗਈ। ਔਰ ਇਹ ਅਸੀਂ ਪ੍ਰੈਕਟੀਕਲੀ ਕਰਕੇ ਇਹ ਚੀਜ਼ਾਂ ਨੂੰ ਦੇਖਿਆ ਕਿ ਜਦੋਂ ਤੁਸੀਂ ਖੁਸ਼ ਹੁੰਦੇ ਹੋ ਨਾ, ਤਾਂ ਦੁੱਖਾਂ ਦੀ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਹੈ। ਤਾਂ ਜਦੋਂ ਬਿਨਾਂ ਮਤਲਬ ਤੋਂ ਚਿੰਤਾ ਕਰੀ ਜਾਓ, ਬਿਨਾਂ ਮਤਲਬ ਤੋਂ ਹੀ ਸੋਚੀ ਜਾਓ, ਦੁੱਖ ਕੋਈ ਵੀ ਨਹੀਂ ਹੈ। ਫਰਜ਼ ਕਰੋ ਘਰ ਡਰਮ ਭਰਿਆ ਹੋਇਆ ਦਾਣਿਆਂ ਦਾ, ਪਰ ਫੇਰ ਸੋਚੀ ਜਾਓ, ਹਾਏ ਜੇ ਕੱਲ੍ਹ ਨੂੰ ਮੁੱਕ ਗਏ ਫਿਰ ਕੀ ਬਣੂ, ਫੇਰ ਰੋਟੀ ਕਿੱਥੋਂ ਖਾਵਾਂਗੇ, ਮੇਰੇ ਬੱਚਿਆਂ ਦਾ ਕੀ ਬਣੂ। ਉਹ ਭਾਈ ਅੱਜ ਭਰਿਆ ਹੈ ਨਾ, ਸ਼ੁਕਰ ਕਰ, ਜਿਹਨੇ ਅੱਜ ਦਿੱਤਾ ਕੱਲ੍ਹ ਨੂੰ ਵੀ ਉਹ ਦੇਗਾ। ਟੈਨਸ਼ਨ ਕਿਉਂ ਲੈਣੀ ਹੈ, ਕਿਉਂਕਿ ਹਰ ਦਿਨ ਜ਼ਿੰਦਗੀ ਦਾ ਦੇਣ ਵਾਲਾ ਮਾਲਿਕ ਹੈ, ਔਰ ਜਿਹੜਾ ਅੱਜ ਦੇ ਰਿਹਾ ਹੈ, ਮੈਨੂੰ ਵਿਸ਼ਵਾਸ ਹੈ ਕੱਲ੍ਹ ਨੂੰ ਇਸ ਤੋਂ ਜ਼ਿਆਦਾ ਦੇਗਾ। ਅਗਰ ਬੰਦਾ ਇਹ ਵਿਸ਼ਵਾਸ ਰੱਖੇ ਤਾਂ ਜ਼ਿਆਦਾ ਹੀ ਮਿਲਦਾ ਫਿਰ, ਕਿਉਂਕਿ ਉਹਦੇ ਘਰ 'ਚ ਘਾਟਾ ਤਾਂ, ਜਵਾਬ ਦਿਓ, ਰੱਬ ਦੇ ਘਰ ਘਾਟਾ ਹੈ? ਇਹ ਘਾਟਾ ਤਾਂ ਬੰਦੇ ਦੀ ਸੋਚ 'ਚ ਹੀ ਹੁੰਦਾ ਹੈ। ਉਹਦੇ ਘਰ 'ਚ ਕੋਈ ਜੇ ਵਿਸ਼ਵਾਸ ਬੰਦਾ ਰੱਖੇ ਨਾ, ਫਰਜ਼ ਕਰੋ ਬੰਦਾ ਕਹਿੰਦਾ ਅੱਜ ਮੇਰੇ ਬੈਂਕ ਬੈਲੈਂਸ ਵਿੱਚ, ਜਾਂ ਅੱਜ ਮੇਰੇ ਬੈਂਕ ਵਿੱਚ, ਜਾਂ ਅੱਜ ਮੇਰੀ ਤਿਜੋਰੀ 'ਚ ਇੰਨੇ ਪੈਸੇ ਹੈ, ਹਾਏ ਜੇ ਕੱਲ੍ਹ ਨੂੰ ਘਟ ਗਏ ਫਿਰ ਕੀ ਬਣੇਗਾ। ਉਹ ਸੋਚੋ ਜੇ ਅੱਜ ਇੰਨੇ ਹੈ ਨਾ, ਤਾਂ ਮੈਨੂੰ ਆਪਣੇ ਰੱਬ ਤੇ ਯਕੀਨ ਹੈ ਕੱਲ੍ਹ ਨੂੰ ਬਦਲਣਗੇ, ਆਉਣ ਵਾਲੇ ਸਮੇਂ 'ਚ ਬਰਕਤ ਹੋਏਗੀ, ਕਿਉਂਕਿ ਜਿੱਥੇ ਮੇਰਾ ਮਾਲਿਕ ਹੈ ਉੱਥੇ ਰਹਿਮਤ ਹੈ, ਬਰਕਤ ਹੈ, ਕਾਮਯਾਬੀ, ਸਫਲਤਾ ਹੈ, ਸੁੱਖ ਸਮਰਿੱਧੀ ਹੈ, ਉੱਥੇ ਕੋਈ ਕਮੀ ਹੋ ਹੀ ਨਹੀਂ ਸਕਦੀ। ਔਰ ਇਹ ਵਿਸ਼ਵਾਸ ਇਨਸਾਨ ਰੱਖਦਾ ਹੈ ਤਾਂ ਵਾਕਿਆ ਹੀ ਪਾਉਂਦਾ ਹੈ ਕਿ ਜਿਹੜਾ ਅੱਜ ਦੇ ਰਿਹਾ ਕੱਲ੍ਹ ਨੂੰ ਇਸ ਤੋਂ ਜ਼ਿਆਦਾ ਹੀ ਦਿੰਦਾ ਹੈ। ਇਸ ਲਈ ਯਕੀਨ ਰੱਖਣਾ ਹੈ। ਇੱਦਾਂ ਦੀ ਸੋਚ ਜਦੋਂ ਤੁਸੀਂ ਰੱਖਦੇ ਹੋ ਨਾ, ਜੇ ਅੱਜ ਕੋਈ ਬਿਮਾਰੀ ਹੈ, ਕੋਈ ਤਕਲੀਫ ਹੈ, ਤਾਂ ਬੰਦਾ ਸੋਚੇ ਹਾਏ ਬਿਮਾਰੀ ਵੱਧ ਨਾ ਜਾਵੇ, ਹਾਏ ਕਿਤੇ ਪਰੇਸ਼ਾਨੀ ਵੱਧ ਨਾ ਜਾਵੇ, ਤਾਂ ਫਿਰ ਵਧਣੀ ਹੈ। ਕਿਉਂਕਿ ਤੁਸੀਂ ਦੁਖੀ ਹੋ, ਤੁਸੀਂ ਉਦਾਸ ਹੋ, ਟੂਟੀ ਬੰਦ ਹੈ, ਨਲ ਬੰਦ ਹੈ, ਉਹ ਜਿਹਨੇ ਠੀਕ ਕਰਨਾ ਉਹ ਕੈਮੀਕਲ ਆ ਨਹੀਂ ਰਿਹਾ, ਤਾਂ ਠੀਕ ਕਿੱਥੋਂ ਹੋਣਾ ਤੁਸੀਂ? ਹੁਣ ਜੇ ਤੁਸੀਂ ਚਾਹੁੰਦੇ ਹੋ ਕੱਲ੍ਹ ਨੂੰ ਬਿਮਾਰੀ ਘਟੇ, ਕੱਲ੍ਹ ਨੂੰ ਤੰਦਰੁਸਤੀ ਵਧੇ, ਤਾਂ ਫਿਰ ਖੁਸ਼ ਹੋਣਾ ਸ਼ੁਰੂ ਕਰ ਦਿਓ, ਕਿਉਂਕਿ ਜਿੱਦਾਂ ਹੀ ਤੁਸੀਂ ਖੁਸ਼ ਹੁੰਦੇ ਹੋ, ਤੁਸੀਂ ਸਮਝ ਲਓ ਰੱਬ ਦੀ ਰਹਿਮਤ ਰੂਪੀ ਡੋਪਾਮਾਈਨ ਨੂੰ ਰਿਲੀਜ਼ ਕਰਦੇ ਹੋ, ਔਰ ਜਿੰਨਾ ਤੁਹਾਡੀ ਬੋਡੀ 'ਚੋਂ ਆਉਂਦਾ ਉਨਾ ਤੁਹਾਡੇ ਜੀਵਨ 'ਚ ਖੁਸ਼ੀਆਂ ਵੀ ਵੱਧਦੀਆਂ ਚਲੀਆਂ ਜਾਂਦੀਆਂ। ਇਸ ਲਈ ਇਹ ਰੱਬ ਦੀ ਰਹਿਮਤ ਹੈ, ਜਿਹਨੂੰ ਡਾਕਟਰਾਂ ਨੇ ਨਾਮ ਦਿੱਤਾ ਆ, ਕਿਉਂਕਿ ਕੈਮੀਕਲ ਬਣਾਉਣ ਵਾਲਾ ਕੌਣ ਹੈ ਅੰਦਰ? ਕੋਈ ਡਾਕਟਰ ਥੋੜੀ ਬਣਾਉਂਦੇ ਹੈ, ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਇੱਦਾਂ ਡਾਕਟਰ ਬਣਾਉਂਦੇ ਹੁਣ ਤਾਂ ਫਿਰ ਇੱਕ ਇੰਜੈਕਸ਼ਨ ਹੋਵੇ, ਆ ਜਾ ਦੁਖੀ ਹੈ, ਆ ਲਾ ਦੇਵਾਂ ਤੇਰੇ ਡੋਪਾਮਾਈਨ ਦਾ ਇੰਜੈਕਸ਼ਨ ਤਾਂ ਕਿ ਤੂੰ ਹੱਸਦਾ ਹੀ ਰਵੇਂ। ਇੱਦਾਂ ਨਹੀਂ ਹੁੰਦਾ, ਇਹ ਆਪਣੇ ਆਪ ਪੈਦਾ ਹੁੰਦਾ ਹੈ, ਇਹ ਵਿਸ਼ਵਾਸ ਨਾਲ ਪੈਦਾ ਹੁੰਦਾ ਹੈ, ਇਹ ਮੈਡੀਟੇਸ਼ਨ ਨਾਲ ਪੈਦਾ ਹੁੰਦਾ ਹੈ। ਮੈਡੀਟੇਸ਼ਨ ਯਾਨੀ ਧਿਆਨ ਕਰਨ ਨਾਲ ਪੈਦਾ ਹੁੰਦਾ ਹੈ, ਇਹ ਆਪਣੇ ਰੱਬ ਤੇ ਯਕੀਨ ਰੱਖਣ ਨਾਲ ਪੈਦਾ ਹੁੰਦਾ ਹੈ, ਔਰ ਇਹ ਖੁਸ਼ ਰਹਿਣ ਨਾਲ ਪੈਦਾ ਹੁੰਦਾ ਹੈ। ਔਰ ਤੁਸੀਂ ਦੇਖੋਗੇ ਤਿੰਨੇ ਚੀਜ਼ਾਂ ਜੁੜੀਆਂ ਹੋਈਆਂ ਹੈ।
ਕਿਉਂਕਿ ਜਦੋਂ ਅਸੀਂ ਧਿਆਨ ਕਰਦੇ, ਆਪਣੇ ਰੱਬ ਤੇ ਵਿਸ਼ਵਾਸ ਕਰਦੇ, ਤਾਂ ਖੁਸ਼ੀ ਵੀ ਫੇਰ ਹੀ ਆਉਂਦੀ ਹੈ ਕਿ ਹੈ ਕੋਈ ਸ਼ਕਤੀ, ਹੈ ਕੋਈ ਤਾਕਤ ਮੇਰੀ ਸੰਭਾਲ ਕਰਨ ਵਾਲੀ, ਹੈ ਕੋਈ ਤਾਕਤ ਮੈਨੂੰ ਬਚਾਉਣ ਵਾਲੀ। ਇਸ ਲਈ ਤੁਸੀਂ ਅਗਰ ਸੋਚੀ ਜਾਓਗੇ ਹਾਏ ਮੇਰੀ ਬਿਮਾਰੀ ਕਿਤੇ ਵੱਧ ਨਾ ਜਾਵੇ, ਆ ਮੇਰੇ ਗੋਡਿਆਂ ਦਾ ਦਰਦ ਵੱਧ ਨਾ ਜਾਵੇ, ਆ ਮੇਰੇ ਕਮਰ ਦਰਦ ਵੱਧ ਨਾ ਜਾਵੇ, ਆ ਮੇਰੀ ਇਹ ਦਰਦ ਵੱਧ ਨਾ ਜਾਵੇ, ਟੈਨਸ਼ਨ ਲੈਂਦੇ ਹੋ, ਡਰਦੇ ਹੋ, ਤਾਂ ਵਧਣੀ ਹੈ। ਤਾਂ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕੋਈ ਨਹੀਂ ਅੱਜ ਦਰਦ ਹੈ, ਯਕੀਨ ਹੈ ਮੈਨੂੰ ਮੇਰੇ ਮਾਲਿਕ ਤੇ, ਕੱਲ ਨੂੰ ਮੈਂ ਭੰਗੜੇ ਪਾਣੇ ਆ, ਕੱਲ ਨੂੰ ਮੈਂ ਠੀਕ ਹੋਣਾ, ਮੈਨੂੰ ਕੋਈ ਪਰਵਾਹ ਨਹੀਂ, ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ। ਖੁਸ਼ ਹੋਵੋ, ਹੱਸੋ, ਮੁਸਕਰਾਓ, ਤਾਂ ਤੁਸੀਂ ਦੇਖੋਗੇ ਆਉਣ ਵਾਲੇ ਕੱਲ 'ਚ ਦਰਦ ਦੀ ਮਾਤਰਾ ਘਟਣੀ। ਹਾਂ ਥੋੜਾ ਟਾਈਮ ਲੱਗੇਗਾ, ਜਿੱਦਾਂ ਕਹਿ ਲਓ 15-20 ਦਿਨ, ਮਹੀਨਾ ਲੱਗੇਗਾ, ਪਰ ਮਾਤਰਾ ਘਟਦੀ 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 ਘਟਦੀ, ਕਿਉਂਕਿ ਜਦੋਂ ਵੱਧਦੀ ਹੈ ਨਾ, ਵੱਧਦੀ ਵੀ ਹੌਲੀ ਹੌਲੀ, ਯਕਦਮ ਨਹੀਂ। ਬੋਲੋ ਸਮਝਦੇ ਹੋ ਕਿ ਨਹੀਂ? ਜੇ ਜਿਸਮ 'ਚ ਕੋਈ ਬਿਮਾਰੀ ਵੀ ਪੈਦਾ ਹੁੰਦੀ ਨਾ, 1 ਮਿੰਟ 'ਚ ਨਹੀਂ ਪੈਦਾ ਹੋ ਜਾਂਦੀ। ਜੇ ਬੰਦਾ ਕਵੇ ਸ਼ੂਗਰ ਹੋ ਗਈ, ਅੱਜ ਮੈਂ ਚੈੱਕ ਕਰਾਈ ਸ਼ੂਗਰ ਹੋ ਗਈ, ਤਾਂ ਇੱਕ ਟਾਈਮ ਉਹ ਵੀ ਸੀ ਜਦੋਂ ਨਹੀਂ ਸੀ। ਇਹਦਾ ਮਤਲਬ ਤੇਰੀ ਬੋਡੀ 'ਚ ਸ਼ੂਗਰ ਕਿਉਂ ਵਧੀ? ਕਿਤੇ ਨਾ ਕਿਤੇ ਤੂੰ ਜ਼ਿਆਦਾ ਮਿੱਠਾ ਖਾਂਦਾ ਰਿਹਾ, ਕਿਤੇ ਨਾ ਕਿਤੇ ਤੂੰ ਜ਼ਿਆਦਾ ਮਿਠਾਸ ਆਪਣੀ ਬੋਡੀ 'ਚ ਦਿੰਦਾ ਰਿਹਾ ਕਿ ਹੁਣ ਬੋਡੀ ਹੈਬਿਚੁਅਲ ਹੋ ਗਈ ਆ, ਉਹਨੇ ਤੇਰੀ ਸ਼ੂਗਰ ਦੇ ਲੈਵਲ ਨੂੰ ਉੱਥੇ ਅਪ ਕਰ ਦਿੱਤਾ। ਇਹ ਇੱਕ ਦਿਨ 'ਚ ਨਹੀਂ ਕਿ ਲੈ ਇੱਕ ਦਿਨ 'ਚ ਮੈਂ 1 ਗਲਾਸ ਨਾ ਮਿੱਠੇ ਦਾ ਘੋਲ ਕੇ ਪੀ ਲਾ ਮੈਨੂੰ ਸ਼ੂਗਰ ਹੋ ਗਈ, ਇਦਾਂ ਨਹੀਂ ਹੁੰਦੀ। ਕੋਈ ਵੀ ਬਿਮਾਰੀ ਹੈ ਨਾ, ਇਹ ਸਮਝ ਲਓ ਕਿ ਜਿੱਦਾਂ ਬੰਦਾ ਇੱਕ ਬੈਂਕ 'ਚ ਕਿਸ਼ਤ ਜਮ੍ਹਾਂ ਕਰਦਾ ਹੈ ਨਾ, ਬਾਅਦ 'ਚੋਂ ਇਕੱਠੀ ਕਮੇਟੀ ਨਿਕਲਦੀ ਹੈ। ਇਹ ਇਦਾਂ ਹੀ ਬਿਮਾਰੀਆਂ ਜਿਹੜੀਆਂ ਕਮੇਟੀ ਪਾਈ ਹੁੰਦੀ ਹੈ ਬੰਦੇ ਨੇ, ਜਿਹੜੀ ਨਿਕਲਦੀ ਹੈ। ਅਸੀਂ ਇੱਕ ਵਾਰ ਇਹਦੇ ਬਾਰੇ ਬੜਾ ਖੋਲ ਕੇ ਦੱਸਿਆ ਸੀ ਕਿ ਬੰਦਾ ਥੋੜਾ ਥੋੜਾ ਜਮ੍ਹਾਂ ਕਰਦਾ ਰਹਿੰਦਾ, ਤਾਂ ਇੱਕ ਦਿਨ ਆਉਂਦਾ ਕਮੇਟੀ ਬਿਮਾਰੀ ਦੀ ਨਿਕਲ ਆਉਂਦੀ ਕਿ ਲੈ ਵੀ ਨਿਕਲੇ ਤੇਰੀ ਕਮੇਟੀ। ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ। ਸੋ ਬਿਮਾਰੀ ਵੀ ਹੌਲੀ ਹੌਲੀ ਆਉਂਦੀ ਹੈ। ਤਾਂ ਜਦੋਂ ਇਨਸਾਨ ਹੱਸਦਾ ਹੈ, ਮੁਸਕਰਾਉਂਦਾ ਹੈ, ਧਿਆਨ ਕਰਦਾ ਹੈ, ਯਕੀਨ ਰੱਖਦਾ, ਤਾਂ ਜਾਂਦੀ ਵੀ ਫਿਰ ਹੌਲੀ ਹੌਲੀ ਹੈ। ਮਾਤਰਾ ਘਟਦੀ ਘਟਦੀ ਘਟ ਜਾਂਦੀ, ਔਰ ਇਨਸਾਨ ਦੇ ਜੀਵਨ 'ਚ ਖੁਸ਼ੀਆਂ। ਹੁਣ ਤੁਸੀਂ ਦੱਸੋ ਆਉਣ ਵਾਲਾ ਕੱਲ ਕਿੱਦਾਂ ਦਾ ਚਾਹੁੰਦੇ ਹੋ ਤੁਸੀਂ? क्योंकि इतने भी पॉइंट लिखना है कि जैसी आपकी सोच होगी वैसा ही आपको मिलेगा, या जैसा आपका विश्वास होगा वैसा ही आपको मिलेगा। और तुसी की चाहते हो कल नूं मैनूं की मिले? खुशी मिले, कामयाबी मिले, सफलता मिले, तंदुरुस्ती मिले, तो फिर साडा विश्वास की है कि सानूं कल नूं की मिलेगा। जे साडा विश्वास है, जे साडी सोच है हाए कल नूं पता नहीं अब बीमारी बढ़ जानी, या कल नूं पता नहीं अब मेरा काम ही किते बंद ना हो जाए, या कल नूं पता नहीं आ चीज़ का घाटा ना हो जाए, तो जैसी तुहाडी सोच होनी है मिलना भी तुहानूं। तो जे तुसीं अज सोचोगे कि अज तकलीफ है पर मैनूं यकीन है आने वाला कल मेरे वास्ते तंदुरुस्ती भरिया होएगा, अज पैसा घट है, अज कम घट है, पर मैनूं विश्वास है कि आने वाले कल च मेरे को पैसा भी बढ़ेगा, मेरा कारोबार भी बढ़ेगा, अज मेरे जीवन च परेशानियां हैं पर मैनूं विश्वास है आने वाला समा मेरे वास्ते खुशियां भरिया होएगा। अगर ये विश्वास रखते हो खुशी दे नाल, खुशी दे नाल, ये नहीं कि रोंदे रोंदे, क्योंकि रोन नाल चिंता करना तो फिर वो रब दी रहमतां दी टूटी बंद ही है। वो तो उदों खुलनी जदों तुसीं हसोगे, खुश होवोगे, फिर वो नल खुलना रहमत दा। इसलिए अगर तुहानूं ये विश्वास है कि आने वाला कल मेरा खुशियां भरिया होएगा, तो फिर याद रखो खुशियां भरिया जरूर होएगा, क्योंकि तुसीं उहदी रहमत दे नल नूं रिलीज़ कर दिता। हुण उहदी रहमत आनी शुरू हो गई तो फिर कहांगे सुक्या होया पेड़ भी हरा शुरा होना शुरू हो जाता है जे उहनूं पानी पाना शुरू कर दईए। पर यह नहीं कि एक दिन पानी पाया तो पेड़ हरा हो जाना है। इदां हुंदा कि तुहाडे घर 'च कोई पेड़ सुक गया, उहनूं किन्ने दिन पानी नहीं पिया, हुण तुहानूं वो पेड़ सुक गया, इहनूं हरा करना है, या गमले का पौधा सुक गया इहनूं हरा करना है, तुसीं जाके पानी पा दिंदे हो, आ हरा नहीं होया हले, ਉਹ ਭਾਈ ਹੁਣੇ ਪਾਣੀ ਪਾ ਕੇ ਹਰਾ ਥੋੜੀ ਹੋਣਾ, ਰੋਜ਼ ਪਾਣੀ ਪਾਈ ਜਾ ਇੱਕ ਟਾਈਮ ਆਣਾ ਜਦੋਂ ਸੁੱਕੀਆਂ ਜੜ੍ਹਾਂ ਨੇ ਦੁਬਾਰਾ ਹਰੀਆਂ ਹੋ ਜਾਣਾ, ਥੋੜਾ ਟਾਈਮ ਲੱਗਦਾ ਹੈ। ਇਸੇ ਤਰ੍ਹਾਂ ਅਗਰ ਅੱਜ ਤੁਹਾਡੇ ਜੀਵਨ 'ਚ ਨਾ ਖੁਸ਼ੀਆਂ ਦਾ ਬੂਟਾ, ਤੰਦਰੁਸਤੀ ਦਾ ਬੂਟਾ, ਕਾਮਯਾਬੀ ਦਾ ਬੂਟਾ ਸੁੱਕਿਆ ਹੋਇਆ ਹੈ, ਤਾਂ ਆਪਣੇ ਵਿਸ਼ਵਾਸ ਦਾ, ਮਾਲਿਕ ਦੀ ਰਹਿਮਤ ਦਾ, ਭਰੋਸੇ ਦਾ, ਖੁਸ਼ੀ ਦਾ ਪਾਣੀ ਇਹਨੂੰ ਪਾਓ। ਕਿਉਂਕਿ ਜਿੱਦਾਂ ਜਿੱਦਾਂ ਖੁਸ਼ੀ ਦਾ ਪਾਣੀ ਉਹਦੇ ਅੰਦਰ ਜਾਏਗਾ, ਹੌਲੀ ਹੌਲੀ ਉਹਦੀਆਂ ਜੜ੍ਹਾਂ ਨੂੰ ਜਦੋਂ ਇਹ ਧਿਆਨ ਦਾ ਅੰਮ੍ਰਿਤ ਮਿਲੇਗਾ, ਖੁਸ਼ੀ ਦਾ ਅੰਮ੍ਰਿਤ ਮਿਲੇਗਾ, ਵਿਸ਼ਵਾਸ ਦਾ ਅੰਮ੍ਰਿਤ ਮਿਲੇਗਾ, ਤਾਂ ਸੁੱਕਿਆ ਹੋਇਆ ਪੌਦਾ ਦੁਬਾਰਾ ਹਰਾ ਜ਼ਰੂਰ ਹੋਏਗਾ, ਉੱਤੇ ਫਲ ਫੁੱਲ ਜ਼ਰੂਰ ਆਣਗੇ, ਪਰ ਥੋੜਾ ਟਾਈਮ ਲੱਗਦਾ ਹੈ। ਬੋਲੋ ਸਮਝਦੇ ਹੋ? ਤਾਂ ਹੀ ਤਾਂ ਕਿਸੇ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਇੱਕ ਸਵਾਲ ਕੀਤਾ ਸੀ ਕਿ ਜ਼ਿੰਦਗੀ 'ਚ ਕਾਮਯਾਬ ਕੌਣ ਹੁੰਦਾ ਹੈ, ਕਾਮਯਾਬੀ ਕਿੱਦਾਂ ਮਿਲਦੀ ਹੈ? ਕਿਉਂਕਿ ਉਹ ਦੇਖੋ ਕਿੱਥੋਂ ਉੱਠ ਕੇ ਕਿੱਥੇ ਪਹੁੰਚੇ। ਤਾਂ ਜਿਹੜਾ ਨਾ ਜ਼ਮੀਨ ਤੋਂ ਉੱਠ ਕੇ, ਫਰਸ਼ ਤੋਂ ਉੱਠ ਕੇ ਅਰਸ਼ ਤੱਕ ਪਹੁੰਚਿਆ ਹੋਵੇ, ਫਿਰ ਉਹਨੂੰ ਪੁੱਛਿਆ ਜਾਂਦਾ ਕਿ ਕਾਮਯਾਬ ਕਿੱਦਾਂ ਹੋਇਆ ਜਾਂਦਾ ਹੈ।
ਬਾਬਾ ਸਾਹਿਬ ਨੂੰ ਜਦੋਂ ਸਵਾਲ ਕੀਤਾ ਕਿਸੇ ਨੇ ਕਿ ਜੀਵਨ 'ਚ ਕਾਮਯਾਬੀ ਕਿੱਦਾਂ ਮਿਲਦੀ ਹੈ, ਤਾਂ ਉਹਨਾਂ ਨੇ 4 ਚੀਜ਼ਾਂ ਦੀ ਤਰਫ ਇਸ਼ਾਰਾ ਕੀਤਾ। ਕੀ ਕਹਿੰਦੇ ਉਹ ਕਿ ਜੀਵਨ 'ਚ ਕਾਮਯਾਬ ਹੋਣ ਦਾ ਨੁਕਤਾ ਦੱਸਦੇ ਹੈ। ਬਾਬਾ ਸਾਹਿਬ ਕਹਿੰਦੇ, ਉਹਨੂੰ ਪੁੱਛਿਆ, ਜਦੋਂ ਸਵਾਲ ਪੁੱਛਿਆ ਨਾ ਉਹਨਾਂ ਨੂੰ, ਉਹ ਪੱਤਰਕਾਰ ਨੂੰ ਕੀ ਕਹਿੰਦੇ, ਉਹਨੂੰ ਕਹਿੰਦੇ ਉਹ ਕਹਿੰਦੇ ਸੁਣ, ਤੂੰ ਪੁੱਛਿਆ ਕਾਮਯਾਬੀ ਕਿੱਦਾਂ ਮਿਲਦੀ ਹੈ, ਤਾਂ ਉਹਨੂੰ ਦੱਸਿਆ ਕਿ ਸੁਣ। ਬਾਬਾ ਸਾਹਿਬ ਬੋਲੇ, ਕਹਿੰਦੇ ਸੰਕਲਪ। ਪਹਿਲੀ ਗੱਲ ਕਿਹੜੀ ਗੱਲ ਕਹੀ? ਸੰਕल्प अभ्यास। संकल्प अभ्यास धैर्य विश्वास, इनसे ही इंसान को कामयाबी हासिल होती है। ये 4 चीज़ों की तरफ इशारा किया कि कामयाब होना है तो किहड़े गुण अंदर होने चाहिए है? संकल्प। पहली गल संकल्प कि जे मैं कामयाब होना तो मैनू संकल्प लेना पैंदा कि आह काम मैं करना है और करके रहना है। जिदा फर्ज करो तुसी किसी मंजिल ते जाना ना, पहला संकल्प कर लो कि मंजिल तक पहुंचना जरूर है। पहला अपने आप नाल एक वादा करना पैंदा है और फिर अगला की है? अभ्यास। फिर कहते वो संकल्प नू पूरा करने वास्ते अभ्यास करना पैंदा, मेहनत करनी पैंदी है। जिदा हुण फर्ज करो जे कोई सोच लवे मैं अच्छा क्रिकेटर बनना है, तो हुण उन्हें संकल्प ले लिया, तो हुण ग्राउंड जाके अभ्यास भी प्रैक्टिस भी रोज करनी पैनी है, फिर ही अच्छा बन सकता। नहीं तो घर बैठिया बैड ते या घर बैठिया कुर्सी ते तो अच्छा प्लेयर बन ही नहीं सकता। इंसान की फील्ड कोई भी होवे, ये बंदा कहता है ना कि मैं अच्छा प्लेयर बनना है, अच्छा बिजनेसमैन बनना है, अच्छा शॉपकीपर दुकानदार बनना है, या अच्छा ध्यान करने वाला बनना है, तो हर चीज़ वास्ते अभ्यास मेहनत करनी पैंदी है। जरा हुण गौर करना, समझ लो। एक ऐसी कहते हैं ये निशानेबाज ना सुपरस्टार है और आ हाले नौ सिखिया है। नौ सिखिया मतलब हाले सीख रहा है। हुण दोनों 'च फर्क की है? दोनों 'च फर्क की है? वो स्टार बन चुका है शूटर या तीर अंदाज, वो स्टार बन चुका है, ये हाले सीख रहा है। फर्क की है? फर्क है अभ्यास का, क्योंकि वो इन्ने सालों तो रोज अभ्यास करता करता जो ऊंचाई ते पहुंच गया, तो इन्हें हाले शुरू किया है। फर्क सिर्फ अभ्यास का ही है। हुण अगर वो जिहड़ा सुपरस्टार है, जिहड़ा इस वेले असीं कहांगे स्टार है, अगर वो अभ्यास करना बंद कर दे, मेहनत करनी बंद कर दे, तो हौली हौली वो नौ सिखिया अगर रोज अभ्यास करी जाए तो एक दिन उस तो भी अगे निकल सकता कि नहीं? वो फर्क काहदा है? मेहनत का, अभ्यास का। सो यही चीज़ बाबा साहब अंबेडकर दस रहे हैं कि जीवन च कामयाबी उन्होंने मिलती है, सब तो पहला संकल्प लेना पैंदा है। पर कभी संकल्प नहीं बंदा लैंदा। बंदे नूं पता हुंदा है कि मैनू आ प्रॉब्लम है, परेशानी है, मेरे जीवन च आ तंगी है, पर कभी बंदा संकल्प नहीं लैंदा कि इनू दूर करना है मैं। बोलो समझदे हो कि नहीं? अगर संकल्प बंदा ले लावे, कसम खा लावे कि आ चीज़ ही है और मैं इनू हासिल करना है, हुण उहदे वास्ते फिर बंदा अभ्यास करे, मेहनत करे। फिर तीसरी चीज़ की दसी उन्होंने? धैर्य। धैर्य यानी सबर। फिर सबर भी रखना है। जिदा दसिया ना कि जिंदगी के सुके बूटे विच भी फुल आते हैं, फल आते हैं, पर उन्होंने पानी पा के रोज़ पानी पाना है, तो सबर भी रखना है, धैर्य भी रखना है। ये नहीं कि हुण पानी पाया तो शाम तक बूटा हरा हो जाना है। इनू कहते धैर्य, कि तू मेहनत करता है तो यकीन रख। क्योंकि जो बंदा कई बार दसे मंजिल की तरफ जाना है, बंदे ने संकल्प कर लिया मंजिल नूं पाना है, तो हुण अभ्यास का मतलब उसते कदम बढ़ाने, चलते जाना, तो नाल धैर्य भी रखना। ये नहीं कि 4 कदम तुरे तो मंजिल मिल जानी है। धैर्य रखना कि मैं रोज अभ्यास करना है, रोज कोशिश करनी है, और उदों तक कोशिश करते रहना जब तक मैनू मेरी मंजिल, इनू कहते धैर्य रखते हुए बढ़ते जाओ, बढ़ते जाओ, बढ़ते जाओ, कदम बढ़ाते जाओ, एक दिन मंजिल जरूर। इनू कहते धैर्य दे नाल तुरे रहो। समझदे हो कि नहीं? हुण कई बार बंदे नवीं जगह जाना हुंदा ना, तो बस 'च बह जाता है या ट्रेन 'च बह जाता है, तो जिन्हों पता नहीं हुंदा वो ड्राइवर नूं या कंडक्टर नूं, हाँ जी भाई साहब कदों आना है स्टेशन? वो भाई धैर्य रख, सबर ना बैठा रह, जो आ जाऊंगा तेन दस देवांगे, टेंशन क्यों लैंदा है? हुण तेरे बार बार पुछण ना आ तो जाना नहीं। इदां कहंदे ना, ये धैर्य रख भाई, थोड़ा सबर रख, क्योंकि तू सही रास्ते जा रहा है, पहुंच जाएगा। हुण फर्ज करो बंदा जलंधरों तुरिया लो दिल्ली जाना है, पहली बार जा रहा है, तो हले बस तुरी फगवाड़े पहुंची, हाँ जी महाराज दिल्ली कदों आनी है? क्योंकि पहली बार जा रहा है, कितने गलत ना चला जाऊँ। और सबर रख, हाले फगवाड़ा आया, हाले सबर रख। फिर थोड़ा जिहा होर अगे जाके फ्लोर आ गया, हाँ जी आ गया दिल्ली जी, और सबर रख भाई, हाले फ्लोर आया है।
ਨਹੀਂ ਜੀ ਪਹਿਲੀ ਵਾਰ ਜਾ ਰਿਹਾ, ਮੈਨੂੰ ਪਤਾ ਨਹੀਂ ਰਸਤੇ 'ਚ ਕੀ ਆਣਾ, ਤਾਂ ਪੁੱਛ ਰਿਹਾ। ਉਹ ਹਾਲੇ ਲੁਧਿਆਣਾ ਵੀ ਆਣਾ ਹੈ, ਅੰਬਾਲਾ ਵੀ ਆਣਾ ਹੈ, ਕਰਨਾਲ ਵੀ ਆਣਾ, ਪਾਣੀਪਤ ਸੋਨੀਪਤ ਕਈ ਕੁਛ ਆਣਾ ਹੈ। ਇਹ ਦਿੱਲੀ ਬਾਅਦ ਚੋਂ ਆਣੀ ਹੈ। ਸਬਰ ਰੱਖ, ਜਦੋਂ ਆਏਗੀ ਦੱਸ ਦੇਵਾਂਗੇ। ਹੁਣ ਜੇ ਸਹੀ ਬੱਸ 'ਚ ਬੈਠੇ ਆ, ਸਬਰ ਰੱਖਦੇ ਆ, ਤਾਂ ਮੰਜ਼ਿਲ ਤੱਕ ਪਹੁੰਚਦਾ ਵੀ ਬੰਦਾ ਕਹਿ ਦਿਓ ਜ਼ਰੂਰ ਹੈ। ਹੁਣ ਤੁਹਾਨੂੰ ਵੀ ਖੁਸ਼ੀਆਂ ਦੀ ਮੰਜ਼ਿਲ ਚਾਹੀਦੀ ਹੈ, ਆਪਣੇ ਮਾਲਿਕ ਦੀ ਰਹਿਮਤ ਦੀ ਮੰਜ਼ਿਲ ਚਾਹੀਦੀ ਹੈ, ਤਾਂ ਫਿਰ ਬੇਸਬਰੇ ਜੇ ਨਾ ਬਣੋ। ਇਨਸਾਨ ਪਤਾ ਕੀ ਕਰਦਾ ਹੈ, ਇੱਥੇ ਬੇਨਤੀ ਕਰਦਾ ਹੈ, ਆ ਸ਼ਾਮ ਨੂੰ ਜਦੋਂ ਇਹ ਬੇਨਤੀਆਂ ਸੁਣ ਕੇ ਉੱਠ ਕੇ ਉੱਥੇ ਫਿਰ ਬੇਨਤੀ ਕਰ ਲਾ ਪਣੀ। ਇਹ ਕੀ ਗੱਲ ਉੱਥੇ ਨਹੀਂ ਹੋਈ ਸੀ? ਨਹੀਂ ਜੀ ਹੋ ਗਈ ਸੀ, ਰਹਿਮਤ ਮਿਲੀ ਨਹੀਂ, ਮਿਲ ਗਈ ਸੀ। ਭਾਈ ਇੱਥੇ ਵੀ ਤਾਂ ਉਹੀ ਗੱਲ ਹੈ ਨਾ, ਯਕੀਨ ਰੱਖੋ। ਬੰਦਾ ਸੋਚਦਾ ਜਿੰਨੀ ਬਾਰ-ਬਾਰ ਮੈਂ ਰੌਲਾ ਪਾਉਂਗਾ ਦੱਸੂਗਾ ਸ਼ਾਇਦ ਜਲਦੀ ਰਹਿਮਤ ਹੋਣੀ ਹੈ। ਅਸੀਂ ਫਿਰ ਕਹਾਂਗੇ ਬਾਰ-ਬਾਰ ਦੱਸਣ ਨਾਲ ਰਹਿਮਤ ਜਲਦੀ ਨਹੀਂ ਹੁੰਦੀ, ਦੇਰ ਹੋ ਜਾਂਦੀ ਹੈ, ਕਿਉਂਕਿ ਰੱਬ ਕਹਿੰਦਾ ਤੈਨੂੰ ਯਕੀਨ ਹੀ ਹੈ ਨਹੀਂ, ਪਹਿਲਾਂ ਆਪਣੇ ਯਕੀਨ ਨੂੰ ਪੱਕਾ ਕਰ ਫਿਰ ਦੇਵਾਂਗੇ। ਤਾਂ ਜਦੋਂ ਬੰਦਾ ਇੱਕ ਵਾਰ ਵਿਸ਼ਵਾਸ ਨਾਲ ਕਹਿੰਦਾ, ਕਹਿ ਦਿੱਤਾ ਮੈਂ ਆਪਣੇ ਮਾਲਿਕ ਨੂੰ, ਹੁਣ ਬਾਰ-ਬਾਰ ਕੀ ਦੱਸਣਾ ਹੈ? ਹੁਣ ਯਕੀਨ ਰੱਖਣਾ ਕਿ ਜੇ ਮੈਨੂੰ ਹੁਕਮ ਲੱਗਾ ਮੈਂ ਪੂਰਾ ਕਰਨਾ, ਤਾਂ ਟਾਈਮ ਆਉਣ ਤੇ ਮੇਰੀ ਝੋਲੀ ਖੁਸ਼ੀਆਂ ਨਾਲ ਭਰਨੀ ਵੀ ਜ਼ਰੂਰ ਹੈ, ਵਿਸ਼ਵਾਸ। ਇਸ ਲਈ ਆਖਰ ਵਿੱਚ ਕਿਹਾ ਬਾਬਾ ਸਾਹਿਬ ਨੇ ਵਿਸ਼ਵਾਸ। ਪਹਿਲਾ ਕਹਿੰਦੇ ਸੰਕल्प, दूसरा है अभ्यास, तीसरा है धैर्य, चौथा है विश्वास। कहते चार गुण अगर तेरे अंदर है, ये चार गुण ही तेनों कामयाबी दवाते हैं। क्योंकि पूछा सी कि मारे जीवन च कामयाबी किद्दां मिलती है, तो फिर उन्होंने कहा सी संकल्प, अभ्यास, धैर्य, विश्वास, इनसे ही इंसान को कामयाबी मिलती है। हुण जे तुसी कामयाब होना चाहते हो, चेक करो कि मेरे अंदर ये गुण है। मैं कभी फर्ज करो बंदे नूं लगता है, उदाहरण लै लो, बंदे नूं लगता मेरा वेट ज़्यादा नूं घट करना है, तो संकल्प किया कभी कि मेरा वेट जो 90 किलो है, तो इनू मैं संकल्प करता कि 6 महीने च मैं 70 किलो लैके आना है, या जिन्ना मैनू चाहिए लैके आना है। फिर लग जाओ, मेहनत करो, फिर आएगा। तो जे बंदा कहे कोई नहीं, जो टाइम लगा कर लवांगे, ਇਹਦਾ मतलब संकल्प ही नहीं किया, तो टारगेट भी कभी पूरा नहीं होना। ये उदाहरण दे रहे हैं असीं, क्योंकि पहला संकल्प जरूरी है, पहला अपने अंदर एक फैसला करना जरूरी है कि मैनू आ चीज़ चाहिए है। हुण जो फैसला कर लिया चाहिए है, चाहे वो रब होवे, चाहे वो जग होवे, चाहे कामयाबी होवे, चाहे तंदुरुस्ती होवे, तो हुण जो संकल्प कर लिया, तो हुण बस मेहनत करो हुण कि उहनूं किद्दां पावां मैं। क्योंकि हर चीज़ इंसान नूं मिल सकती है, दुनिया ते ऐसी कोई चीज़ नहीं है जिहनूं तुसीं हासिल ना कर सको। हर चीज़ तुहानूं मिल सकती है, पर हर चीज़ नूं प्राप्त करन दा एक नियम हुंदा है, वो नियम नूं पूरा करना पैंदा है। तंदुरुस्ती मिल सकती है, पर तंदुरुस्ती नूं हासिल करन दे कुछ नियम हुंदे है। तुसीं स्ट्रोंग बन सकते हो, पर स्ट्रोंग बनन दे कुछ नियम हुंदे है। अगर वो नियम नूं पालना करांगे, मन्नांगे, तो वो चीज़ सानूं मिलेगी भी। कह दिओ हुण अगर गुलाब का फुल चाहिए है घर च, मेरे घर च जमीन है, तो मैं गुलाबां दे फुल्लां दी क्यारी चाहता हाँ, तो लग सकती है कि नहीं? क्योंकि जो नियम है कि इदा खुदाई करो, इदा खाद पाओ, आ बूटा लाओ या आ चीज़ लाओ, आ गुलाब की कलम लाओ, तो जो नियम पूरे करांगे तो एक दिन फुल्लां नाल क्यारी भर जाएगी। तो जे बंदा नियम ही पूरे ना करे और लभे गुलाब के फुल, तो फिर एक छोटा जिहा फुल भी सानू जीवन च नहीं मिल सकता। समझ आ रही कि नहीं? इस करके हर चीज़ तुसीं पा सकते हो, बस मेहनत करने वास्ते, विश्वास दे नाल, अभ्यास करने वास्ते, यकीन दे नाल, धैर्य दे नाल कदम बढ़ाने वास्ते तैयार रहो। तो फिर जिंदगी च ऐसा कुछ भी नहीं है जो तुहानूं हासिल ना हो सके। इसलिए सोचा करो कि मैं आ चीज़ नूं पाना चाहता, चीज़ नूं पाण दे पहला नियम जाना कि इहनूं पाया किद्दां जा सकता है। बस फिर नियम नूं जानो, और नियमां दी पालना करो, तो पहुंच जाओ। क्योंकि दुनियावी तौर पर इदां ही समझाना पैना ना कि एक बच्चा चाहता है कि मेरे कोल सर्टिफिकेट आवे 10वीं का या +2 का, तो फिर +2 के सर्टिफिकेट तक पहुँचने वास्ते मैनू किहड़े नियमां दा पालना करना पएगा? अच्छा दसो फिर किहड़े नियमां दा बच्चे नूं पालना करनी पएगी? उहनूं रोज़ स्कूल, होमवर्क, पाठ याद, सवालों का जवाब, टेस्ट देने पैणगे। टेस्ट दिंदियां दिंदियां वो सारे नियमां नूं पूरा करदियां करदियां एक दिन वो डिग्री या सर्टिफिकेट उहदे हत्थ 'च। तो हुण जे बच्चा कहे सर्टिफिकेट तो मैनू चाहिए, पर मैं स्कूल नहीं जाना, मैं पाठ नहीं याद करना, मैं होमवर्क नहीं करना, तो फिर भाई बैठा रहे पहली क्लास 'च, फिर तेरा ये नियम पूरा ही नहीं होएगा, तो चीज़ भी तेनू कदी समझ आ रही कि नहीं? इनू कहते नियम। हुण तुहानू अच्छी सेहत चाहिए है, अच्छी सेहत का नियम की है कि मैं थोड़ी एक्सरसाइज करा, अच्छा भोजन करा, समझते हो कि नहीं? तलियां चीज़ों तो बचा, मिठियां चीज़ों तो बचा,
ਜ਼ਿਆਦਾ ਮਸਾਲੇਦਾਰ ਚੀਜ਼ਾਂ ਤੋਂ ਬਚਾਂ ਔਰ ਮੈਂ ਮਿਹਨਤ ਕਰਾਂ, ਐਕਸਰਸਾਈਜ਼ ਕਰਾਂ, ਤਾਂ ਫਿਰ ਮੈਂ ਇੱਕ ਸੋਲਿਡ ਸਰੀਰ ਯਾਨੀ ਤੰਦਰੁਸਤ ਸਰੀਰ, ਤਾਕਤਵਰ ਸਰੀਰ ਮੈਨੂੰ ਮਿਲ ਸਕਦਾ ਹੈ। ਹੁਣ ਜ਼ਰਾ ਗੌਰ ਕਰੋ, ਹੁਣ ਬੰਦਾ ਕਹਿੰਦਾ ਚਾਹੀਦੀ ਮੈਨੂੰ ਤੰਦਰੁਸਤੀ ਹੈ, ਚਾਹੀਦੀ ਮੈਨੂੰ ਨਾ ਸਟਰੋਂਗ ਬਾਡੀ ਹੈ, ਔਰ ਖਾਣੇ में पीजे बर्गर है, खाने में तले हुए समोसे है, खाणियां में तलियां हुई चीज़ां है, तो फिर ਇਹਦਾ मतलब ਉਹ ਤੰਦਰੁਸਤੀ ਵਾਸਤੇ, ਅੱਛੇ ਸਰੀਰ ਵਾਸਤੇ ਜੋ ਨਿਯਮ ਹੈ ਉਹ ਤੂੰ ਫੋਲੋ ਨਹੀਂ ਕਰ ਰਿਹਾ, ਤਾਂ ਚੀਜ਼ ਵੀ ਤੈਨੂੰ ਕਦੀ ਕਹਿ ਦਿਓ ਨਹੀਂ ਮਿਲਣੀ। ਕਿਉਂਕਿ ਜਿਹਨੇ ਆਪਣੀ ਬਾਡੀ ਨੂੰ ਜਿੱਦਾਂ ਦਾ ਬਣਾਉਣਾ ਹੋਵੇ ਨਾ, ਉਹਨੂੰ ਫਿਰ ਡਾਈਟ ਵੀ ਉੱਦਾਂ ਦੀ ਫੋਲੋ ਕਰਨੀ ਪੈਂਦੀ ਹੈ, ਨਿਯਮ ਵੀ ਉੱਦਾਂ ਦੇ ਫੋਲੋ ਕਰਨੇ ਪੈਂਦੇ। ਸਮਝ ਆ ਰਹੀ ਕਿ ਨਹੀਂ? ਤਾਂ ਹੀ ਤਾਂ ਜਿਹਦੀ ਸ਼ੂਗਰ ਵੱਧਦੀ ਹੋਵੇ ਡਾਕਟਰ ਨੂੰ ਨਿਯਮ ਦੱਸਦੇ ਕਿ ਭਾਈ ਆਹ ਚੀਜ਼ਾਂ ਨਹੀਂ ਖਾਣੀਆਂ, ਤਾਂ ਆਹ ਚੀਜ਼ਾਂ ਖਾਣੀਆਂ ਹੈ, ਨਿਯਮ। ਹੁਣ ਅਗਰ ਬੰਦਾ ਚਾਹੁੰਦਾ ਉਹ ਮੈਨੂੰ ਤੰਦਰੁਸਤੀ ਮਿਲੇ ਤਾਂ ਨਿਯਮ ਫੋਲੋ ਕਰਨੇ ਪੈਣੇ ਆ। ਤਾਂ ਜਿਹਦੀ ਕੋਈ ਬਿਮਾਰੀ ਜਿੱਦਾਂ ਦੀ ਹੋਵੇ ਡਾਕਟਰ ਉਹਨੂੰ ਕੁਝ ਨਿਯਮ ਦਿੰਦੇ ਆ। ਸਮਝ ਆ ਰਹੀ ਕਿ ਨਹੀਂ? ਇਸ ਲਈ ਤੁਹਾਨੂੰ ਫਿਰ ਕਹਾਂਗੇ ਦੁਨੀਆ ਤੇ ਐਸਾ ਕੁਝ ਵੀ ਨਹੀਂ ਹੈ। ਜੇ ਤੁਸੀਂ ਰੱਬ ਨੂੰ ਵੀ ਪਾਣਾ ਚਾਹੁੰਦੇ ਹੋ ਨਾ, ਰੱਬ ਵੀ ਤੁਹਾਨੂੰ ਮਿਲੇਗਾ, ਰਹਿਮਤਾਂ ਵੀ ਤੁਹਾਨੂੰ ਮਿਲਣਗੀਆਂ। ਬਸ ਇਹ ਜਾਣੋ ਕਿ ਉਹ ਰਹਿਮਤਾਂ ਨੂੰ, ਉਹ ਰੱਬ ਨੂੰ ਹਾਸਲ ਕਰਨ ਦੇ ਨਿਯਮ ਕੀ ਹੈ। ਉਹਨਾਂ ਨਿਯਮਾਂ ਨੂੰ ਮੰਨਣਾ ਸ਼ੁਰੂ ਕਰ ਦੇਵਾਂ, ਉਹਨਾਂ ਨਿਯਮਾਂ ਤੇ ਚੱਲਣਾ ਸ਼ੁਰੂ ਕਰ ਦੇਵਾਂ, ਤਾਂ ਉਹ ਚੀਜ਼ ਮੈਨੂੰ ਜ਼ਰੂਰ ਮਿਲੇਗੀ। ਫਿਰ ਕੋਈ ਤਾਕਤ ਮੈਨੂੰ ਰੋਕ ਨਹੀਂ ਸਕਦੀ, ਕਿਉਂਕਿ ਮੈਂ ਨਿਯਮ ਫੋਲੋ ਕਰ ਰਿਹਾ। ਕਿਉਂਕਿ ਹਰ ਚੀਜ਼ ਨਿਯਮ ਦੇ ਨਾਲ ਹੀ ਮਿਲਦੀ ਹੈ। ਅੱਜ ਬੰਦਾ ਪਾਣਾ ਰੱਬ ਨੂੰ ਚਾਹੁੰਦਾ ਹੈ, ਪਾਣਾ ਰਹਿਮਤਾਂ ਚਾਹੁੰਦਾ ਹੈ, ਪਰ ਸਿਮਰਨ ਕਰਨਾ ਨਹੀਂ, ਮੈਡੀਟੇਸ਼ਨ ਕਰਨਾ ਨਹੀਂ, ਸੱਚ ਦੇ ਰਸਤੇ ਚੱਲਣਾ ਨਹੀਂ, ਭਰਿਆ ਨਫ਼ਰਤ ਦੇ ਨਾਲ ਹੈ, ਭਰਿਆ ਕ੍ਰੋਧ ਦੇ ਨਾਲ ਹੈ, ਕਦੀ ਸੇਵਾ ਕਰਨੀ ਨਹੀਂ, ਕੋਈ ਦਾਨ ਪੁੰਨ ਦਾ ਕਰਮ ਕਰਨਾ ਨਹੀਂ, ਫਿਰ ਕਹਿਣਾ ਰੱਬ ਮਿਲੇ ਮੈਨੂੰ। ਉਹ ਨਿਯਮ ਨਹੀਂ ਫੋਲੋ ਕਰ ਰਿਹਾ ਤਾਂ ਰੱਬ ਦੀ ਰਹਿਮਤ ਕਿੱਦਾਂ ਮਿਲੇਗੀ? ਬੋਲੋ ਸਮਝਦੇ ਹੋ ਕਿ ਨਹੀਂ? ਫਿਰ ਕਹਾਂਗੇ ਕਿ ਕਿਸਾਨ ਜੇ ਫਸਲ ਚਾਹੁੰਦਾ ਹੈ ਨਾ, ਤਾਂ ਨਿਯਮ ਹੈ ਪਹਿਲਾਂ ਬੀਜ ਬੋ, ਫਸਲ ਫਿਰ ਆਏਗੀ। ਤਾਂ ਕਿਸਾਨ ਕਹੇ ਪਹਿਲਾਂ ਫਸਲ ਮਿਲੇ ਫਿਰ ਬੀਜ ਬੋਊਂਗਾ। ਤਾਂ ਜਦ ਤੱਕ ਤੂੰ ਨਿਯਮ ਨਹੀਂ ਫੋਲੋ ਕਰੇਗਾ, ਨਿਯਮ ਨਹੀਂ ਮੰਨੇਗਾ, ਤੇਰੀ ਕੋਠੜੀ ਦਾਣਿਆਂ ਨਾਲ ਨਹੀਂ ਭਰੇਗੀ। ਇਸ ਲਈ ਤੁਸੀਂ ਸੋਚੋ ਤੁਹਾਨੂੰ ਕੀ ਚਾਹੀਦਾ ਹੈ, ਫਿਰ ਉਹਦੇ ਬਾਰੇ ਨਿਯਮ ਜਾਣੋ ਕਿ ਆਹ ਚੀਜ਼ ਮੈਨੂੰ ਚਾਹੀਦੀ ਹੈ, ਇਹਦੇ ਨਿਯਮ ਕੀ ਹੈ, ਕਿੱਦਾਂ ਮੈਨੂੰ ਮਿਲ ਸਕਦੀ ਹੈ। ਫਿਰ ਸੰਕਲਪ ਕਰੋ ਕਿ ਇਹਨੂੰ ਪਾਣਾ ਹੈ ਹੁਣ, ਔਰ ਫਿਰ ਅਭਿਆਸ ਕਰੀਏ, ਯਾਨੀ ਨਿਯਮ ਤੇ ਚੱਲੀਏ। ਤਾਂ ਤੁਸੀਂ ਦੇਖੋਗੇ ਹੌਲੀ ਹੌਲੀ ਤੁਹਾਡੀ ਮੰਜ਼ਿਲ ਨੇੜੇ ਆਂਦੀ ਚਲੀ ਜਾਏਗੀ। ਕਿਉਂਕਿ ਫਿਰ ਕਹਾਂਗੇ ਕਿ ਰੱਬ ਨੇ ਤੁਹਾਨੂੰ ਐਸਾ ਬਣਾਇਆ ਕਿ ਦੁਨੀਆ ਤੇ ਐਸੀ ਕੋਈ ਚੀਜ਼ ਨਹੀਂ ਹੈ ਜਿਹਨੂੰ ਤੁਸੀਂ ਹਾਸਿਲ ਨਾ ਕਰ ਸਕੋ। ਤੁਸੀਂ ਹਰ ਚੀਜ਼ ਹਾਸਿਲ ਕਰ ਸਕਦੇ ਹੋ, ਹਰ ਚੀਜ਼ ਤੁਹਾਨੂੰ ਮਿਲ ਸਕਦੀ ਹੈ, ਬਸ ਉਹਦੇ ਨਿਯਮ ਸਮਝ ਲਓ। ਹੁਣ ਜੇ ਮਾਲਕ ਦੇ ਘਰ 'ਚ ਆਏ ਹੋ ਤਾਂ ਦੇਖੋ ਕਿੰਨਿਆਂ ਜੀਵਾਂ ਦੀ ਝੋਲੀ ਰਹਿਮਤਾਂ ਨਾਲ ਭਰਦੀ ਹੈ। ਕਿੰਨੇ ਜੀਵ ਖੁਸ਼ੀਆਂ ਲੈ ਕੇ ਜਾਂਦੇ ਆ, ਉਹੀ ਲੈ ਕੇ ਜਾਂਦੇ ਜਿਹੜੇ ਮਾਲਕ ਦੇ ਨਿਯਮਾਂ ਤੇ ਚੱਲਦੇ ਆ। ਤੇ ਜੇ ਬੰਦਾ ਕਵੇ ਮੈਂ ਮੀਟ ਵੀ ਖਾਈ ਜਾਵਾਂ, ਸ਼ਰਾਬ ਵੀ ਪੀ ਜਾਵਾਂ, ਨਿਆਜ਼ ਵੀ ਨਾ ਦੇਵਾਂ, ਕੋਈ ਨੇਕੀ ਵੀ ਨਾ ਕਰਾਂ, ਤਾਂ ਮੇਰੇ ਤੇ ਰਹਿਮਤ ਵੀ ਹੋ ਜਾਵੇ, ਤਾਂ ਭਾਈ ਤੂੰ ਨਿਯਮ ਫੋਲੋ ਨਹੀਂ ਕਰ ਰਿਹਾ, ਤਾਂ ਰਹਿਮਤ ਕਿੱਦਾਂ ਹੋਏਗੀ? ਮੈਡੀਟੇਸ਼ਨ ਕਰੇਗਾ, ਧਿਆਨ ਕਰੇਗਾ, ਤਾਂ ਸੁਰਤੀ ਪਰਮਾਤਮਾ ਨਾਲ ਜੁੜੇਗੀ। ਨਾਮ ਦੀ ਦਾਤ ਲੈ ਕੇ ਨਾਮ ਜਪੇਗਾ ਤਾਂ ਧਿਆਨ ਮਾਲਿਕ ਨਾਲ ਜੁੜੇਗਾ, ਤਾਂ ਜੀਵਨ 'ਚ ਖੁਸ਼ੀਆਂ ਆਣਗੀਆਂ। ਨਿਯਮ ਫੋਲੋ ਕਰ ਤਾਂ ਫਿਰ ਜੀਵਨ 'ਚ ਖੁਸ਼ੀਆਂ ਵੀ ਕਹਿ ਦਿਓ। ਕਿਉਂਕਿ ਜੋ ਤੁਹਾਨੂੰ ਚਾਹੀਦਾ ਉਹ ਤੁਹਾਨੂੰ ਮਿਲ ਸਕਦਾ ਹੈ, ਬਸ ਤੁਹਾਨੂੰ ਉਹ ਨਿਯਮ ਤੇ ਚੱਲਣ ਦੀ ਕਹਿ ਦਿਓ। ਇਸ ਲਈ ਅੱਜ ਕਹੋ ਕਿ ਮੈਂ ਵੀ ਜੀਵਨ 'ਚ ਕਾਮਯਾਬ ਹੋਣਾ, ਇਸ ਲਈ ਮੈਂ ਆਪਣੇ ਜੀਵਨ 'ਚ ਸੰਕਲਪ ਕਰਨਾ ਹੈ, ਅਭਿਆਸ ਕਰਨਾ ਹੈ, ਔਰ ਧੈर्य ਰੱਖਣਾ ਹੈ, ਔਰ ਆਪਣੇ ਮਾਲਿਕ ਤੇ ਵਿਸ਼ਵਾਸ ਕਰਨਾ ਹੈ। ਫਿਰ ਮੈਨੂੰ ਕਾਮਯਾਬ ਹੋਣ ਤੋਂ ਕੋਈ ਤਾਕਤ ਰੋਕ ਨਹੀਂ ਸਕਦੀ। ਫਿਰ ਮੈਨੂੰ ਕਾਮਯਾਬੀ ਜ਼ਰੂਰ ਇਹੀ ਸਫਲਤਾ ਦਾ ਰਾਜ ਹੈ। ਇਹੀ ਬਾਬਾ ਸਾਹਿਬ ਨੇ ਨੁਕਤਾ ਦੱਸਿਆ ਜਿਹਦੇ ਬੜੀ ਗਹਿਰਾਈ ਛਪੀ ਹੋਈ ਹੈ, ਯਾਨੀ ਬੜੀ ਗਹਿਰਾਈ ਛੁਪੀ ਹੈ ਇਹਦੇ ਅੰਦਰ। ਇਸ ਲਈ ਅਸੀਂ ਵੀ ਸਮਝੀਏ ਇਹਨਾਂ ਚੀਜ਼ਾਂ ਨੂੰ, ਤਾਂ ਜੀਵਨ 'ਚ ਕੋਈ ਕਮੀ ਨਹੀਂ ਆਏਗੀ। ਇਸ ਲਈ ਸੋਚੋ ਜੇ ਮਾਲਿਕ ਦੀ ਰਹਿਮਤ ਚਾਹੀਦੀ ਹੈ ਤਾਂ ਫਿਰ ਨਿਯਮ ਫੋਲੋ ਕਰੋ, ਤਾਂ ਰਹਿਮਤ ਨਾਲ ਭਰਪੂਰ ਹੁੰਦੇ ਚਲੇ ਜਾਓਗੇ। ਉਹ ਰੱਬ ਦੀ ਝਲਕ ਵੀ ਮਿਲ ਜਾਂਦੀ ਹੈ, ਉਹਦੇ ਨੂਰ ਦੀ ਝਲਕ ਵੀ ਮਿਲ ਜਾਂਦੀ ਹੈ। ਬਸ ਅੰਦਰਲੇ ਨਿਯਮ ਸਿੱਖ ਲਓ ਕਿ ਅੰਦਰ ਕਿੱਦਾਂ ਸੁਰਤੀ ਜੋੜੀ ਜਾਂਦੀ, ਕਿੱਦਾਂ ਮਿਹਨਤ ਕੀਤੀ ਜਾਂਦੀ, ਤੇ ਕਿੱਦਾਂ ਉਹ ਨੂਰ ਤੱਕ ਪਹੁੰਚਿਆ ਜਾਂਦਾ ਹੈ। ਨਿਯਮ ਫੋਲੋ ਕਰੋਗੇ ਤਾਂ ਜ਼ਰੂਰ ਮਿਲੇਗਾ। ਰੱਬ ਮਿਲ ਜਾਂਦਾ ਹੈ ਤਾਂ ਫਿਰ ਜਗ ਦੀ ਤਾਂ ਗੱਲ ਹੀ ਕੀ ਹੈ। ਕਿਉਂਕਿ ਜਿਹਨੂੰ ਰੱਬ ਮਿਲ ਗਿਆ, ਜਿਹਨੇ ਸਾਰੀ ਦੁਨੀਆ ਨੂੰ ਪੈਦਾ ਕੀਤਾ ਹੈ, ਤਾਂ ਜਦੋਂ ਰੱਬ ਮਿਲ ਗਿਆ ਤਾਂ ਜਗ ਤਾਂ ਆਪਣੇ ਆਪ ਹੀ ਮਗਰ ਦੌੜਾ ਆਂਦਾ ਹੈ। ਤਾਂ ਹੀ ਤਾਂ ਸ਼੍ਰੀ ਕ੍ਰਿਸ਼ਨ ਨੇ ਵੀ, ਹੁਣ ਸਮਾਂ ਕਾਫੀ ਹੋ ਗਿਆ, इसलिए ਆਖਰਲੇ ਬਚਨਾਂ ਦੀ ਤਰਫ ਚਲੀਏ। ਸ਼੍ਰੀ ਕ੍ਰਿਸ਼ਨ ਨੇ ਵੀ ਆਪਣੇ ਨਾ ਬਚਨਾਂ 'ਚ ਇੱਕ ਬੜਾ ਪਿਆਰੀ ਗੱਲ ਕਹੀ ਹੈ ਕਿ ਅਰਜੁਨ ਨੂੰ ਸਮਝਾਇਆ ਸੀ ਕਿ ਜਦੋਂ ਅਰਜੁਨ ਨੇ ਸਵਾਲ ਕੀਤਾ ਕਿ ਮਹਾਰਾਜ ਇਨਸਾਨ ਦੇ ਪਤਨ ਦਾ ਕਾਰਨ ਕੀ ਬਣਦਾ ਹੈ, ਪਤਨ ਦਾ ਮਤਲਬ ਸਮਝਦੇ ਹੋ ਨਾ, ਕਿ ਇਨਸਾਨ ਦੀ ਬਰਬਾਦੀ ਦਾ ਕਾਰਨ ਕੀ ਬਣਦਾ ਹੈ, ਕਿਹੜੀਆਂ ਚੀਜ਼ਾਂ ਇਨਸਾਨ ਨੂੰ ਬਰਬਾਦ ਕਰਦੀਆਂ ਹੈ, ਤਾਂ ਸ਼੍ਰੀ ਕ੍ਰਿਸ਼ਨ ਨੇ ਵੀ 3 ਚੀਜ਼ਾਂ ਦੀ ਤਰਫ ਇਸ਼ਾਰਾ ਕੀਤਾ।
ਕਿ ਜੋ ਇਨਸਾਨ ਦੀ ਬਰਬਾਦੀ ਦਾ, ਮਨੁੱਖ ਦੇ ਪਤਨ ਦਾ ਕਾਰਨ ਬਣਦੀਆਂ। ਉਹ ਕਿਹੜੀਆਂ 3 ਚੀਜ਼ਾਂ ਹੈ? ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਆਲਸ, आत्म संयम की कमी, आलस, आत्म संयम की कमी और नकारात्मक सोच ही इन मनुष्य के पतन का कारण बनती है। नकारात्मक सोच का मतलब होता बुरी सोच। नकारात्मक यानी हर वेले बुरा सोचना, अपने बारे बुरा सोचना। जिदा तुहानूं पहला दसिया ना, ये सोचना पता नहीं कल नूं आह चीज़ ना घट जाए, पता नहीं कल नूं आह माड़ा ना हो जाए, अज तो मैं ठीक हाँ किते कल नूं मैनूं बीमारी नाल घेरा पा लवे, अज तो मैं ठीक हाँ किते कल नूं इदां ना हो जाए, हाए मेरा बच्चा गया किते एक्सीडेंट ना उहदा हो जाए, हाए मेरा बच्चा फलानी जगह गया तो बीमार ना हो जाए। ये नकारात्मक सोच है, बुरी सोच है। इसलिए 3 आलस, आत्म संयम की कमी और नकारात्मक सोच, बुरी सोच ही इंसान के, मनुष्य के पतन का कारण बनती है। ਹੁਣ ਜਰਾ ਗੌਰ ਕਰੋ, ਜੇ ਅਸੀਂ ਚਾਹੁੰਦੇ ਸਾਡਾ ਪਤਨ ਨਾ ਹੋਵੇ, ਸਾਡੀ ਬਰਬਾਦੀ ਨਾ ਹੋਵੇ, ਅਸੀਂ ਜੀਵਨ 'ਚ ਤਰੱਕੀ ਕਰੀਏ, ਕਾਮਯਾਬ ਹੋਈਏ, ਤਾਂ ਫਿਰ ਅਸੀਂ ਕੀ ਕਰਨਾ ਹੈ? ਆਲਸ ਨੂੰ ਛੱਡਣਾ ਹੈ, ਆਤਮ ਸੰਯਮ ਨੂੰ ਬਚਾਉਣਾ ਹੈ ਔਰ ਆਪਣੀ ਬੁਰੀ ਸੋਚ ਨੂੰ ਖਤਮ ਕਰਨਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਆਤਮ ਸੰਯਮ ਪਤਾ ਕੀ ਹੁੰਦਾ ਹੈ? ਜਰਾ ਇਹਦੇ ਬਾਰੇ ਥੋੜਾ ਦੱਸ ਦਈਏ, ਕਿਉਂਕਿ ਆਲਸ ਬਾਰੇ ਤਾਂ ਪਤਾ ਹੀ ਹੈ ਬੰਦੇ ਨੂੰ। ਆਲਸ ਦਾ ਮਤਲਬ ਕੀ ਹੁੰਦਾ? ਹਰ ਵੇਲੇ ਸੁੱਤੇ ਰਹਿਣਾ, ਹਰ ਵੇਲੇ ਢਿੱਲੇ ਹੀ ਹੋ ਕੇ ਬੈਠ, ਯਾਰ ਤੂੰ ਹੀ ਕਰ ਲਾ, ਕੱਲ ਕਰ ਲਵਾਂਗੇ, ਅੱਜ ਛੱਡ। ਅੰਮ੍ਰਿਤ ਵੇਲੇ ਦਾ ਟਾਈਮ ਹੋਇਆ, ਸਿਮਰਨ ਦਾ ਟਾਈਮ, ਉਹ ਕੋਈ ਨਹੀਂ ਅੱਜ ਸੌ ਲੈਣ ਦੇ, ਯਾਰ ਬੜੀ ਨੀਂਦ ਆਉਂਦੀ ਹੈ ਨਾ, ਅੱਜ ਸੌ ਲੈਣ ਦੇ, ਆ ਸਿਮਰਨ ਕੱਲ ਨੂੰ ਕਰ ਲਵਾਂਗੇ। ਇਹ ਆਲਸ ਹੈ। ਕੋਈ ਜ਼ਰੂਰੀ ਕੰਮ ਹੈ ਉਹਨੂੰ ਕੱਲ ਤੇ ਟਾਲਣਾ, ਕੋਈ ਜ਼ਰੂਰੀ ਕੰਮ ਹੈ ਉਹਨੂੰ ਕੱਲ ਤੇ ਟਾਲਣਾ ਇਨਸਾਨ ਦੀ ਬਰਬਾਦੀ ਦਾ। ਹੁਣ ਸਮਝ ਲਓ ਕਿ ਕੋਈ ਸ਼ੋਰੂਮ ਬਹੁਤ ਚੱਲ ਰਿਹਾ ਹੈ, ਪਰ ਹੁਣ ਉਹ ਸ਼ੋਰੂਮ ਦੀ ਚਾਬੀ ਬਾਪ ਨੇ ਬੇਟੇ ਦੇ ਹੱਥ ਦਿੱਤੀ ਕਿ ਬੇਟਾ ਸ਼ੋਰੂਮ ਖੋਲ, ਤਾਂ ਬੇਟਾ ਕੋਈ ਪਾਪਾ ਹਾਲੇ ਸੌ ਲੈਣ ਤੋਂ 12 ਵਜੇ ਖੋਲ ਲੂੰ, ਤਾਂ ਫਿਰ ਅੱਗੇ ਜਾ ਕੇ ਕੀ ਹੋਏਗਾ? ਸ਼ੋਰੂਮ ਚਲੇਗਾ ਜਾਂ ਬੰਦ ਹੋ ਜਾਏਗਾ? ਕਿਉਂਕਿ ਆਲਸ ਕਰਨ ਦੇ ਨਾਲ ਬੜੇ ਤੋਂ ਬੜੀ ਚੱਲਦੀਆਂ ਹੋਈਆਂ ਦੁਕਾਨਾਂ ਵੀ ਬੰਦ ਹੋ ਜਾਂਦੀਆਂ, ਬੜੇ ਬੜੇ ਬਿਜ਼ਨਸ ਵੀ ਬੰਦ ਹੋ ਜਾਂਦੇ। ਇਸ ਲਈ ਜਿਹੜੇ ਤਰੱਕੀ ਕਰਨ ਵਾਲੇ ਆ ਨਾ, ਉਹ ਪਤਾ ਕੀ ਕਰਦੇ ਹੈ? ਉਹ ਜੇ 8 ਘੰਟੇ ਬਾਪ ਡਿਊਟੀ ਕਰਦਾ ਸੀ, ਉਹ 12 ਘੰਟੇ ਕਰਦੇ ਕਿ ਪਿਤਾ ਨਾਲੋਂ ਦੁੱਗਣੀ ਮਿਹਨਤ ਕਰਾਂ ਤਾਂ ਕਿ ਦੁੱਗਣਾ ਆਪਾਂ ਅੱਗੇ ਵਧੀਏ। ਕਿਉਂਕਿ ਜਿੰਨਾ ਚਲਾਂਗੇ, ਜਿੱਦਾਂ ਪਿਛਲੇ ਵੀਰਵਾਰ ਸ਼ਾਇਦ ਦੱਸਿਆ, ਜਿਤਨਾ ਜਾਊਂਗਾ ਉਤਨਾ ਪਾਊਂਗਾ, ਕਿ ਜਿੰਨਾ ਜਾਵਾਂਗੇ ਉਹਨਾਂ ਮਿਲੇਗਾ ਵੀ। ਚਾਹੇ ਫਿਰ ਉਹ ਰੱਬ ਦਾ ਘਰ ਹੋਵੇ, ਚਾਹੇ ਉਹ ਸਾਡਾ ਬਿਜ਼ਨਸ ਹੋਵੇ, ਚਾਹੇ ਸਕੂਲ ਹੋਵੇ, ਚਾਹੇ ਕਿਸੇ ਵੀ ਫੀਲਡ 'ਚ ਹੋਈਏ, ਜਿੰਨਾ ਜਾਵਾਂਗੇ ਉਨਾ ਪਾਵਾਂਗੇ। ਕਿਉਂਕਿ ਜੇ ਬੱਚਾ ਰੋਜ਼ ਸਕੂਲ ਜਾਏਗਾ, ਜ਼ਿਆਦਾ ਗਿਆਨ ਮਿਲੇਗਾ, ਅੱਗੇ ਵਧੇਗਾ। ਤਾਂ ਜੇ ਸੋਚੇ ਹਫ਼ਤੇ ਬਾਅਦ ਜਾਵਾਂਗਾ, ਮਹੀਨੇ ਬਾਅਦ ਜਾਵਾਂਗੇ, ਜਿੰਨਾ ਜਾਣਾ ਪਾਣਾ ਵੀ, ਤਾਂ ਫਿਰ ਕਿੰਨੇ ਪਾਠ ਪਿੱਛੇ ਰਹਿ ਜਾਣੇ। ਫਿਰ ਇੱਕ ਦੁਕਾਨਦਾਰ ਸੋਚਦਾ ਕਿ ਹਫ਼ਤੇ ਬਾਅਦ ਦੁਕਾਨ ਖੋਲ੍ਹਿਆ ਕਰਾਂਗੇ ਤਾਂ ਮਿਲਣਾ ਵੀ, ਫਿਰ ਇੱਕ ਬੰਦਾ ਸੋਚਦਾ ਹਫ਼ਤੇ ਬਾਅਦ ਗੁਰੂ ਦਾ ਦਰਸ਼ਨ ਕਰਾਂਗੇ, ਮਹੀਨੇ ਬਾਅਦ ਗੁਰੂ ਮਿਲਣਾ ਵੀ ਉਨਾ ਗਈ ਹੈ। ਕਿਉਂਕਿ ਜਿਤਨਾ ਜਾਊਂਗਾ ਉਤਨਾ, ਮੈਂ ਜਿੰਨਾ ਜ਼ਿਆਦਾ ਮਿਹਨਤ ਕਰੂੰਗਾ ਜਾਊਂਗਾ ਉਨਾ ਜ਼ਿਆਦਾ ਪਾਊਂਗਾ। ਕਿਉਂਕਿ ਇਹੀ ਤਾਂ ਨਿਯਮ ਹੈ। ਇਸ ਲਈ ਸਮਝ ਲੈਣਾ ਦਾ ਸਾਰਿਆਂ ਜੀ ਮਨ। ਇਸ ਲਈ ਆਲਸ ਬੰਦ ਕਰੋ ਪਹਿਲਾਂ ਤਾਂ। ਜਦੋਂ ਅੱਛਾਈ ਦੀ ਗੱਲ ਆਵੇ ਨਾ, ਅੱਛੀ ਚੀਜ਼ ਹੋਵੇ, ਔਰ ਫਿਰ ਕਹੋਗੇ ਆਲਸ ਕਰਨਾ ਹੋਵੇ ਨਾ, ਪਤਾ ਕਰਤੇ ਕਰਿਆ ਕਰੋ। ਜੇ ਫਰਜ਼ ਕਰੋ ਕੋਈ ਬੀੜੀ ਸਿਗਰਟ ਪੀਂਦਾ ਹੈ, ਉਹ ਯਾਰ ਬੀੜੀ ਪੀਣ ਦੀ ਛੱਡ ਯਾਰ, ਕੱਲ ਪੀਵਾਂਗੇ, ਦਿਲ ਨਹੀਂ ਕਰਦਾ ਨਾ, ਰੋਕ। ਇੱਥੇ ਆਲਸ ਕਰੋ। ਉਹ ਫਲਾਣੇ ਨਾਲ ਝਗੜਾ ਕਰਨਾ, ਨਿੰਦਿਆ ਕਰਨੀ, ਉਹ ਯਾਰ ਕੱਲ ਕਰਾਂਗੇ, ਅੱਜ ਰੈਸਟ ਕਰਨ ਦੇ। ਫਿਰ ਤਾਂ ਮਜ਼ਾ ਵੀ ਆਉਂਦਾ ਨਾ ਕਿ ਅਸੀਂ ਬੁਰੀਆਂ ਚੀਜ਼ਾਂ ਤੇ ਆਲਸ ਕਰੀਏ, ਚੰਗੀ ਗੱਲ ਹੈ, ਪਰ ਚੰਗੀ ਚੀਜ਼ ਤੇ ਆਲਸ ਨਾ ਕਦੀ ਕਰੀਏ। ਸਤਸੰਗ ਵੱਲ ਜਾਣਾ, ਚੱਲ ਯਾਰ ਚੱਲੀਏ, ਕਿਉਂਕਿ ਕੋਈ ਸਿੱਖਣ ਨੂੰ ਮਿਲਣਾ, ਕੋਈ ਸਮਝਣ ਨੂੰ ਮਿਲਣਾ। ਕਿਤੇ ਸੇਵਾ ਕਰਨ ਦਾ ਮੌਕਾ ਮਿਲਦਾ, ਚੱਲ ਚੱਲੀਏ, ਉਹ ਸੰਗਤ ਦੀ ਸੇਵਾ ਕਰੀਏ, ਕਿਉਂਕਿ ਸੇਵਾ ਦਾ ਹੀ ਤਾਂ ਮੇਵਾ ਮਿਲਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਕਿਸੇ ਦਾ ਭਲਾ ਕਰਨਾ, ਚੱਲ ਚੱਲੀਏ। ਕੋਈ ਚੰਗੀਆਂ ਆਦਤਾਂ, ਜਿਮ ਜਾਣਾ, ਚੱਲ ਚੱਲੀਏ। ਐਕਸਰਸਾਈਜ਼ ਕਰਨੀ, ਚੱਲ ਹੁਣੇ ਹੀ ਕਰਦੇ ਹਾਂ, ਹੁਣੇ ਚੱਲਦੇ ਹਾਂ। ਉਹ ਕੱਲ ਤੇ ਕੀ ਟਾਲਣਾ? ਠੇਕੇ ਜਾਣਾ ਹੋਵੇ, ਸ਼ਰਾਬ ਪੀਣੀ ਹੋਵੇ, ਦਾਰੂ ਪੀਣੀ ਹੋਵੇ, ਤਾਸ਼ ਖੇਡਣੀ, ਫੇਰ ਕਰਾਂਗੇ, ਹਾਲੇ ਟਾਈਮ ਹੈ ਨਹੀਂ। ਪਰ ਤੁਸੀਂ ਦੇਖੋਗੇ ਕਿ ਬੁਰੀਆਂ ਚੀਜ਼ਾਂ ਅੱਜ ਹੁੰਦੀਆਂ ਤਾਂ ਚੰਗੀਆਂ ਚੀਜ਼ਾਂ ਹਮੇਸ਼ਾ ਕੱਲ ਸ਼ੁਰੂ ਕਰਾਂਗੇ, ਉਹ ਕਦੀ ਹੁੰਦੇ ਹੋ ਹੀ ਨਹੀਂ ਪਾਉਂਦੀ। ਇਹ ਆਲਸ ਹੀ, ਇਹੀ ਆਦਤ ਬੰਦੇ ਦੀ ਬਰਬਾਦੀ ਦਾ ਕਾਰਨ ਬਣਦੀ ਹੈ। ਇਸ ਲਈ ਆਲਸ, ਆਤਮ ਸੰਯਮ ਕੀ ਕਮੀ। ਆਤਮ ਸੰਯਮ ਦੀ ਕਮੀ ਦਾ ਮਤਲਬ ਕੀ ਹੁੰਦਾ ਹੈ? ਆਤਮ ਸੰਯਮ ਦੀ ਕਮੀ ਦਾ ਮਤਲਬ ਹੁੰਦਾ ਕਿ ਇਨਸਾਨ ਦਾ ਆਪਣੇ ਆਪ ਤੇ, ਆਪਣੇ ਮਨ ਤੇ ਕੰਟਰੋਲ ਨਾ ਹੋਵੇ, ਇਹ ਕਮੀ ਹੈ। ਜਿਹੜਾ ਆਤਮ ਸੰਯਮ ਵਾਲਾ ਇਨਸਾਨ ਹੁੰਦਾ ਨਾ, ਉਹਦਾ ਆਪਣੇ ਆਪ ਤੇ ਕੰਟਰੋਲ ਹੁੰਦਾ ਹੈ। ਆਤਮ ਸੰਯਮ ਵਾਲਾ ਇਨਸਾਨ ਕਿਹੜਾ ਹੁੰਦਾ ਹੈ? ਕਿ ਜਿਹਨੂੰ ਪਤਾ ਆਹ ਚੀਜ਼ ਬੁਰੀ ਹੈ, ਇਹ ਮੈਂ ਨਹੀਂ ਕਰਨੀ, ਆਹ ਚੀਜ਼ ਅੱਛੀ ਹੈ, ਇਹ ਮੈਂ ਕਰਨੀ ਹੈ। ਇਹਦਾ ਮਤਲਬ ਇਹਦੇ ਅੰਦਰ ਆਤਮ ਸੰਯਮ ਹੈ। ਤਾਂ ਜੇ ਬੰਦਾ ਕਹੇ ਮੈਨੂੰ ਪਤਾ ਹੈ ਬੁਰਾ ਹੈ, ਪਰ ਫਿਰ ਵੀ ਮੇਰੇ ਤੋਂ ਕੰਟਰੋਲ ਨਹੀਂ ਹੁੰਦਾ, ਮੈਂ ਕਰਦਾ ਹਾਂ। ਪਤਾ ਹੈ ਨਸ਼ਾ ਬੁਰਾ ਹੈ, ਫਿਰ ਵੀ ਮੈਂ ਕਰਦਾ ਹਾਂ। ਪਤਾ ਹੈ ਸ਼ਰਾਬ ਬੁਰੀ ਹੈ, ਫਿਰ ਵੀ ਮੈਂ ਪੀਂਦਾ ਹਾਂ। ਤੇ ਇਹਦਾ ਮਤਲਬ ਬੰਦੇ ਅੰਦਰ ਆਤਮ ਸੈਲਫ ਕੰਟਰੋਲ ਨਹੀਂ ਹੈ, ਆਤਮ ਸੰਯਮ ਦੀ ਕਮੀ ਹੈ ਇਹਦੇ ਅੰਦਰ। ਇਹਦਾ ਆਪਣੇ ਆਪ ਤੇ ਕਾਬੂ ਨਹੀਂ ਹੈ।
ਕਿ ਪਤਾ ਹੁੰਦਿਆਂ ਹੋਇਆਂ ਵੀ ਕ੍ਰੋਧ ਮਾੜਾ ਹੈ, ਪਤਾ ਹੁੰਦਿਆਂ ਹੋਇਆਂ ਵੀ ਗਾਲੀ ਗਲੋਚ ਮਾੜਾ ਹੈ, ਪਤਾ ਹੁੰਦਿਆਂ ਹੋਇਆਂ ਵੀ ਨਿੰਦਿਆ ਮਾੜੀ ਹੈ, ਫਿਰ ਵੀ ਅਸੀਂ ਕਰਦੇ ਹਾਂ। ਤੇ ਇਹਦਾ ਮਤਲਬ ਸਾਡੇ ਅੰਦਰ ਆਤਮ ਸੰਯਮ ਦੀ ਕਮੀ ਹੈ। ਸਾਡੇ ਅੰਦਰ ਆਤਮ ਸੰਯਮ ਹੈ ਹੀ ਨਹੀਂ। ਆਤਮ ਸੰਯਮ ਦਾ ਮਤਲਬ ਹੁੰਦਾ ਕਿ ਜਦੋਂ ਪਤਾ ਲੱਗ ਗਿਆ ਆਹ ਚੀਜ਼ ਮੇਰੇ ਵਾਸਤੇ ਮਾੜੀ ਹੈ, ਤਾਂ ਹੁਣ ਪੂਰੀ ਦੁਨੀਆ ਜ਼ੋਰ ਲਾ ਲਵੇ ਮੈਂ ਉਹ ਕੰਮ ਨਹੀਂ ਕਰਨਾ। ਇਹਦਾ ਮਤਲਬ ਇਹਦੇ ਕੋਲ ਸੈਲਫ ਕੰਟਰੋਲ ਹੈ, ਸੈਲਫ ਅਸਟੀਮ ਹੈ ਇਹਦੇ ਕੋਲ, ਆਤਮ ਵਿਸ਼ਵਾਸ ਹੈ ਇਹਦੇ ਕੋਲ, ਆਤਮ ਸ਼ਕਤੀ ਹੈ ਇਹਦੇ ਕੋਲ। ਇਹਨੂੰ ਪਤਾ ਬੁਰਾ ਹੈ ਤਾਂ ਪੂਰੀ ਦੁਨੀਆ ਵੀ ਜ਼ੋਰ ਲਾਵੇ ਨਹੀਂ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਕਰਕੇ ਜਰਾ ਸਮਝਣਾ। ਹੁਣ ਕਈ ਵਾਰ ਦੇਖੇ ਨਾ, ਚਾਰ ਦੋਸਤ ਬੈਠੇ ਦਾਰੂ ਪੀਂਦੇ, ਸਿਗਰਟ ਪੀਂਦੇ, ਇੱਕ ਬੰਦਾ ਨਾ ਬੈਠਾ ਹੋਵੇ, ਉਹ ਚਾਰ ਉਹਨੂੰ ਵੀ ਕਹਿੰਦੇ ਪੀਲਾ ਪੀਲਾ, ਤਾਂ ਅਗਲਾ ਸੋਚਦਾ ਯਾਰ ਨਾ ਪੀਤੀ ਦੇ ਕੀ ਕਹਿਣਗੇ। ਤਾਂ ਪਤਾ ਕਈ ਵਾਰ ਦੋਸਤ ਉਹ ਹਾਲੇ ਤੂੰ ਬੜਾ ਹੀ ਨਹੀਂ ਹੋਇਆ, ਹਾਲੇ ਬੱਚਾ ਹੀ ਹੈ। ਕਈ ਵਾਰ ਕਹਿੰਦੇ ਉਹ ਸਿਗਰਟ ਪੀ ਲੈ, ਆ ਲਾਲਾ ਘੁੱਟ, ਹੁਣ ਤਾਂ ਬੜਾ ਹੋ ਜਾ, ਨਿਆਣੇ ਬਣਿਆ ਪਿਆ। ਕਈ ਵਾਰ ਏਦਾਂ ਹੋ ਜਾਂਦੀ ਹੈ, ਕਿਉਂਕਿ ਸਾਡੇ ਮੂਹਰੇ ਇਦਾਂ ਦੀ ਸਿਚੁਏਸ਼ਨ ਨਾ ਸਵਾਲਾਂ ਦੀ ਆਉਂਦੀ ਰਹਿੰਦੀ ਹੈ ਕਿ ਕਈ ਵਾਰ ਮਹਾਰਾਜ ਵੈਸੇ ਪੀਂਦੇ ਨਹੀਂ, ਪਰ ਦੋਸਤ ਕਹਿੰਦੇ ਉਹ ਨਿਆਣਾ ਹੀ ਹੈ ਹਾਲੇ, ਹੁਣ ਤਾਂ 22 ਸਾਲ ਦਾ ਹੋ ਗਿਆ, ਹੁਣ ਤਾਂ 24 ਸਾਲ ਦਾ, ਹੁਣ ਤਾਂ ਪੀ ਲੈ, ਉਹ ਹੁਣ ਤਾਂ ਬੜਾ ਹੋ ਜਾ, ਹੁਣ ਕੀ ਕਰੀਏ? ਭਾਈ ਕਿ ਇੱਕੋ ਹੀ ਗੱਲ ਕਹੋ ਉਹਨਾਂ ਨੂੰ, ਉਹ ਭਾਈ ਜਦੋਂ ਕੋਈ ਤੁਹਾਡੇ ਨਾਲ ਏਦਾਂ ਕਹੇ ਨਾ ਇੱਕ ਗੱਲ ਕਹੋ, ਉਹ ਭਾਈ ਤੁਹਾਨੂੰ ਬੜਾ ਹੋਣ ਵਾਸਤੇ ਆ ਸਿਗਰਟਾਂ ਦੀ ਸ਼ਰਾਬ ਦੀ ਲੋੜ ਹੈ, ਉਹ ਮੈਂ ਇਹਨਾਂ ਚੀਜ਼ਾਂ ਨਾਲ ਬੜਾ ਨਹੀਂ ਹੁੰਦਾ, ਮੈਨੂੰ ਬੜਾ ਕਰਨ ਵਾਸਤੇ ਮੇਰੇ ਮਾਲਿਕ ਦਾ ਵਿਸ਼ਵਾਸ ਹੀ ਕਾਫੀ ਹੈ, ਮੇਰੇ ਮਾਲਿਕ ਦਾ ਪਿਆਰ ਹੀ ਕਾਫੀ ਹੈ। ਉਹ ਮੈਂ ਪਿਆਰ ਦਾ ਘੁੱਟ ਪੀ ਲਿਆ, ਉਹਨੇ ਸ਼ਰਾਬ ਕੀ ਪੀਣੀ, ਕਿਉਂਕਿ ਜਿਹੜਾ ਪਿਆਰ ਦਾ ਘੁੱਟ ਪੀ ਲੈਂਦਾ ਉਹ ਸਭ ਤੋਂ ਬੜਾ ਹੈ। ਇਹ ਤਾਂ ਦੇਖੋ ਅੱਜ ਬੜਿਆਂ ਚੋਂ ਬੜਾ ਕੌਣ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਹੈ ਕਿ ਨਹੀਂ? ਹਜ਼ੂਰ ਮੁਹੰਮਦ ਸਾਹਿਬ ਹੈ ਕਿ ਨਹੀਂ? ਕੀ ਕੀਤਾ ਉਹਨਾਂ ਨੇ? ਪਿਆਰ ਦਾ ਘੁੱਟ ਹੀ ਪੀਤਾ ਆਪਣੇ ਰੱਬ ਦਾ, ਇਸ਼ਕ ਦਾ ਘੁੱਟ ਪੀਤਾ ਆਪਣੇ ਮਾਲਿਕ ਦਾ, ਮੁਹੱਬਤ ਦਾ ਘੁੱਟ ਪੀਤਾ ਕਿ ਨਹੀਂ? ਤਾਂ ਬੜਾ ਕੌਣ ਹੋ ਗਿਆ? ਤਾਂ ਜਿਹੜੇ ਦਾਰੂ ਪੀ ਕੇ ਬੜੇ ਬਣਦੇ ਆ ਨਾ, ਉਹ ਬੜੇ ਬਣਨ ਵਾਲੇ ਅੱਜ ਕਬਰਾਂ 'ਚ ਦੇਖੋ ਜਾ ਕੇ ਕੀ ਹਾਲ ਹੁੰਦਾ, ਰੋੜਾਂ ਤੇ ਪਏ ਹੁੰਦੇ ਆ, ਜਾਨਵਰਾਂ ਵਾਂਗੂ ਗਿਰੇ ਪਏ ਹੁੰਦੇ ਆ, ਸੜਕਾਂ ਦੇ ਕਿਨਾਰੇ ਨਾਲੀਆਂ ਵਿੱਚ ਡਿੱਗੇ ਹੁੰਦੇ ਆ, ਮੂੰਹ ਵੀ ਕੁੱਤੇ ਚੱਟਦੇ ਆ ਉਹਨਾਂ ਦੇ। ਆ ਬੜਾ ਬਣ ਗਿਆ ਵੀ ਤੂੰ। ਔਰ ਸਿਗਰਟ ਪੀ ਕੇ, ਤਮਾਕੂ ਖਾ ਕੇ ਬੜਾ ਬਣ ਜਾ, ਸਿਗਰਟ ਤਾਂ ਪੀ ਲੈ ਹੁਣ, ਤਾਂ ਬਾਅਦ ਚੋਂ ਪਤਾ ਲੱਗਦਾ ਜਦੋਂ ਕੈਂਸਰ ਹੋ ਕੇ ਫੇਫੜੇ ਜਲੇ ਹੁੰਦੇ ਅੰਦਰੋਂ। ਆ ਬਣ ਗਿਆ ਬੜਾ ਤੂੰ, ਆ ਬੜਾ ਬਣ ਗਿਆ, ਆ ਬੜਾ ਬਣਦਾ ਹੈ। ਉਹ ਸਾਨੂੰ ਬੜਾ ਬਣਾਉਣ ਵਾਸਤੇ ਸਾਡੇ ਮਾਲਿਕ ਦਾ ਪਿਆਰ, ਸਾਡੇ ਮਾਲਿਕ ਦਾ ਵਿਸ਼ਵਾਸ ਹੈ ਹੀ। ਆ ਛੋਟ ਮੋਟੀਆਂ ਚੀਜ਼ਾਂ, ਬੇਕਾਰ ਦੀਆਂ ਚੀਜ਼ਾਂ ਨਾਲ ਨਹੀਂ ਅਸੀਂ ਬੜੇ ਬਣਨਾ। ਅਸੀਂ ਬੜੇ ਉਦੋਂ ਹੀ ਬਣ ਗਏ ਜਦੋਂ ਸਾਡੇ ਮਾਲਿਕ ਦਾ ਪਿਆਰ ਸਾਨੂੰ ਮਿਲ ਗਿਆ, ਜਦੋਂ ਮਾਲਿਕ ਦਾ ਵਿਸ਼ਵਾਸ ਸਾਡੇ ਅੰਦਰ ਪੈਦਾ ਹੋ ਗਿਆ, ਅਸੀਂ ਸਭ ਤੋਂ ਬੜੇ ਬਣ ਗਏ। ਇਸ ਲਈ ਹੁਣ ਆਖਰਲੇ ਵਜਨਾਂ ਦੱਸਾਂਗੇ ਕਿ ਅਮੀਰ ਖੁਸਰੋ ਕੀ ਕਹਿੰਦੇ ਸੀ। ਅਮੀਰ ਖੁਸਰੋ ਨਾ ਇੱਕ ਦਿਨ ਬਾਦਸ਼ਾਹ ਦੀ ਸਭਾ 'ਚ ਬੈਠੇ, ਕਿਉਂਕਿ ਅਮੀਰ ਵੀ ਸੀ, ਉਹਨਾਂ ਦੇ ਮਿੱਤਰ ਵੀ ਬੜੇ ਬੜੇ ਅਮੀਰ ਸੀ। ਤਾਂ ਬਾਦਸ਼ਾਹ ਨੇ ਪੁੱਛ ਲਿਆ, ਹਾਂ ਵੀ ਦੱਸੋ, ਆਪਣੀ ਆਪਣੀ ਵਡਿਆਈ ਦੱਸੋ। ਵਡਿਆਈ ਦਾ ਮਤਲਬ ਹੁੰਦਾ ਤੁਹਾਡੇ ਕੋਲ ਕੀ ਕੀ ਹੈ ਐਸਾ ਜੇ ਤੇ ਤੁਸੀਂ ਮਾਣ ਕਰ ਸਕੋ, ਜੇ ਤੇ ਤੁਸੀਂ ਨਾਜ਼ ਕਰ ਸਕੋ। ਮਾਣ ਦਾ ਮਤਲਬ ਹੁੰਦਾ ਨਾ ਕਿ ਬੰਦਾ ਕਹੇ ਲੈ ਵੀ ਮੇਰਾ ਘਰ ਬਹੁਤ ਸੋਹਣਾ, ਮੈਨੂੰ ਮਾਣ ਹੈ ਉੱਤੇ, ਜਾਂ ਮੇਰੇ ਕੋਲ ਆਹ ਚੀਜ਼ ਬੜੀ। ਹੁਣ ਕਈ ਵਾਰ ਬੰਦਾ ਕਹਿੰਦਾ ਲੈ ਮੇਰੀ ਗੱਡੀ ਬਹੁਤ ਵਧੀਆ ਹੈ, ਜਾਂ ਮੇਰੇ ਕੋਲ ਨਾ ਆਹ ਚੀਜ਼ ਬਹੁਤ ਵਧੀਆ ਹੈ, ਬੰਦਾ ਮਾਣ ਕਰਦਾ ਉੱਤੇ। ਬਾਦਸ਼ਾਹ ਨੇ ਕਿਹਾ ਦੱਸੋ ਤੁਹਾਡੇ ਕੋਲ ਕੀ ਵਧੀਆ, ਕਾਹਦਾ ਮਾਣ ਹੈ ਤੁਹਾਨੂੰ? ਤਾਂ ਕਿਸੇ ਨੇ ਆਪਣੀ ਦੌਲਤ ਦਾ ਕਿਹਾ, ਕਿਸੇ ਨੇ ਆਪਣੇ ਮਕਾਨਾਂ ਦਾ ਕਿਹਾ, ਕਿਸੇ ਨੇ ਇਹ ਕਿਹਾ, ਕਿਸੇ ਨੇ ਉਹ ਕਿਹਾ। ਤਾਂ ਅਮੀਰ ਖੁਸਰੋ ਚੁੱਪ ਕਰਕੇ ਬੈਠੇ। ਬਾਦਸ਼ਾਹ ਨੇ ਕਿਹਾ ਖੁਸਰੋ ਤੂੰ ਵੀ ਬੋਲ, ਅਮੀਰ ਤੁਸੀਂ ਵੀ ਬੋਲੋ, ਤੁਸੀਂ ਮੁਸਕਰਾ ਰਹੇ ਹੋ ਕਿ ਆ ਸਾਰੇ ਬੋਲ ਰਹੇ ਆ, ਕੋਈ ਜ਼ਮੀਨ ਦੀ ਗੱਲ ਕਰਦਾ, ਕੋਈ ਦੌਲਤ ਦੀ ਗੱਲ ਕਰਦਾ, ਕੋਈ ਆਪਣੇ ਨੌਕਰਾਂ ਦੀ ਗੱਲ ਕਰਦਾ, ਕੋਈ ਆਪਣੇ ਘੋੜਿਆਂ ਦੀ ਗੱਲ ਕਰਦਾ, ਕੋਈ ਆਪਣੇ ਹਾਥੀਆਂ ਦੀ ਗੱਲ ਕਰਦਾ ਹੈ, ਤੁਸੀਂ ਮੁਸਕਰਾ ਰਹੇ ਹੋ, ਤੁਸੀਂ ਵੀ ਬੋਲੋ। ਤਾਂ ਅਮੀਰ ਖੁਸਰੋ ਨੇ ਕਿਹਾ ਮਹਾਰਾਜ ਇਹਨਾਂ ਨਾਲੋਂ ਮੇਰਾ ਅੰਦਾਜ਼ ਜੁਦਾ ਹੀ ਹੈ, ਇਹਨਾਂ ਸਾਰਿਆਂ ਨਾਲੋਂ, ਕਿਉਂਕਿ ਕੋਈ ਘੋੜਾ ਕਹਿੰਦਾ ਮੇਰੇ ਕੋਲ ਐਸਾ ਸ਼ਾਨਦਾਰ ਘੋੜਾ, ਕੋਈ ਕਹਿੰਦਾ ਹਾਥੀ ਸ਼ਾਨਦਾਰ ਹੈ, ਕੋਈ ਕਹਿੰਦਾ ਮਕਾਨ ਸ਼ਾਨਦਾਰ ਹੈ, ਕੋਈ ਕਹਿੰਦਾ ਮੇਰੇ ਦੋਸਤ ਸ਼ਾਨਦਾਰ ਹੈ, ਕੋਈ ਕਹਿੰਦਾ ਮੇਰੇ ਕੋਲ ਆਹ ਸ਼ਾਨਦਾਰ ਹੈ, ਕੋਈ ਕਹਿੰਦਾ ਉਹ ਸ਼ਾਨਦਾਰ ਹੈ, ਪਰ ਮੇਰਾ ਅੰਦਾਜ਼ ਇਹਨਾਂ ਤੋਂ ਜੁਦਾ ਹੈ। ਤਾਂ ਬਾਦਸ਼ਾਹ ਕਹਿੰਦੇ ਫਿਰ ਆਪਣਾ ਅੰਦਾਜ਼ ਦੱਸ ਦੇ ਕੀ ਹੈ। ਤਾਂ ਅਮੀਰ ਖੁਸਰੋ ਨੇ ਕਿਹਾ ਮੈਂ ਆਪਣਾ ਅੰਦਾਜ਼ सबसे जुदा रखता हूं, और मैं तो महबूब भी महबूबे खुदा रखता हूं। कहते मेरा अंदाज सारे तो जुदा है, सारे हाथी घोड़ियां की गल करते हैं, पर जेड़ा मेरा महबूब है, जिन्हों मैं अपना महबूब बनाया, यानी मुर्शद निजामुद्दीन औलिया नूं, हजरत निजामुद्दीन औलिया जो हजरत अमीर खुसरो दे मुर्शद सी, उन्होंने कहा जाता सी महबूबे इलाही, कि रब भी कहता सी कि ऐ निजामुद्दीन मैं तेरा आशिक हाँ, तू मेरा महबूब है। तो अमीर खुसरो वही गल कहते कि रब ने भी कहा कि मैं इश्क करदा हाँ निजामुद्दीन औलिया नाल। तो अमीर खुसरो कहते होर दसो कि मेरा तो मुर्शद भी हो जिन्ना खुदा भी प्यार करता है। यह है अंदाज सब तो बड़ा कि सारी दुनिया रब नूं प्यार करती है, तो मैं उन्होंने प्यार करता जिन्हों रब भी प्यार करता है। तो जे जाके मुर्शद नूं पुछो मुर्शद तू किहनूं प्यार करदा, तो मुर्शद कहता मैं अपने अमीर खुसरो नूं प्यार करता है। कहते किस्मत की गल है कि नहीं।
ਕਿ ਰੱਬ ਉਹਨੂੰ ਪਿਆਰ ਕਰੇ, ਉਹ ਮੈਨੂੰ ਪਿਆਰ ਕਰੇ। ਇਹ ਤੋਂ ਬੜਾ ਅੰਦਾਜ਼ ਹੋਰ ਕੀ ਹੋ ਸਕਦਾ ਹੈ? ये बड़ी बात है समझने वाली। मैं अपना अंदाज सबसे जुदा रखता हूं, मैं तो महबूब भी महबूबे खुदा रखता हूं कि ਜਿਹੜਾ खुदा ਦਾ महबूब है, मैं तो महबूब भी ਉਹਨੂੰ ਬਣਾਇਆ ਹੈ। ਉਹ ਦੁਨੀਆ ਨਾਲ ਤਾਂ ਇਸ਼ਕ ਸਾਰੇ ਲਾਉਂਦੇ ਫਿਰਦੇ ਆ, ਮੇਰਾ ਇਸ਼ਕ ਦੇਖੋ ਕਿੱਥੇ ਲੱਗਾ ਹੈ ਕਿ ਨਹੀਂ? ਨਾਜ ਦੀ ਗੱਲ ਹੈ ਕਿ ਨਹੀਂ? ਬੜੀ ਗੱਲ ਕਿ ਜਿਹਨੂੰ ਰੱਬ ਵੀ ਇਸ਼ਕ ਕਰੇ ਉਹ ਮੈਨੂੰ ਇਸ਼ਕ ਕਰਦਾ ਹੈ। ਇਸ ਕਰਕੇ ਇਹ ਅੰਦਾਜ਼ ਹੁੰਦਾ ਹੈ ਆਸ਼ਿਕਾਂ ਦਾ, ਇਹ ਵਿਸ਼ਵਾਸ ਹੁੰਦਾ ਆਸ਼ਿਕਾਂ ਦਾ। ਇਸ ਲਈ ਫਿਰ ਤੁਹਾਨੂੰ ਕਹਾਂਗੇ ਕਿ ਤੁਸੀਂ ਆਪਣੇ ਅੰਦਰ ਇਹ ਵਿਸ਼ਵਾਸ, ਇਹ ਯਕੀਨ, ਇਹ ਭਰੋਸਾ, ਉਹ ਮਾਲਿਕ ਦਾ ਪਿਆਰ ਆਪਣੇ ਅੰਦਰ ਪੈਦਾ ਕਰਨਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਔਰ ਆਪਣੇ ਆਪ ਤੇ ਆਤਮ ਸੰਯਮ, ਫਿਰ ਆਵਾਂਗੇ ਇਸ ਪੁਆਇੰਟ ਤੇ, ਆਤਮ ਸੰਯਮ। ਬੋਲੋ ਸਮਝਦੇ ਹੋ ਕਿ ਨਹੀਂ? ਕਿ ਜਦੋਂ ਮੈਨੂੰ ਪਤਾ ਆਹ ਚੀਜ਼ ਮੇਰੇ ਵਾਸਤੇ ਅੱਛੀ ਹੈ, ਆਹ ਚੀਜ਼ ਮਾੜੀ ਹੈ, ਤਾਂ ਜਿਹੜਾ ਬੰਦਾ ਸਮਝ ਕੇ ਉਹ ਮਾੜੀ ਚੀਜ਼ ਦਾ ਤਿਆਗ ਕਰ ਦੇਵੇ, ਆਹ ਕੰਮ ਮੈਂ ਨਹੀਂ ਕਰਨਾ ਕਿਉਂਕਿ ਮੇਰੇ ਵਾਸਤੇ ਮਾੜਾ ਹੈ, ਇਹਦਾ ਮਤਲਬ ਇਹਦਾ ਆਪਣੇ ਆਪ ਤੇ ਕੰਟਰੋਲ ਹੈ। ਤਾਂ ਜੇ ਹੁਣ ਬੰਦੇ ਨੂੰ ਪਤਾ ਕ੍ਰੋਧ ਕਰਨਾ ਮਾੜਾ, ਨਿੰਦਿਆ ਕਰਨੀ ਮਾੜੀ, ਚੁਗਲੀ ਕਰਨੀ ਮਾੜੀ, ਪਰ ਫਿਰ ਵੀ ਮਜ਼ਾ ਆਉਂਦਾ ਕਰਨ 'ਚ, ਪਤਾ ਹੁੰਦੇ ਵੀ ਮਾੜਾ ਹੈ ਫਿਰ ਵੀ ਨਸ਼ੇ ਕਰਨ 'ਚ ਮਜ਼ਾ ਆਉਂਦਾ ਹੈ, ਪਤਾ ਹੈ ਕਿ ਮਾੜਾ ਹੈ ਫਿਰ ਵੀ, ਤਾਂ ਇਹਦਾ ਮਤਲਬ ਇਹਦਾ ਆਪਣੇ ਆਪ ਤੇ ਕੰਟਰੋਲ ਨਹੀਂ ਹੈ। ਔਰ ਜਿਹਦਾ ਆਪਣੇ ਆਪ ਤੇ ਕੰਟਰੋਲ ਨਹੀਂ, ਉਹਦਾ ਪਤਨ ਹੁੰਦਾ ਹੀ ਹੈ। ਆਹੀ ਕਿਹਾ ਆਲਸ, आत्म संयम की कमी और नकारात्मक सोच ही मनुष्य के पतन का कारण बनती है। दुर्योधन का पतन कितना होया? ਉਹਦੀ बुरी सोच नहीं किया। बोलो समझते हो कि नहीं? ਉਹਦੇ ਹੰਕਾਰ नहीं किया, लालच नहीं किया। कि अगर दुर्योधन सोच लेंदा कि पांडवां ਨੂੰ गांव चाहिए, चलो 5 गांव दे दिंदा, तो शायद ਉਹ युद्ध ना ਹੁੰਦਾ। युद्ध ना ਹੁੰਦਾ ਤਾਂ दुर्योधन भी जिंदा ਰਹਿੰਦਾ तो ਉਹਦੇ ਭਰਾ भी जिंदे ਰਹਿੰਦੇ। पर बुरी सोच नहीं, मैं ਤਾਂ ਗੱਲ ਮੰਨਣੀ ਨਹੀਂ ਕ੍ਰਿਸ਼ਨ ਦੀ, मैं तो आ करना ही नहीं है, पर वो पतन का कारण बनया। सो इसलिए तुसी भी ये चीज़ समझ लो कि अज तो अपनी बुरी सोच नू खत्म करिए, आत्म संयम रखिए। ये पता सत्संग जाना चंगा है, जितना जाऊंगा उतना ये अपने अंदर याद रखा करो कि मैं जदों भी मौका मिले सत्संग जावां, अपने मालिक का सिमरन करा, अपने मालिक पर विश्वास करा। और अगर अपने मालिक पर विश्वास करूंगा, आत्म संयम रखूंगा, आलस का त्याग करूंगा, तो फिर खुशियां भी मैनू जरूर मिलनगियां, कामयाबी भी मैनू। और फिर कहांगे लास्ट बचना चाहिए, जैसा विश्वास करोगे वैसा ही पाओगे। हुण तो सानू की चाहिए उत्ते विश्वास करो। कल का दिन खुशियां भरिया चाहिए है, फिर विश्वास करो कि मैनू यकीन है अपने मालिक दे, कल का दिन बहुत अच्छा होएगा, खुशियां भरिया होएगा। कामयाबी चाहिए, विश्वास रखो कि मैनू यकीन है अपने मालिक के आने वाला समा मेरे वास्ते कामयाबी सफलता भरिया होएगा। तंदुरुस्ती चाहिए है, तो फिर कह दो मैनू यकीन है अपने मालिक के आने वाला समा मेरे वास्ते अच्छा स्वास्थ्य लेके आएगा, मैं तंदुरुस्त होऊंगा, अज तो भी ज़्यादा बेहतर होऊंगा मैं। इसलिए कह दो मैं स्वस्थ हूँ, मैं अखा बंद करके फील कर दिया, मैं पूरी तरह देखो फील करन दे नाल ही तुहाडीआं माड़ीआं मोटियां दर्दां तो उदे दूर हो जाणीआं, क्योंकि शक्ति तो तुहाडे अंदर बैठी है, ताकत तो तुहाडे अंदर बैठी है। हुण ये भी फील कर लो, मैं बहुत, अखा बंद करके फील करो, मैं बहुत ज़्यादा फील हुई कि नहीं खुशी? ये फील करो अपने अंदर, खुशियां अंदर ही है तुहाडे, आनंद अंदर ही है तुहाडे, ये फील ही नहीं कर पाते। तां तो सानू कुछ दिन रखने पैंदे, जिद्दां रूहानी ऐतवार रखिया 17 तरीक यानी ऐतवार नूं। रूहानी ऐतवार का मतलब किद्दां कि अपने अंदर छुपियां शक्तियां असीं किद्दां जगाइए, किद्दां अपने अंदर छुपियां शक्तियां का असीं इस्तेमाल करिए। इसलिए जिन्हां जीवन ने दरबार तो नामदान लिया ऐतवार पहुँच जाए, क्योंकि काफ़ी दिनों बाद ये दिन रखे ऐसे। और फिर कहांगे कि जिन्होंने दरबार तो नाम की दात ली है, कोशिश करना ऐतवार जरूर पहुँचो, क्योंकि उदों अंदरली गल की जाती है, अंदर छुपियां शक्तियां नूं किद्दां जगाया जाए, अंदर छुपे आनंद नूं किद्दां प्राप्त किया जाए, उस दिन यही विधियां दसियां जांदियां हैं। और कोशिश करनी कि जिहड़े जीवां ने आना, जिन्हां कोल वर्दियां ना वाइट रंग दियां कुर्ते पजामे या वाइट रंग के कपड़े, वो जरूर लैके आओ, क्योंकि रूहानीयत वाले दिन च कोशिश होंदी है कि वाइट रंग के कपड़ियां च ही सारिਆਂ ਨੂੰ बिठाया जाए, ताकि फिर एक आनंद भी आता है और वाइट रंग की महत्ता भी होंगी है कुछ। वो फिर मालिक ने चाहे तो हम टाइम काफ़ी हो गया फिर दसांगे, पर इत्थे तुसीं ये फील करना है कि 17 तरीक दिन ऐतवार सवेरे 11 बजे तो पहला पहुँच जाना, क्योंकि 11 बजे असीं बैठक आरंभ कर देनी है, रूहानीयत का जो दिन है आरंभ कर देना है असीं।
ਇਸ ਲਈ ਜਿਨ੍ਹਾਂ ਨੇ ਦਰਬਾਰ ਤੋਂ ਨਾਮਦਾਨ ਲਿਆ ਉਹੀ ਪਹੁੰਚਣ। ਔਰ ਆਓ ਹੁਣ ਜਿੱਦਾਂ ਦੱਸ ਰਹੇ ਸੀ, ਇਹ ਖੁਸ਼ੀ ਨੂੰ ਫੀਲ ਕਰਨਾ। ਖੁਸ਼ੀ ਮੇਰੇ ਰੋਮ ਰੋਮ 'ਚ ਖੁਸ਼ੀ ਵਸਦੀ ਹੈ। ਔਰ ਖੁਸ਼ੀ ਵਸੇ ਕਿਉਂ ਨਾ? ਇੱਕ ਗੱਲ ਕਹਿ ਦਈਏ, ਦੇਖੋ ਗੱਲ ਕਿੱਥੇ ਪਹੁੰਚ ਗਈ। ਦਾਦੂ ਦਿਆਲ ਦਾ ਸ਼ਲੋਕ ਤਾਂ ਵਿੱਚ ਹੀ ਰਹਿ ਗਿਆ, ਠੀਕ ਹੈ, ਯਾਦ ਹੈ ਕਿ ਨਹੀਂ? ਸੋ ਦਾਦੂ ਦਿਆਲ ਦੇ ਸ਼ਲੋਕ ਨੂੰ ਵੀ ਪੂਰਾ ਕਰਦੀ, ਨਹੀਂ ਤਾਂ ਸੰਤ ਦਾਦੂ ਜੀ ਨੇ ਕਹਿਣਾ ਗੱਲ ਤਾਂ ਮੇਰੇ ਤੋਂ ਸ਼ੁਰੂ ਕੀਤੀ ਸੀ ਤਾਂ ਮੇਰੀ ਕੀਤੀ ਨਹੀਂ। ਸੋ ਸੰਤ ਦਾਦੂ ਦਿਆਲ ਆਪਣੀ ਬਾਣੀ 'ਚ ਨਾ ਇੱਕ ਰਮਜ ਦੱਸਦੇ ਹੈ। ਉਹ ਰਮਜ ਦੱਸਦੇ ਜੀਵਨ ਦੇ ਆਨੰਦ ਨੂੰ ਪ੍ਰਾਪਤ ਕਰਨ ਦੀ। ਉਹ ਕਿੱਦਾਂ ਪ੍ਰਾਪਤ ਹੁੰਦਾ? ਉਹ ਕਿਹੜੀ ਚੀਜ਼ ਹੈ ਜੋ ਸਾਨੂੰ ਰੱਬ ਤੱਕ ਲੈ ਕੇ ਜਾਂਦੀ ਹੈ? ਸਵਾਲ ਕੀਤਾ ਸੀ ਨਾ ਸ਼ੁਰੂ 'ਚ, ਉਹ ਕਿਹੜੀ ਚੀਜ਼ ਹੈ? ਤਾਂ ਫਿਰ ਸੰਤ ਦਾਦੂ ਦਿਆਲ ਦੱਸਦੇ ਕਿ ਦਾਦੂ ਦੇਵ ਦਿਆਲ ਕੀ ਗੁਰੂ ਦਿਖਾਈ ਬਾਟ, ਤਾਲੇ ਕੁੰਜੀ ਲਾਈ ਕੇ ਖੋਲੇ ਸਭ ਕਪਾਟ। ਕਹਿੰਦੇ ਗੁਰੂ ਹੀ ਉਹ ਸ਼ਕਤੀ ਹੈ ਜਿਹੜਾ ਦੇਵ ਦਿਆਲ, ਯਾਨੀ ਉਹ ਦਿਆਲ ਪਰਮਾਤਮਾ ਪ੍ਰਭੂ ਤੱਕ ਸਾਨੂੰ ਲੈ ਕੇ ਜਾਂਦਾ ਹੈ। ਔਰ ਸਾਡੇ ਅੰਦਰ ਜਿਹੜੀਆਂ ਨਾ ਪਰਮਾਤਮਾ ਦੀਆਂ ਰਹਿਮਤਾਂ ਛੁਪੀਆਂ ਹੋਈਆਂ ਹੈ, ਉਹ ਸਾਡੇ ਅੰਦਰ ਆਨੰਦ ਛੁਪਿਆ ਹੋਇਆ ਹੈ, ਸਾਡੇ ਅੰਦਰ ਸ਼ਕਤੀਆਂ ਛੁਪੀਆਂ ਹੋਈਆਂ ਹੈ। ਗੁਰੂ ਹੀ ਹੈ ਜਿਹੜਾ ਕੁੰਜੀ ਲਾ ਕੇ ਉਹ ਕਪਾਟ ਖੋਲਦਾ ਹੈ। ਔਰ ਅਸੀਂ ਆਪਣੇ ਅੰਦਰ ਛੁਪੀਆਂ ਸ਼ਕਤੀਆਂ ਨੂੰ, ਆਪਣੇ ਅੰਦਰ ਛੁਪੇ ਆਨੰਦ ਨੂੰ, ਆਪਣੇ ਅੰਦਰ ਛੁਪੇ ਪਰਮਾਤਮਾ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਖੁਸ਼ੀਆਂ ਨਾਲ ਭਰ ਲੈਂਦੇ ਹਾਂ। ਪਹਿਲੇ ਤਾਂ ਹੀ ਕਿਹਾ ਜਾਂਦਾ ਜੇ ਜੀਵਨ 'ਚ ਛੁਪੀਆਂ ਸ਼ਕਤੀਆਂ ਨੂੰ ਜਾਣਨਾ ਹੈ, ਪਰਮਾਨੰਦ ਨੂੰ ਜਾਣਨਾ ਹੈ, ਪਰਮਾਤਮਾ ਨੂੰ ਜਾਣਨਾ ਹੈ, ਤਾਂ ਫਿਰ ਗੁਰੂ ਨਾਲ ਜੁੜੋ, ਜਿਹੜਾ ਸਾਨੂੰ ਅੰਦਰਲਾ ਗਿਆਨ ਦੇ ਸਕੇ, ਜਿਹੜਾ ਅੰਦਰਲੀਆਂ ਵਿਧੀਆਂ ਬਾਰੇ ਦੱਸ ਸਕੇ, ਅੰਦਰਲੀਆਂ ਛੁਪੀਆਂ ਸ਼ਕਤੀਆਂ ਨੂੰ ਜਗਾਉਣ ਦੀ ਕਲਾ ਦੱਸ ਸਕੇ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਸਮਝਣਾ, ਕਿਉਂਕਿ ਸਭ ਕੁਝ ਤਾਂ ਰੱਬ ਨੇ, ਉਸ ਮਾਲਿਕ ਨੇ ਸਾਡੇ। ਇਸ ਲਈ ਸੰਤ ਦਾਦੂ ਵੀ ਇਹੀ ਇਸ਼ਾਰਾ ਕਰਦੇ ਹੈ ਕਿ ਪਰਮਾਤਮਾ ਨੂੰ ਪਾਉਣ ਦਾ ਮਾਰਗ ਨਾ ਵਾਟ ਯਾਨੀ ਰਸਤਾ। ਦਾਦੂ ਦੇਵ ਦਿਆਲ ਕੀ ਗੁਰੂ ਦਿਖਾਈ ਬਾਟ। ਗੁਰੂ ਹੀ ਸਾਨੂੰ ਰਸਤਾ ਦਿਖਾਉਂਦਾ ਹੈ ਕਿ ਆਹ ਰਸਤੇ ਚਲੇਗਾ। ਕਿਉਂਕਿ ਜਿੱਦਾਂ ਪਹਿਲਾਂ ਦੱਸਿਆ, ਕੋਈ ਵੀ ਚੀਜ਼ ਹਾਸਿਲ ਕਰਨੀ ਉਹ ਤਾਂ ਨਿਯਮ ਹੁੰਦੇ ਹੈ। ਜਦੋਂ ਨਿਯਮਾਂ ਨੂੰ ਅਸੀਂ ਫੋਲੋ ਕਰਦੇ ਹਾਂ ਤਾਂ ਸਾਨੂੰ ਉਹ ਚੀਜ਼ ਵੀ ਮਿਲ ਜਾਂਦੀ ਹੈ। ਹੁਣ ਰੱਬ ਨੂੰ ਪਾਉਣ ਦਾ ਨਿਯਮ, ਪਰਮਾਤਮਾ ਤੱਕ ਪਹੁੰਚਣ ਦਾ ਨਿਯਮ ਸਾਨੂੰ ਕਿੱਦਾਂ ਪਤਾ ਲੱਗੇਗਾ? ਉਹ ਮੁਰਸ਼ਦ ਦੱਸਦਾ ਹੈ, ਉਹ ਗੁਰੂ ਦੱਸਦਾ ਹੈ। ਔਰ ਸਾਡੇ ਅੰਦਰ ਛੁਪੀਆਂ ਸ਼ਕਤੀਆਂ, ਸਾਡੇ ਅੰਦਰ ਛੁਪਿਆ ਪਰਮਾਨੰਦ, ਉਹਨੂੰ ਅਸੀਂ ਕਿੱਦਾਂ ਹਾਸਲ ਕਰ ਸਕਦੇ ਹਾਂ? ਉਹਦਾ ਨਿਯਮ ਵੀ ਸਾਨੂੰ ਗੁਰੂ ਹੀ ਦੱਸਦਾ ਹੈ। ਕਿਉਂਕਿ ਜਿਹਨਾਂ ਨੇ ਖੁਦ ਅੰਦਰੋਂ ਜਾਣਿਆ ਹੋਵੇ ਉਹੀ ਸਾਨੂੰ ਵੀ ਜਾਣੂ ਕਰਾ ਸਕਦੇ ਹੈ। ਜਿਹਨਾਂ ਨੇ ਖੁਦ ਅੰਦਰੋਂ ਪਾਇਆ ਹੋਵੇ ਉਹੀ ਸਾਨੂੰ ਪਾਉਣ ਦਾ ਮਾਰਗ ਸਿਖਾ ਸਕਦੇ ਆ, ਦਿਖਾ ਸਕਦੇ ਆ। ਇਸ ਲਈ ਦਾਦੂ ਦੇਵ ਦਿਆਲ ਕੀ ਗੁਰੂ ਦਿਖਾਈ ਬਾਟ, ਤਾਲੇ ਕੁੰਜੀ ਲਾਈ ਕੇ। ਕਹਿੰਦੇ ਅੰਦਰ ਤਾਲੇ ਲੱਗੇ ਹੋਏ ਆ ਪਰ ਕੁੰਜੀ ਗੁਰੂ ਦੇ। ਸਤਿਗੁਰ ਹੱਥ ਕੁੰਜੀ ਔਰਤ ਦਰ ਖੁੱਲੇ ਨਾਹੀ, ਗੁਰੂ ਪੂਰੇ ਭਾਗ ਮਿਲਾਵਣੀ ਹੈ। ਗੁਰੂ ਦੇ ਹੱਥ ਕੁੰਜੀ ਹੈ, ਤਾਲਾ ਇੱਧਰ ਲੱਗਾ ਹੋਇਆ ਹੈ, ਚਾਬੀ ਗੁਰੂ ਦੇ ਹੱਥ 'ਚ ਹੈ। ਜਦੋਂ ਅਸੀਂ ਗੁਰੂ ਦੇ ਕੋਲੋਂ ਕੁੰਜੀ ਲੈ ਕੇ ਆਪਣੇ ਅੰਦਰਲੇ ਤਾਲੇ ਨੂੰ ਖੋਲ ਲੈਂਦੇ ਆ ਤਾਂ ਫਿਰ ਸਾਨੂੰ ਆਪਣੇ ਜੀਵਨ ਦਾ ਗਿਆਨ ਹੁੰਦਾ ਕਿ ਕਿੰਨਾ ਸ਼ਕਤੀਆਂ ਦਾ ਭੰਡਾਰ ਉਹ ਦਾਤਾ ਤਾਂ ਮੇਰੇ ਅੰਦਰ ਸੀ, ਤਾਂ ਮੈਂ ਵੀ ਦੁੱਖਾਂ ਵਿੱਚ ਭਟਕੀ ਜਾਂਦਾ ਸੀ, ਮੈਂ ਵੀ ਧੱਕੇ ਖਾਈ ਜਾਂਦਾ ਸੀ। ਉਹ ਸਭ ਤੋਂ ਬੜੀ ਸ਼ਕਤੀ ਤਾਂ ਮੇਰੇ ਅੰਦਰ ਬੈਠੀ ਹੋਈ ਸੀ। ਇਸ ਲਈ ਉਹ ਸ਼ਕਤੀ ਦਾ ਪਤਾ ਉਦੋਂ ਹੀ ਲੱਗੇਗਾ ਜਦੋਂ ਤਾਲਾ ਖੁੱਲੇਗਾ। ਔਰ ਤਾਲਾ ਉਦੋਂ ਹੀ ਖੁੱਲੇਗਾ ਜਦੋਂ ਚਾਬੀ ਮਿਲੇਗੀ। ਔਰ ਚਾਬੀ ਉਦੋਂ ਮਿਲੇਗੀ ਜਦੋਂ ਕਾਮਿਲ ਗੁਰੂ ਨਾਲ ਜੁੜਾਂਗੇ, ਕਾਮਿਲ ਮੁਰਸ਼ਿਦ ਨਾਲ ਜੁੜੋਗੇ। ਕਿਉਂਕਿ ਚਾਬੀ ਜਿੱਥੇ ਹੋਵੇ ਨਾ ਉੱਥੇ ਜਾ ਕੇ ਚਾਬੀ ਲੈਣੀ ਪੈਂਦੀ। ਨਹੀਂ ਤਾਂ ਕਈ ਤਾਂ ਇਦਾਂ ਦੇ ਹੁੰਦੇ ਸਾਨੂੰ ਕਰਮਾਂ ਦੇ ਭਰੋਸੇ ਛੱਡ ਦਿੰਦੇ, ਜਾਓ ਵੀ ਆਪਣੇ ਕਰਮ ਭੋਗੋ। ਬੋਲੋ ਸਮਝਦੇ ਹੋ ਕਿ ਨਹੀਂ? ਕਰਮ ਕੱਟੇ ਜਾਣਗੇ, ਨਹੀਂ, ਜਰਾ ਗੌਰ ਕਰਨਾ। ਚਾਬੀ ਉਹ ਹੁੰਦੀ ਕਿ ਕਰਮ, ਤੁਸੀਂ ਕਹਿੰਦੇ ਬੁਰੇ ਕਰਮ ਹੀ ਕਹਿੰਦੇ ਅੱਜ ਹੀ ਕੱਟੇ ਜਾ ਸਕਦੇ। ਇੰਨੀ ਸ਼ਕਤੀ ਹੈ ਇਨਸਾਨ ਦੇ ਅੰਦਰ ਵੀ, ਉਹ ਰੱਬ ਨੇ ਰੱਖੀ ਵਾ ਯੁਕਤੀ ਹੁੰਦੀ ਹੈ, ਹਰ ਕਰਮ ਨੂੰ ਤੁਸੀਂ ਅੱਜ ਕੱਟ ਸਕਦੇ ਹੋ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਇਹਦੇ ਬਾਰੇ ਹੁਣ ਸਮਝਾਉਣ ਲੱਗੇ ਤਾਂ ਟਾਈਮ ਫਿਰ ਜ਼ਿਆਦਾ ਲੱਗ ਜਾਏਗਾ। ਬਸ ਇੰਨਾ ਸਮਝ ਲਓ ਕਿ ਕਰਮ ਵੀ ਕੱਟੇ ਜਾਂਦੇ ਹੈ, ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ। ਕਿਉਂਕਿ ਐਸੀ ਕਿਹੜੀ ਚੀਜ਼ ਹੈ ਕਿ ਜਿਹੜੀ ਉਹਦੇ ਘਰ 'ਚ ਨਾ ਹੋ ਸਕੇ? ਬਸ ਇਨਸਾਨ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ, ਇਨਸਾਨ ਨੂੰ ਯਕੀਨ ਹੋਣਾ ਚਾਹੀਦਾ ਹੈ। ਤਾਂ ਹੀ ਤਾਂ ਗੁਰੂਆਂ ਨੇ ਬਾਣੀ 'ਚ ਵੀ ਕਹਿ ਦਿੱਤਾ ਕਿ ਮੇਰੀ ਬਾਂਦੀ ਭਗਤ ਛੁਡਾਵੇ, ਬਾਂਦੇ ਭਗਤ ਨਾ ਛੁੱਟੇ ਮੋਹੇ। ਉਹੀ ਤਾਂ ਕਹਿੰਦੇ ਮੇਰੇ ਪਿਆਰੇ ਹੁੰਦੇ ਜਿਹੜੇ ਕਰਮਾਂ ਨੂੰ ਵੀ ਬਦਲ ਕੇ ਰੱਖ ਦਿੰਦੇ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਆਪਣੇ ਅੰਦਰਲੀਆਂ ਸ਼ਕਤੀਆਂ ਨੂੰ ਜਾਣਨਾ ਹੈ ਤਾਂ ਦਾਦੂ ਦੇਵ ਦਿਆਲ ਕੀ ਗੁਰੂ ਦਿਖਾਈ ਬਾਟ, ਤਾਲੇ ਕੁੰਜੀ ਲਾਈ ਕੇ ਖੋਲੇ ਸਭ। ਕਿਉਂਕਿ ਗੁਰੂ ਦੇ ਕੋਲੋਂ ਚਾਬੀ ਮਿਲਦੀ ਹੈ। ਜਦੋਂ ਚਾਬੀ ਤਾਲੇ ਨੂੰ ਲੱਗਦੀ ਹੈ ਤਾਂ ਫਿਰ ਤਾਲੇ ਖੁੱਲਦੇ ਹੈ, ਕਪਾਟ ਖੁੱਲਦੇ ਹੈ, ਤਾਂ ਫਿਰ ਖੁਸ਼ੀਆਂ ਸਾਨੂੰ ਹਾਸਿਲ ਹੁੰਦੀਆਂ ਹੈ, ਫਿਰ ਆਨੰਦ ਸਾਨੂੰ ਹਾਸਿਲ ਹੁੰਦਾ, ਫਿਰ ਉਹ ਸ਼ਕਤੀ ਸਾਨੂੰ ਹਾਸਿਲ ਹੁੰਦੀ ਹੈ ਜੋ ਤਾਲੇ ਪਿੱਛੇ ਛੁਪੀ ਬੈਠੀ ਸੀ, ਜੋ ਦਰਵਾਜ਼ੇ ਪਿੱਛੇ ਛੁਪੀ ਬੈਠੀ ਸੀ। ਇਸ ਲਈ ਪਰਮ ਸ਼ਕਤੀਸ਼ਾਲੀ ਪਰਮਾਤਮਾ ਤੁਹਾਡੇ ਅੰਦਰ ਹੈ, ਪਰਮ ਸ਼ਕਤੀਸ਼ਾਲੀ ਪਰਮਾਤਮਾ ਤੁਹਾਡੇ ਨਾਲ ਹੈ। ਬਸ ਯੁਕਤੀ ਲੈਣੀ ਹੈ ਕਿ ਕਿੱਦਾਂ ਦੁਆਰ ਖੋਲ ਕੇ ਅਸੀਂ ਉਹ ਸ਼ਕਤੀ ਨਾਲ ਮੁਲਾਕਾਤ ਕਰੀਏ, ਕਿੱਦਾਂ ਉਹ ਆਨੰਦ ਨੂੰ ਪ੍ਰਾਪਤ ਕਰੀਏ ਤਾਂ ਕਿ ਸਾਡਾ ਜੀਵਨ ਖੁਸ਼ੀਆਂ ਨਾਲ ਭਰ ਜਾਵੇ। ਸੋ ਵਿਸ਼ਵਾਸ ਰੱਖੋ ਆਪਣੇ ਅੰਦਰ, ਯਕੀਨ ਰੱਖੋ ਆਪਣੇ ਅੰਦਰ, ਔਰ ਕਾਮਿਲ ਮੁਰਸ਼ਿਦ ਨਾਲ ਜੁੜ ਕੇ ਯੁਕਤੀ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਓ। ਔਰ ਫਿਰ ਕਹਾਂਗੇ ਹੱਸੋ, ਮੁਸਕਰਾਓ,
ਵਿਸ਼ਵਾਸ ਰੱਖੋ, ਜਦੋਂ ਵੀ ਮੌਕਾ ਮਿਲੇ ਸਿਮਰਨ ਕਰੋ, ਮੈਡੀਟੇਸ਼ਨ ਕਰੋ, ਕਿਉਂਕਿ ਪ੍ਰਮਾਤਮਾ ਦੀ ਰਹਿਮਤ ਦਾ ਕੈਮੀਕਲ ਤੁਹਾਡੇ ਅੰਦਰ ਰਿਲੀਜ਼ ਹੋਏਗਾ, ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ, ਸਾਰੇ ਦੁੱਖਾਂ ਨੂੰ ਦੂਰ ਕਰਦਾ ਚਲਾ ਜਾਏਗਾ ਔਰ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਪੂਰ ਹੁੰਦਾ ਚਲਾ ਜਾਏਗਾ। ਕਿਉਂਕਿ ਜੋ ਤੁਸੀਂ ਵਿਸ਼ਵਾਸ ਕਰਦੇ ਹੋ ਉਹੀ ਤੁਸੀਂ ਹੁਣ, ਇਸ ਲਈ ਵਿਸ਼ਵਾਸ ਕਰਨਾ ਹੈ ਕਿ ਮੈਂ ਖੁਸ਼ੀ ਚਾਹੁੰਦਾ ਹੈ ਤਾਂ ਮੈਨੂੰ ਪੂਰਾ ਯਕੀਨ ਆਉਣ ਵਾਲਾ ਸਮਾਂ ਮੇਰੇ ਵਾਸਤੇ ਖੁਸ਼ੀਆਂ ਭਰਿਆ ਹੋਏਗਾ। ਮੈਂ ਤੰਦਰੁਸਤੀ ਚਾਹੁੰਦਾ ਹੈ ਤਾਂ ਮੈਨੂੰ ਪੂਰਾ ਯਕੀਨ ਹੈ ਆਉਣ ਵਾਲਾ ਸਮਾਂ ਮੇਰੇ ਵਾਸਤੇ ਤੰਦਰੁਸਤੀ ਭਰਿਆ ਹੋਏਗਾ। ਮੈਂ ਕਾਮਯਾਬੀ ਚਾਹੁੰਦਾ ਤਾਂ ਮੈਨੂੰ ਪੂਰਾ ਯਕੀਨ ਹੈ ਮੇਰਾ ਮਾਲਿਕ ਮੈਨੂੰ ਕਾਮਯਾਬੀ ਜ਼ਰੂਰ, ਹੱਸ ਕੇ ਦਿਖਾਓ ਕਰ। ਆ ਦੇਖੋ, ਇੱਕ ਤਾਂ ਤੁਸੀਂ ਹੱਸਦੇ ਬਹੁਤ ਥੋੜਾ ਹੋ ਨਾ, ਰੋਂਦੇ ਜ਼ਿਆਦਾ ਹੋ ਨਾ, ਟੈਨਸ਼ਨ ਜ਼ਿਆਦਾ ਲੈਂਦੇ ਹੋ, ਹੱਸਦੇ ਘੱਟ ਹੋ, ਫਿਰ ਕਹਿੰਦੇ ਬਿਮਾਰੀ ਦੂਰ ਨਹੀਂ ਹੁੰਦੀ। ਫਿਰ ਬਿਮਾਰੀ ਦੂਰ ਕਰਨ ਵਾਲਾ ਕੰਮ ਕਿਹੜਾ, ਨਿਯਮ ਮੰਨਦੇ ਹੋ ਤੁਸੀਂ? ਇਸ ਲਈ ਬਿਮਾਰੀ ਦੂਰ ਕਰਨ ਵਾਲਾ ਨਿਯਮ ਹੈ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ, ਧਿਆਨ ਕਰੋ ਤਾਂ ਮੁਸਕਰਾਓ। ਇਹ ਨਿਯਮ ਹੈ, ਅੱਜ ਇਹ ਨਿਯਮ ਦੱਸਿਆ ਤੁਹਾਨੂੰ। ਅਗਰ ਇਹ 3 ਨਿਯਮ ਤੁਸੀਂ ਅਪਣਾ ਲਏ ਤਾਂ ਯਕੀਨ ਰੱਖੋ ਤੁਹਾਡੀਆਂ ਬਿਮਾਰੀਆਂ ਵੀ, ਤੁਹਾਡੀਆਂ ਤੰਗੀਆਂ ਵੀ, ਘਰ ਦੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। ਸਮਝਦੇ ਹੋ ਕਿ ਨਹੀਂ? ਅਗਰ ਨਿਯਮ ਅਪਣਾਓ। ਇਸ ਲਈ ਖੁਸ਼ ਰਹਿਣਾ ਯਾਦ ਰੱਖੋ, ਆਪਣੇ ਮਾਲਿਕ ਦਾ ਸਿਮਰਨ ਕਰਨਾ ਯਾਦ ਰੱਖੋ, ਨੇਕੀਆਂ ਕਰਨੀਆਂ ਯਾਦ ਰੱਖੋ ਔਰ ਧਿਆਨ ਕਰਨਾ ਯਾਦ ਰੱਖੋ, ਆਪਣੇ ਮਾਲਿਕ ਤੇ ਵਿਸ਼ਵਾਸ ਕਰਨਾ ਯਾਦ ਰੱਖੋ ਕਿ ਇਹ ਚੀਜ਼ਾਂ ਨੂੰ ਮੈਂ ਯਾਦ ਰੱਖਣਾ, ਇਹਨਾਂ ਨੇ ਮੇਰੇ ਜੀਵਨ 'ਚ ਖੁਸ਼ੀਆਂ, ਕਾਮਯਾਬੀ, ਸਫਲਤਾ ਲੈ ਕੇ ਆਣੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਸੋ ਮੌਕਾ ਹੈ, ਆਨੰਦ ਲਓ। ਇਹ ਜ਼ਿੰਦਗੀ ਉਸ ਮਾਲਿਕ ਨੇ ਦਿੱਤੀ ਹੈ, ਬਸ ਆਪਣੇ ਅੰਦਰ ਵਿਸ਼ਵਾਸ ਰੱਖੋ, ਯਕੀਨ ਰੱਖੋ, ਭਰੋਸਾ ਰੱਖੋ। ਆਉਣ ਵਾਲਾ ਸਮਾਂ ਬਹੁਤ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਏਗਾ। ਦਿਨ ਦੁਗਣੀ ਰਾਤ ਚੌਗਣੀ ਤਰੱਕੀ ਮਾਲਿਕ ਨੇ ਦੇਣੀ ਹੈ। ਪਰ ਕਿਹਨਾਂ ਨੂੰ ਮਿਲਦੀ ਹੈ? ਜਿਹੜੇ ਮੁਸਕਰਾਉਂਦੇ ਹੈ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖਦੇ ਔਰ ਆਪਣੇ ਮਾਲਿਕ ਦਾ ਸਿਮਰਨ ਕਰਦੇ ਹੈ, ਮੈਡੀਟੇਸ਼ਨ ਕਰਦੇ ਆ, ਧਿਆਨ ਕਰਦੇ ਆ ਔਰ ਨੇਕੀ ਕਰਦੇ ਆ, ਅੱਛਾਈ ਕਰਦੇ ਆ, ਫਿਰ ਉਹਨਾਂ ਦੇ ਜੀਵਨ 'ਚ ਖੁਸ਼ੀਆਂ ਵੀ ਬਹੁਤ ਆਉਂਦੀਆਂ। ਇਸ ਲਈ ਕਹਿ ਦਿਓ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ। ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ। ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਮੈਂ ਬਹੁਤ, ਮੈਂ ਬਹੁਤ, ਮੈਂ ਬਹੁਤ ਜ਼ਿਆਦਾ। ਸੋ ਏਦਾਂ ਹੀ ਮਾਲਿਕ ਤੁਹਾਨੂੰ ਖੁਸ਼ ਰੱਖਣ, ਆਉਣ ਵਾਲਾ ਸਮਾਂ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਵੇ। ਫਿਰ ਕਵਾਂਗੇ, ਅੱਛੀ ਸੋਚ ਰੱਖੋ, ਯਕੀਨ ਰੱਖੋ, ਵਿਸ਼ਵਾਸ ਰੱਖੋ ਕਿ ਮੈਨੂੰ ਪੂਰਾ ਯਕੀਨ ਹੈ ਜਿਸ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ, ਆਉਣ ਵਾਲਾ ਸਮਾਂ ਮੇਰੇ ਵਾਸਤੇ ਤੰਦਰੁਸਤੀ, ਸਫਲਤਾ, ਖੁਸ਼ੀਆਂ, ਕਾਮਯਾਬੀ, ਸੁੱਖ, ਸਮਰਿੱਧੀ ਭਰਿਆ ਹੋਏਗਾ। ਕਿਉਂਕਿ ਮੈਨੂੰ ਕੋਈ ਕਮੀ ਆ ਹੀ ਨਹੀਂ ਸਕਦੀ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਔਰ ਜੇ ਉਹ ਨਾਲ ਹੋਵੇ ਤਾਂ ਨਾ ਹੀ ਕਮੀ ਆਈ ਹੈ ਤਾਂ ਨਾ ਹੀ ਕਦੀ ਆ ਸਕਦੀ ਹੈ। ਮੈਂ ਰਹਿਮਤਾਂ ਨਾਲ ਭਰਪੂਰ ਹਾਂ, ਮੈਂ ਰਹਿਮਤਾਂ ਨਾਲ, ਮੈਂ ਖੁਸ਼ੀਆਂ ਨਾਲ, ਮੈਂ ਤੰਦਰੁਸਤੀ ਨਾਲ, ਮੈਂ ਅੱਛਾਈ ਨਾਲ, ਮੈਂ ਪਿਆਰ ਨਾਲ, ਮੈਂ ਖੁਸ਼ੀਆਂ ਨਾਲ, ਮੈਂ ਰਹਿਮਤਾਂ ਨਾਲ, ਮੈਂ ਭਰਪੂਰ ਹਾਂ, ਭਰਪੂਰ ਹਾਂ, ਭਰਪੂਰ। ਇੱਥੇ ਦੇਖੋ, ਭਰਪੂਰ ਹੋ ਗਏ ਤੁਸੀਂ। ਇਹ ਫੀਲ ਕਰੋ ਆਪਣੇ ਅੰਦਰ, ਸਾਨੂੰ ਤਾਂ ਫੀਲ ਹੋ ਰਿਹਾ ਹੈ, ਤੁਸੀਂ ਫੀਲ ਕਰੋ ਤਾਂ ਫਿਰ ਤੁਸੀਂ ਦੇਖੋਗੇ ਆਉਣ ਵਾਲਾ ਸਮਾਂ ਤੁਸੀਂ ਕਹਿਣਾ, ਲੈ ਵੀ ਹੈ ਪਤਾ ਨਹੀਂ ਲੱਗਾ, ਇਦਾਂ ਹੋ ਗਿਆ, ਇਹਦਾ ਲੋਹਾ ਸੋਨਾ ਬਣ ਗਿਆ, ਮੈਂ ਵੀ ਸੋਨੇ ਬਣ ਗਿਆ ਹੁਣ। ਕਿਉਂਕਿ ਮਾਲਿਕ ਨਾਲ ਜੁੜ ਕੇ ਅਸੀਂ ਵੀ ਲੋਹੇ ਤੋਂ ਸੋਨਾ ਹੋ ਗਏ ਕਿ ਨਹੀਂ? ਇਹ ਲਈ ਅੱਜ ਤੋਂ ਡਰ ਬੰਦ ਕਰੋ, ਚਿੰਤਾ ਬੰਦ ਕਰੋ, ਰੋਣਾ ਬੰਦ ਕਰੋ, ਹੱਸਣਾ ਸ਼ੁਰੂ ਕਰ ਦਿਓ, ਮੁਸਕਰਾਣਾ ਸ਼ੁਰੂ ਕਰ ਦਿਓ, ਸਿਮਰਨ ਕਰਨਾ ਸ਼ੁਰੂ ਕਰ ਦਿਓ, ਆਪਣੇ ਮਾਲਿਕ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿਓ, ਅੱਛਾਈ ਕਰਨੀ, ਨੇਕੀ ਕਰਨੀ ਸ਼ੁਰੂ ਕਰ ਦਿਓ। ਤਾਂ ਦੇਖੋ, ਜਦੋਂ ਇਹ ਸ਼ੁਰੂ ਕਰ ਦਿੱਤਾ ਤਾਂ ਇਦਾਂ ਦੀਆਂ ਰਹਿਮਤਾਂ ਹੋਣਗੀਆਂ ਕਿ ਜੀਵਨ 'ਚ ਫਿਰ ਰਹਿਮਤਾਂ ਨੂੰ ਸੰਭਾਲਣਾ ਵੀ ਸ਼ੁਰੂ ਕਰ ਦਿਓ, ਖੁਸ਼ੀਆਂ ਨੂੰ ਸੰਭਾਲਣਾ ਵੀ ਸ਼ੁਰੂ ਕਰ ਦਿਓ। ਕਿਉਂਕਿ ਇੱਧਰ ਇਹ ਸ਼ੁਰੂ ਹੋਇਆ ਤਾਂ ਫਿਰ ਇੰਨੀਆਂ ਖੁਸ਼ੀਆਂ ਆਉਣੀਆਂ, ਤੁਸੀਂ ਕਹਿੰਦੇ ਹੁਣ ਸਮਝ ਨਹੀਂ ਆਉਂਦੀ ਕਿੱਥੇ ਰੱਖਾਂ ਮੈਂ, ਇੰਨਾ ਕੁਝ ਮਿਲ ਰਿਹਾ, ਸਮਝ ਨਹੀਂ ਆਉਂਦੀ ਕਿੱਦਾਂ ਸੰਭਾਲਾਂ ਮੈਂ। ਸਮਝਦੇ ਹੋ ਕਿ ਨਹੀਂ? ਇਹ ਸੱਚੀ ਗੱਲ ਹੈ। ਕਿਉਂਕਿ ਜਬ ਉਹ ਦੇਤਾ ਹੈ ਤਾਂ ਢੇਰੋਂ ਕੇ ਢੇਰ, ਉਹ ਦੇਣ ਤੇ ਆ ਗਿਆ ਤਾਂ ਬਹੁਤ ਦੇਣਾ ਉਹਨਾਂ। ਔਰ ਫਿਕਰ ਨਾ ਕਰੋ, ਦਿੰਦਾ ਹੀ ਆ ਉਹ, ਲੈਂਦਾ ਕੁਝ ਨਹੀਂ ਹੈ। ਇਹ ਤਾਂ ਸਾਨੂੰ ਮੌਕਾ ਮਿਲਦਾ ਹੈ। ਜੇ ਆਪਾਂ ਕੁਝ ਕਰਦੇ ਆ ਨਾ ਤਾਂ ਜਿੱਦਾਂ ਦੱਸਿਆ, ਇਹ ਉਹ ਕਰਮ ਹੈ ਜਿਹਦੇ ਨਾਲ ਉਹਦੀ ਰਹਿਮਤ ਜੁੜੀ ਹੋਈ ਹੈ। ਕਿਉਂਕਿ ਜਦੋਂ ਨਿਯਮ ਨੂੰ ਫੋਲੋ ਕਰਾਂਗੇ ਤਾਂ ਰਹਿਮਤ ਵੀ ਫੇਰ ਸਾਡੇ ਤੱਕ ਪਹੁੰਚੇਗੀ। ਇਸ ਕਰਕੇ ਜਿਹੜਾ ਇਨਸਾਨ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਦਾਨ ਪੁੰਨ ਕਰਦਾ ਜਾਂ ਮਾਲਿਕ ਦੇ ਨਾਮ ਦੀਆਂ ਨਿਆਜ਼ਾਂ ਦਿੰਦਾ ਹੈ, ਇਹ ਨਿਯਮ ਨੂੰ ਫੋਲੋ ਕਰ ਰਿਹਾ ਕਿ ਉਹਦੀ ਰਹਿਮਤ ਉਹਦੇ ਤੱਕ ਜ਼ਰੂਰ ਪਹੁੰਚਦੀ ਹੈ। ਇਸ ਲਈ ਵਿਸ਼ਵਾਸ ਰੱਖਣਾ, ਆਉਣ ਵਾਲਾ ਸਮਾਂ ਬਹੁਤ 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 ਜ਼ਿਆਦਾ ਖੁਸ਼ੀਆਂ ਭਰਿਆ ਹੋਏਗਾ, ਕਾਮਯਾਬੀ, ਸਫਲਤਾ ਭਰਿਆ ਹੋਏਗਾ। ਸਾਨੂੰ ਆਪਣੇ ਮਾਲਿਕ ਤੇ ਪੂਰਾ ਯਕੀਨ ਹੈ, ਆਪਣੇ ਆਪ ਤੇ ਪੂਰਾ ਯਕੀਨ ਹੈ। ਤੁਸੀਂ ਵੀ ਯਕੀਨ ਕਰੋ ਔਰ ਰਹਿਮਤ ਦਾ ਆਨੰਦ ਲਓ। ਕਰੋਗੇ ਕਿ ਨਹੀਂ? ਇੱਕ ਵਾਰੀ ਕਹਿਣਾ, ਹੁਣ ਮੈਨੂੰ ਮੇਰੇ ਮਾਲਿਕ ਤੇ ਪੂਰਾ। ਮਾਲਿਕ ਇਦਾਂ ਹੀ ਤੁਹਾਡਾ ਵਿਸ਼ਵਾਸ ਬਣਾਏ ਰੱਖਣ,
ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਵੇ। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਾਲਿਕ ਤੁਹਾਨੂੰ ਦੇਵੇ। ਤੁਹਾਡੀਆਂ ਦੁੱਖਾਂ, ਤਕਲੀਫਾਂ, ਦਰਦਾਂ ਨੂੰ ਮਾਲਿਕ ਦੂਰ ਕਰੇ, ਪਰੇਸ਼ਾਨੀਆਂ ਨੂੰ ਦੂਰ ਕਰੇ ਔਰ ਤੁਹਾਡੇ ਸਭ ਨੂੰ ਆਪਣੇ ਨਾਮ ਦੇ ਰੰਗ ਚਰੰਗੇ ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ ਤੇ ਚੱਲਣ ਦਾ, ਅੱਛਾਈਆਂ ਕਰਨ ਦਾ, ਨੇਕੀਆਂ ਕਰਨ ਦਾ ਮਾਲਿਕ ਬਲ ਬਖਸ਼ੇ ਔਰ ਆਪਣੀ ਰਹਿਮਤ ਸਦਾ ਹੀ ਤੁਹਾਡੇ ਤੇ ਬਣਾਏ ਰੱਖੇ। ਔਰ ਅੱਜ ਜਿੰਨੇ ਵੀ ਜੀਵ ਉਸ ਮਾਲਿਕ ਦੇ ਘਰ 'ਚ ਪਹੁੰਚੇ ਆ, ਮਾਲਿਕ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਕਬੂਲ ਕਰਨ। ਔਰ ਜਿਹੜੇ ਜੀਵ ਮਾਲਿਕ ਦੇ ਨਾਮ ਦੀਆਂ ਨਿਆਜ਼ਾਂ ਲੈ ਕੇ ਆਏ ਹੈ, ਜੇ ਕੋਈ ਆਪਣੀ ਤਕਲੀਫ ਦੁੱਖ ਦੀ ਨਿਆਜ਼ ਲੈ ਕੇ ਆਇਆ ਹੈ ਤਾਂ ਜਿਸ ਭਾਵਨਾ ਨਾਲ ਜੀਵ ਨਿਆਜ਼ ਲੈ ਕੇ ਆਇਆ ਹੈ, ਮਾਲਿਕ ਉਹਦੀ ਉਹ ਭਾਵਨਾ ਨੂੰ, ਉਹਦੀ ਕਾਮਨਾ ਨੂੰ ਪੂਰਾ ਕਰਨ, ਉਹਦੀ ਨਿਆਜ਼ ਨੂੰ ਕਬੂਲ ਕਰਨ। ਔਰ ਜਿਹੜਾ ਜੀਵ ਅੱਜ ਖੁਸ਼ੀ ਦੀ ਨਿਆਜ਼ ਲੈ ਕੇ ਆਇਆ ਹੈ, ਮਾਲਕ ਉਹਦੀ ਖੁਸ਼ੀ ਦੀ ਨਿਆਜ਼ ਨੂੰ ਕਬੂਲ ਕਰਨ ਔਰ ਉਹ ਜੀਵ ਦੀ ਝੋਲੀ 'ਚ ਇੰਨੀਆਂ ਖੁਸ਼ੀਆਂ ਪਾ ਦੇਣ ਕਿ ਕਦੀ ਉਹਨੂੰ ਫਰਿਆਦਾ ਕਰਨ ਦੀ ਜ਼ਰੂਰਤ ਹੀ ਨਾ ਪਵੇ। ਔਰ ਜਿਹੜੇ ਜੀਵ ਸੇਵਾ 'ਚ ਯੋਗਦਾਨ ਦੇਣ ਵਾਲੇ ਹੈ, ਸੇਵਾ 'ਚ ਸਹਿਯੋਗ ਦੇਣ ਵਾਲੇ ਹੈ, ਮਾਲਕ ਉਹਨਾਂ ਦੇ ਕੰਮਾਂ ਕਾਰਾਂ 'ਚ ਵੀ ਬਰਕਤਾਂ ਦੇਣ ਤਾਂ ਕਿ ਇੱਦਾਂ ਹੀ ਮਾਲਕ ਦੇ ਘਰ ਦੀ, ਦਰਬਾਰ ਦੀ, ਸੰਗਤ ਦੀ ਸੇਵਾ ਕਰਕੇ ਉਹ ਮਾਲਕ ਦੀਆਂ ਰਹਿਮਤਾਂ ਹਾਸਲ ਕਰਕੇ ਆਪਣਾ ਜੀਵਨ ਸਫਲ ਬਣਾਉਂਦੇ ਰਹਿਣ। ਔਰ ਮਾਲਕ ਆਪਣੀ ਰਹਿਮਤ, ਆਪਣੀ ਬਖਸ਼ਿਸ਼, ਆਪਣੀ ਕਿਰਪਾ, ਦਇਆ, ਮਿਹਰ ਹਮੇਸ਼ਾ ਤੁਹਾਡੇ ਤੇ ਬਣਾਏ ਰੱਖਣ। ਇਹੀ ਸਾਡੀ ਉਸ ਮਾਲਕ ਦੇ ਕਦਮਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।